ਸਵਾਗਤ ਜੀ ਤੁਹਾਡਾ ਇੱਕ ਵਾਰ ਫਿਰ ਤੋਂ। ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ। ਮੈਂ ਗੁਰਪ੍ਰੀਤ ਸਿੰਘ ਸੰਧਾਵਾਲੀਆ ਤੁਹਾਡੇ ਨਾਲ ਤੇ ਹਰ ਰੋਜ਼ ਦੀ ਤਰ੍ਹਾਂ ਪ੍ਰੋਗਰਾਮ ਪ੍ਰਾਈਮ ਫੋਕਸ ਲੈ ਕੇ ਹਾਜ਼ਰ ਹਾਂ। ਦੇਖੋ ਗੱਲ ਆ ਕਿ 24 ਘੰਟੇ ਲੰਘ ਜਾਂਦੇ ਆ। 24 ਘੰਟਿਆਂ ਦੇ ਵਿੱਚ ਕਈ ਵਾਰ ਤੇ ਕੋਈ ਬਹੁਤੀ ਖਾਸ ਘਟਨਾ ਨਹੀਂ ਘਟਦੀ, ਪਰ ਕਈ ਵਾਰ ਬਹੁਤ ਸਾਰਾ ਕੁਝ ਵਾਪਰ ਜਾਂਦਾ ਜਿਹਦੇ 'ਚੋਂ ਕਈ ਗੱਲਾਂ ਵਾਲੇ ਪਾਸੇ ਧਿਆਨ ਹੁੰਦਾ ਕਿ ਆਹ ਕੀ ਹੋਇਆ। ਫਿਰ ਕਈ ਵਾਰ ਤੇ ਉਹਦੀਆਂ ਗਾਂਹ ਅੱਗੇ ਤੋਂ ਅੱਗੇ ਕਈ ਅਪਡੇਟਸ ਵੀ ਆਉਂਦੀਆਂ ਰਹਿੰਦੀਆਂ। ਸੋ ਇਹ ਸਾਰੀਆਂ ਗੱਲਾਂ ਬਾਤਾਂ ਆਪ ਜੀ ਦੇ ਨਾਲ ਸਾਂਝੀਆਂ ਕਰਦੇ ਹਾਂ ਜੀ। ਇਸ ਪ੍ਰੋਗਰਾਮ ਦੇ ਵਿੱਚ ਨਾਲ ਮੇਰੇ ਪਰਮਵੀਰ ਬਾਠ ਹੋਰੀ ਹੁੰਦੇ ਨੇ। ਇੱਕ ਵਾਰ ਫਿਰ ਤੋਂ ਆਪਾਂ ਆਸਟ੍ਰੇਲੀਆ ਦੀ ਧਰਤੀ ਤੋਂ ਨਾਲ ਜੁੜਿਆ ਇਹਨਾਂ ਨੂੰ। ਕੀ ਹਾਲ ਨੇ ਬਾਠ ਸਾਹਿਬ? ਚੜ੍ਹਦੀ ਕਲਾ ਸੰਧਾਲੀਆ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਤੁਸੀਂ ਸੁਣਾਓ ਕੀ ਹਾਲ ਚਾਲ ਨੇ? ਸਤਿ ਸ਼੍ਰੀ ਅਕਾਲ ਮਹਾਰਾਜ। ਬਸ ਜ਼ਿੰਦਗੀ ਚੱਲੀ ਜਾ ਰਹੀ ਹੈ, ਰਿੜੀ ਜਾ ਰਹੀ ਹੈ, ਸਮਾਂ ਤੁਰਿਆ ਜਾ ਰਿਹਾ ਤੇ ਹਰ ਰੋਜ਼ ਬਸ ਕੁਛ ਨਾ ਕੁਛ ਨਵਾਂ ਸੁਣ ਲਈਦਾ, ਵੇਖ ਲਈਦਾ। ਨਹੀਂ, ਗੱਲ ਤੁਹਾਡੀ ਠੀਕ ਹੈ। ਵੈਸੇ ਵੀ ਗਰਮੀਆਂ ਤੁਹਾਡੇ ਦੇਸ਼ ਦੇ ਵਿੱਚ, ਕੈਨੇਡਾ ਦੇ ਵਿੱਚ ਆਉਣ ਵਾਲੀਆਂ ਸ਼ੁਰੂ ਹੋ ਗਿਆ ਕੰਮ, ਤੇ ਨਾਲ ਹੀ ਬਹੁਤ ਸਾਰੀਆਂ ਸਰਗਰਮੀਆਂ, ਵਿਆਹ ਸ਼ਾਦੀਆਂ, ਧਾਰਮਿਕ ਸਮਾਗਮ, ਸਮਾਜਿਕ ਸੱਭਿਆਚਾਰਕ ਮੇਲੇ, ਕਬੱਡੀ ਮੇਲੇ, ਸਾਰਾ ਕੁਝ ਹੀ ਸ਼ੁਰੂ ਹੋ ਜਾਣਾ। ਹੁਣ ਜਰਾ ਤਿਆਰੀ ਰੱਖਿਓ ਤੁਸੀਂ ਵੀ ਕਿ ਭਾਈ, ਕਿਉਂਕਿ ਸੱਦਾ ਪੱਤਰ ਤਾਂ ਕੋਈ ਨਾ ਕੋਈ ਤੁਹਾਨੂੰ ਵੀ ਆਈ ਜਾਣੇ ਆ। ਬਾਕੀ ਅਸੀਂ ਉਮੀਦ ਕਰਦੇ ਹਾਂ ਕਿ ਭਾਈ ਠੀਕ ਠਾਕ ਰਹੇ, ਕਿਉਂਕਿ ਬਹੁਤ ਸਾਰੇ ਲੋਕ ਡਰਾ ਰਹੇ ਨੇ ਜਾਂ ਡਰ ਰਹੇ ਨੇ ਕਿ ਦੁਨੀਆ ਭਰ ਦੇ ਵਿੱਚ ਕਾਰੋਬਾਰੀ ਮੰਦੀ ਜਿਹੜੀ ਹੈ ਉਹ ਸ਼ਾਇਦ ਆ ਸਕਦੀ ਹੈ। ਅਸੀਂ ਤਾਂ ਬਹੁਤ ਲੇਟ ਰਿਸੈਸ਼ਨ ਸ਼ਬਦ ਸੁਣਿਆ ਸੀ ਪੰਜਾਬ ਦੇ ਵਿੱਚ ਬੈਠਿਆਂ, ਪਿੰਡਾਂ 'ਚ ਬੈਠਿਆਂ, ਕਿਉਂਕਿ ਆਪਾਂ ਨੂੰ ਬਹੁਤਾ ਨਹੀਂ ਸੀ ਪਤਾ ਹੁੰਦਾ। ਪਰ ਹੁਣ ਜਿੱਦਾਂ ਇਹਨਾਂ ਮੁਲਕਾਂ ਦੇ ਨਾਲ ਟੱਕਰਾਂ ਮਾਰਨ ਦਾ ਮੌਕਾ ਮਿਲਿਆ ਤਾਂ ਫਿਰ ਰਿਸੈਸ਼ਨ ਸ਼ਬਦ ਜਿਹੜਾ ਉਹ ਕਾਫੀ ਡਰਾਉਣ ਵਾਲਾ ਹੋ ਜਾਂਦਾ। ਇਹ ਨਾ ਬੜੀ ਅਜੀਬ ਕਹਾਣੀ ਆ। ਮੈਨੂੰ ਇਹ ਲੱਗਦਾ ਕਿ ਹੁਣ ਪਤਾ ਨਹੀਂ, ਆਸਟ੍ਰੇਲੀਆ ਦੀ ਰੀਅਲ estate ਮਾਰਕੀਟ ਬਾਰੇ ਆਪਾਂ ਕਦੀ ਗੱਲ ਕੀਤੀ ਨਹੀਂ। ਇੱਥੇ ਆਉਂਗੇ ਤੇ ਦੋਵੇਂ ਭਰਾ ਲਾ ਲਾਂਗੇ 10 ਮਿੰਟ ਕਿਸੇ ਵੇਲੇ। ਇੱਧਰ ਕੈਨੇਡਾ ਵਾਲੇ ਪਾਸੇ ਜਿਹੜਾ ਇਹ ਰੀਅਲ estate ਸ਼ਬਦ ਹੈ ਨਾ, ਹੁਣ ਰੀਅਲ estate ਵੀ ਨਹੀਂ ਸੀ ਆਪਾਂ ਪਹਿਲਾਂ ਸੁਣਿਆ। ਪਹਿਲਾਂ ਤਾਂ ਆਪਾਂ ਇਹ ਸੁਣਦੇ ਹੁੰਦੇ ਸੀ ਯਾਰ ਉਹ ਘਰਾਂ ਦੀਆਂ ਕੀਮਤਾਂ ਜਾਂ ਕਹਿੰਦੇ ਵਾਹਵਾ ਵੱਧ ਗਈਆਂ। ਹੁਣ ਘਰਾਂ ਦੀਆਂ ਕੀਮਤਾਂ ਵਾਲਾ ਰੌਲਾ ਸਟਿਲ ਇੱਥੇ ਉਸੇ ਤਰ੍ਹਾਂ ਹੀ ਚੱਲਦਾ। ਹਾਲਾਂਕਿ ਦੋ ਸੂਬੇ ਜਿਹੜੇ ਨੇ, ਇੱਕ ਅੰਟਾਰੀਓ ਹੋ ਗਿਆ, ਦੂਸਰਾ ਬ੍ਰਿਟਿਸ਼ ਕੋਲੰਬੀਆ ਹੋ ਗਿਆ। ਉਹਦੇ 'ਚ ਵੀ ਖਾਸ ਕਰਕੇ ਟੋਰਾਂਟੋ ਉਹਦਾ ਏਰੀਆ ਜਾਂ ਇੱਧਰ ਵੈਨਕੂਵਰ ਵਾਲਾ ਏਰੀਆ ਹੋ ਗਿਆ, ਉੱਥੇ ਜ਼ਿਆਦਾ ਕਹਿੰਦੇ ਅੱਗ ਲੱਗੀ ਸੀ ਤੇ ਉਸ ਹਿਸਾਬ ਨਾਲ ਹੀ ਕੀਮਤਾਂ ਡਿੱਗੀਆਂ ਵੀ। ਫਿਰ ਕਹਿਣ ਲੱਗ ਪਏ ਜੀ ਬਾਕੀ ਥਾਵਾਂ ਦੇ ਉੱਪਰ ਕੀਮਤਾਂ ਵਧਣ ਲੱਗ ਪਈਆਂ। ਹੁਣ ਸਟੇਬਲ ਹੋ ਗਿਆ, ਦੇਖਿਓ ਚੱਕ ਲਓ ਹੋ ਜਾਣੇ, ਬਸ ਜਿਹੜਾ ਲੈ ਗਿਆ, ਜਿਹੜਾ ਰਹਿ ਗਿਆ। ਪਰ ਇਹ ਆਪਣੇ ਭਾਈਚਾਰੇ ਦੇ ਵਿੱਚ ਦੌੜ ਜ਼ਰੂਰ ਹੈਗੀ ਆ। ਜਦੋਂ ਆਹ ਗੱਲ ਤੁਹਾਡੀ ਠੀਕ ਆ ਕਿ ਜੇ ਆਪਾਂ ਕੋਈ ਰਿਪੋਰਟਸ ਕਿਤੇ ਪੜ੍ਹੀਏ, ਦੇਖੀਏ ਜਾਂ ਕੋਈ ਆਰਥਿਕ ਮਾਹਰਾਂ ਦੀ ਗੱਲ ਸੁਣੀਏ ਤੇ ਉਹ ਹਮੇਸ਼ਾ ਇਸ ਚੀਜ਼ ਦੇ ਉੱਪਰ ਜ਼ੋਰ ਦਿੰਦੇ ਆ ਕਿ ਜਦੋਂ ਉਹ ਜਿਹੜੀਆਂ ਕੈਨੇਡਾ ਗਵਰਨਮੈਂਟ ਨੇ ਪਿਛਲੇ ਦਿਨੀ ਵਧਾਈਆਂ ਸੀਗੀਆਂ ਕੀਮਤਾਂ, ਇੰਟਰਸਟ ਰੇਟਸ ਜਿਹਨੂੰ ਆਪਾਂ ਕਹਿੰਦੇ ਸੀ ਵਧਾਏ ਸੀ, ਉਹਨਾਂ ਦਾ ਅਸਰ 7 ਮਹੀਨੇ ਤੱਕ ਰਹਿਣਾ। ਹੁਣ ਲਾਸਟ ਜਿਹੜੀ ਉਹਨਾਂ ਨੇ ਉਹਦੇ 'ਚ ਵਾਧਾ ਕੀਤਾ ਸੀ, ਉਹਦਾ ਅਸਰ ਅਜੇ ਅਗਸਤ ਤੱਕ ਜਾ ਕੇ ਉਹ ਕਹਿੰਦੇ ਵੀ ਨਜ਼ਰ ਆਊਗਾ। ਹੁਣ ਜਿਹੜੀ ਚੀਜ਼ ਅਜੇ ਆਉਣ ਦੇ ਵਿੱਚ 3-4 ਮਹੀਨੇ ਰਹਿੰਦੇ ਨੇ, ਉਸ ਤੋਂ ਪਹਿਲਾਂ ਜਦੋਂ ਆਪਣਾ ਭਾਈਚਾਰਾ ਕਾਹਲਾ ਪੈ ਜਾਵੇ ਵੀ ਨਾ ਉਹ ਨਿਕਲ ਗਿਆ, ਮੈਨੂੰ ਲੱਗਦਾ ਹੁੰਦਾ ਵੀ ਕਿਤੇ ਇੱਦਾਂ ਤਾਂ ਨਹੀਂ ਵੀ ਅਸੀਂ ਲਾਈ-ਲੱਗ ਬਣ ਜਾਂਦੇ ਹਾਂ ਬਜਾਏ ਦੇ ਕਿ ਆਪਣੀ ਰਿਸਰਚ ਕਰਦੇ ਨਹੀਂ। ਤੇ ਫਿਰ ਜਦੋਂ ਫਸ ਜਾਈਦਾ ਫਿਰ ਉਹ ਜਿਹੜਾ ਬੰਦਾ ਫਸਿਆ ਹੁੰਦਾ ਫਿਰ ਉਹ ਕੋਈ ਨਾ ਕੋਈ ਰਾਹ ਲੱਭਦਾ ਵੀ ਯਾਰ ਮੈਨੂੰ ਇੱਥੋਂ ਕਿਸੇ ਨਾ ਕਿਸ ਤਰ੍ਹਾਂ ਕੱਢੋ। ਇਹ ਗੱਲ ਤੁਹਾਡੀ ਠੀਕ ਹੈ ਸੰਧਾਲੀਆ ਸਾਹਿਬ। ਦੇਖੋ, ਮਸਲਾ ਭਾਵੇਂ ਘਰਾਂ ਦੀਆਂ ਕੀਮਤਾਂ ਦਾ, ਵਿੱਤੀ ਤੌਰ ਦੇ ਉੱਤੇ ਪ੍ਰਬੰਧ ਦਾ, ਚਾਹੇ ਸਿਆਸੀ ਹਲਚਲ ਦਾ, ਚਾਹੇ ਧਾਰਮਿਕ ਹਲਚਲ ਦਾ, ਅਸੀਂ ਦੂਸਰੇ ਦੇ ਮੂੰਹੋਂ ਸੁਣ ਕੇ ਆਪਣੀ ਧਾਰਨਾ ਬਣਾਉਂਦੇ ਹਾਂ। ਇਹ ਬੜੀ ਅਜੀਬੋ-ਗਰੀਬ ਗੱਲ ਹੈ। ਅਸੀਂ ਆਪਣੇ ਬੱਚੇ ਵੀ ਸਕੂਲਾਂ ਦੇ ਵਿੱਚ ਦਾਖਲ ਕਰਾਉਣੇ ਹੁੰਦੇ ਆ ਤੇ ਅਸੀਂ ਆਂਢੀਆਂ ਗੁਆਂਢੀਆਂ ਤੋਂ ਪੁੱਛਦੇ ਹਾਂ ਜੀ ਚੰਗਾ ਸਕੂਲ ਕਿਹੜਾ, ਚੰਗੇ ਸਕੂਲ ਦੇ ਮਾਇਨੇ ਕੀ ਹੈ, ਘਰ ਲੈਣ ਦੇ ਲਈ ਚੰਗਾ ਖੇਤਰ ਕਿਹੜਾ, ਚੰਗੇ ਏਰੀਏ ਦੇ ਮਾਇਨੇ ਕੀ ਹੈ, ਰਹਿਣ ਦੇ ਲਈ ਚੰਗਾ ਖੇਤਰ ਕਿਹੜਾ। ਉਹ ਬੜੀ ਅਜੀਬ ਸਥਿਤੀ ਹੈ ਕਿ ਅਸੀਂ ਗੂਗਲ ਦੇ ਉੱਤੇ ਜਾ ਕੇ ਜਾਂ ਇੱਧਰੋਂ ਉੱਧਰੋਂ ਬਹੁਤ ਸਾਰੀਆਂ ਚੀਜ਼ਾਂ ਨੇ ਜਿੱਧਰਲੇ ਪਾਸੇ ਖੋਜ ਕੀਤੀ ਜਾ ਸਕਦੀਆਂ। ਮੇਰੀਆਂ ਲੋੜਾਂ ਕੁਛ ਹੋਰ ਹੋ ਸਕਦੀਆਂ, ਤੁਹਾਡੀਆਂ ਲੋੜਾਂ ਕੁਛ ਹੋਰ ਹੋ ਸਕਦੀਆਂ, ਤੁਹਾਡੇ ਸ਼ੌਕ ਵੱਖਰੇ ਹੋ ਸਕਦੇ, ਮੇਰੇ ਵੱਖਰੇ ਹੋ ਸਕਦੇ ਆ, ਪਰ ਅਸੀਂ ਲੱਭਣ ਖੋਜਣ ਤੋਂ ਗੁਰੇਜ਼ ਕਰਨ ਲੱਗ ਪਏ। ਸਾਨੂੰ ਸਾਰਾ ਕੁਝ ਆਸਾਨੀ ਨਾਲ ਚਾਹੀਦਾ, ਸਾਨੂੰ ਸਾਰਾ ਕੁਝ ਈਜ਼ੀ ਚਾਹੀਦਾ ਕਿ ਦੂਸਰਾ ਬੰਦਾ ਰਿਸਰਚ ਕਰ ਲਵੇ, ਦੂਸਰਾ ਬੰਦਾ ਕੰਮ ਕਰ ਲਵੇ। ਕਈ ਸੱਜਣ ਮਿਲੇ, ਇਸ ਮੁੱਦੇ ਬਾਰੇ ਦੱਸੋ ਜੀ, ਇਹ ਤੇ ਸਾਨੂੰ ਐਂ ਲੱਗਦਾ। ਮੈਂ ਕਿਹਾ ਜੀ ਕਾਹਦੇ ਤੇ ਕੀ ਲੱਗਦਾ, ਮਾੜਾ ਜਿਹਾ ਐਕਸਪਲੇਨ ਕਰੋ। ਨਹੀਂ ਤੁਹਾਨੂੰ ਪਤਾ ਹੀ ਆ। ਜਾਣੀ ਕਿ ਕਈ ਪਾਸੇ ਤਾਂ ਸਵਾਲ ਵੀ ਸਾਨੂੰ ਚੰਗੀ ਤਰ੍ਹਾਂ ਨਹੀਂ ਪਤਾ ਹੁੰਦਾ, ਅਸੀਂ ਉੱਤਰ ਤਾਂ ਉਹਦਾ ਜਿਹੜਾ ਜਵਾਬ ਤਾਂ ਜਿਹੜਾ ਉਹਦਾ ਕੀ ਥੋੜ੍ਹਾ ਬਹੁਤ ਭਾਲਣ ਖੋਜਣ ਦੀ ਕੋਸ਼ਿਸ਼ ਕਰਨੀ ਆ। ਤੁਸੀਂ ਇੱਕ ਦੇਖੋ ਸੰਧਾਲੀਆ ਸਾਹਿਬ, ਜੋ ਹਾਲਾਤ ਪੈਦਾ ਹੋਏ ਨੇ ਉਹਨਾਂ ਹਾਲਾਤਾਂ ਦੇ ਵਿੱਚ ਕਈ ਬੰਦਿਆਂ ਨੇ ਇੱਥੇ ਸਵਾਲ ਕੀਤਾ ਜੀ ਰਹਿਣ ਦੇ ਲਈ ਕੈਨੇਡਾ ਚੰਗਾ, ਇੰਡੀਆ ਚੰਗਾ ਕਿ ਆਸਟ੍ਰੇਲੀਆ ਚੰਗਾ। ਹੁਣ ਪਹਿਲਾਂ ਤਾਂ ਕੰਪੈਰੀਜ਼ਨ ਇਹ ਹੁੰਦਾ ਸੀ ਨਾ, ਇੱਕ ਪਿੱਛੇ ਜਿਹਾ ਰੌਲਾ ਪੈਂਦਾ ਸੀ ਜੀ ਜਿਹੜੇ ਬੰਦੇ ਪੰਜਾਬ ਤੋਂ ਵਿਦੇਸ਼ਾਂ ਦੇ ਵਿੱਚ ਗਏ ਆ ਆਖਿਰਕਾਰ ਉਹਨਾਂ ਨੂੰ ਪੰਜਾਬ ਮੁੜਨਾ ਪੈਣਾ, ਪੰਜਾਬ ਦਾ ਪਿੰਡ ਸਤਾਉਂਦਾ ਵੀ ਹੈ ਤੁਹਾਨੂੰ, ਆਪਣਾ ਘਰ, ਆਪਣੀਆਂ ਗਲੀਆਂ, ਆਪਣੀਆਂ ਵੀਹਾਂ, ਸਾਰਾ ਕੁਝ ਤੁਹਾਨੂੰ ਤੰਗ ਕਰਦੀਆਂ ਕਿ ਭਾਈ ਆਪਾਂ ਉੱਥੇ ਜਾ ਕੇ ਰਹੀਏ ਪੁਰਾਣੇ ਮਾਹੌਲ ਦੇ ਵਿੱਚ। ਉਹ ਇੱਕ ਕੰਪੈਰੀਜ਼ਨ ਹੁੰਦਾ ਸੀ। ਹੁਣ ਪ੍ਰਵਾਸ ਦੇ ਵਿੱਚ ਵੀ ਕੰਪੈਰੀਜ਼ਨ ਹੋਣ ਲੱਗ ਪਿਆ ਕਿ ਆਸਟ੍ਰੇਲੀਆ ਦੇ ਵਿੱਚ ਰਹਿਣਾ ਚੰਗਾ ਕਿ ਕੈਨੇਡਾ ਦੇ ਵਿੱਚ ਚੰਗਾ।
ਆਸਟ੍ਰੇਲੀਆ ਦੇ ਵਿੱਚ ਤਨਖਾਹਾਂ ਵੱਧ ਕਿ ਕੈਨੇਡਾ ਦੇ ਵਿੱਚ ਵੱਧ? ਆਸਟ੍ਰੇਲੀਆ ਦੇ ਵਿੱਚ ਘਰਾਂ ਦੀਆਂ ਕੀਮਤਾਂ ਠੀਕ ਕਿ ਕੈਨੇਡਾ 'ਚ ਠੀਕ? ਸੰਧਾਲੀਆ ਸਾਹਿਬ, ਮੇਰਾ ਤਾਂ ਸਾਰਿਆਂ ਨੂੰ ਇੱਕ ਮੋਟਾ ਜਿਹਾ ਜਵਾਬ ਹੁੰਦਾ ਕਿ ਤੁਸੀਂ ਚਾਹੇ ਪੰਜਾਬ 'ਚੋਂ, ਚਾਹੇ ਕੈਨੇਡਾ 'ਚੋਂ, ਚਾਹੇ ਅਮਰੀਕਾ, ਆਸਟ੍ਰੇਲੀਆ 'ਚ, ਚਾਹੇ ਸ਼੍ਰੀਲੰਕਾ 'ਚ, ਸਾਨੂੰ ਰਹਿਣਾ ਆਉਣਾ ਚਾਹੀਦਾ। ਸਭ ਤੋਂ ਵੱਡੀ ਗੱਲ ਹੈ ਕਿ ਅਸੀਂ ਕਿੱਦਾਂ ਰਹਿਣਾ ਸਾਨੂੰ ਪਤਾ ਹੋਣਾ ਚਾਹੀਦਾ। ਜੇ ਅਸੀਂ ਘਰਾਂ ਦੇ ਵਿੱਚ ਸਿਆਪੇ ਪਾ ਕੇ ਰੱਖਣੇ ਆ, ਜੇ ਅਸੀਂ ਆਪਸ ਵਿੱਚ ਹੀ ਲੜਦੇ ਰਹਿਣਾ, ਜੇ ਅਸੀਂ ਆਂਢੀਆਂ ਗੁਆਂਢੀਆਂ ਦੇ ਵਿੱਚੋਂ ਮੀਨ ਮੇਖ ਹੀ ਕੱਢੀ ਜਾਣੀ ਹੈ, ਜੇ ਅਸੀਂ ਰਿਸ਼ਤੇਦਾਰੀਆਂ ਦੇ ਵਿੱਚ ਸਿੰਘ ਫਸਾ ਕੇ ਰੱਖਣੇ ਆ, ਜੇ ਸਾਨੂੰ ਇਹੀ ਨਹੀਂ ਸਮਝ ਆਉਂਦੀ ਕਿ ਅਸੀਂ ਆਪਦੇ ਬੱਚੇ ਪਾਲਣੇ ਕਿੱਦਾਂ ਹੈ, ਉਹਨਾਂ ਨੂੰ ਕਿੱਧਰਲੇ ਪਾਸੇ ਲੈ ਕੇ ਜਾਣਾ ਹੈ, ਉਹਨਾਂ ਨੂੰ ਕਿਹੜੀ ਕਿਹੜੀ ਐਕਟੀਵਿਟੀ ਕਰਾਉਣੀ ਹੈ, ਜੇ ਸਾਨੂੰ ਇਹੀ ਨਹੀਂ ਪਤਾ ਕਿ ਸਾਡਾ ਸ਼ੌਂਕ ਕਿਹੜਾ ਹੈ, ਮੈਨੂੰ ਸੰਤੁਸ਼ਟੀ ਕਾਹਦੇ 'ਚ ਮਿਲਦੀ ਹੈ, ਫਿਰ ਤੁਸੀਂ ਚਾਹੇ ਆਸਟ੍ਰੇਲੀਆ 'ਚ, ਚਾਹੇ ਕੈਨੇਡਾ 'ਚ, ਚਾਹੇ ਪੰਜਾਬ 'ਚ, ਤੇ ਚਾਹੇ ਤੁਸੀਂ ਘਾਨਾ 'ਚ, ਫਿਰ ਤਾਂ ਕੋਈ ਤੁਸੀਂ ਜਿੱਥੇ ਮਰਜ਼ੀ ਚਲੇ ਜਾਓ, ਤੁਹਾਡੇ ਕੋਲੇ $2000 ਮਹੀਨੇ ਦਾ ਆਉਂਦਾ, 2000 ਰੁਪਈਆ ਆਉਂਦਾ ਕਿ $2 ਲੱਖ ਜਾਂ 2 ਲੱਖ ਰੁਪਈਆ ਆਉਂਦਾ, ਮਾਇਨੇ ਨਹੀਂ ਰਖਾਉਂਦਾ। ਜੇ ਦਿਮਾਗ ਦੇ ਵਿੱਚੋਂ ਹੀ ਨਹੀਂ ਕੂੜਾ ਕੱਢਣਾ, ਜੇ ਸਾਨੂੰ ਇਹੀ ਸਭ ਤੋਂ ਪਹਿਲਾਂ ਸਮਝ ਨਹੀਂ ਆਉਂਦੀ ਕਿ ਭਾਈ ਅਸੀਂ ਰਹਿਣਾ ਕਿੱਦਾਂ ਆ, ਕਿੱਥੇ ਰਹਿਣਾ, ਕਿੰਨੀ ਤਨਖਾਹ ਮਿਲਦੀ ਹੈ, ਮਾਇਨਾ ਨਹੀਂ ਰਖਾਉਂਦੀ, ਖਰਚਣੀ ਕਿੱਥੇ ਹੈ, ਪ੍ਰਾਇਓਰਟੀ ਕੀ ਹੈ, ਤਰਜੀਹ ਕੀ ਹੈ, ਤੇ ਜੇ ਸੰਧਾਲੀਆ ਸਾਹਿਬ ਰਹਿਣਾ ਨਹੀਂ ਆਉਂਦਾ, ਫੇਰ ਨਹੀਂ ਸੂਤਰ ਆਉਣਾ ਕਿਸੇ ਪਾਸੇ ਵੀ। ਫਿਰ ਆਪਾਂ ਇੱਥੋਂ ਭੱਜ ਕੇ ਉੱਥੇ ਗਏ, ਉੱਥੋਂ ਭੱਜ ਕੇ ਉੱਧਰ ਗਏ। ਸਭ ਤੋਂ ਪਹਿਲਾਂ ਤਾਂ ਆਪਣੇ ਆਪ ਦੇ ਨਾਲ ਗੱਲਾਂ ਬਾਤਾਂ ਕਰਕੇ ਆਪਣੇ ਆਪ ਨੂੰ ਕਲੀਅਰ ਕਰਨਾ ਬੜਾ ਜ਼ਰੂਰੀ ਹੈ। ਇਹ ਗੱਲ ਤੁਸੀਂ ਬਿਲਕੁਲ ਸਹੀ, ਮੈਨੂੰ ਲੱਗਦਾ ਵੀ ਨਿਚੋੜ ਕੱਢਤਾ। ਹੁਣ ਮੈਨੂੰ ਲੱਗਦਾ ਵੀ ਜਿੱਦਾਂ ਨਿਚੋੜ ਕੱਢੇ ਦੇ ਥੱਲੇ ਜੇ ਮੈਂ ਲੀਕ ਮਾਰਦਾ ਨਾ, ਅੰਡਰਲਾਈਨ ਕਰਦਾ, ਤੇ ਇੱਕ ਨਿੱਕੀ ਜਿਹੀ ਗੱਲ ਦੀ ਉਦਾਹਰਨ ਦੇ ਦਿੰਦਾ, ਉਸ ਤੋਂ ਬਾਅਦ ਹੋ ਸਕਦਾ ਵੀ ਲੋਕ ਸਮਝਣ ਵਾਲੇ ਸਮਝ ਜਾਣ, ਆਪਾਂ ਖਬਰਾਂ ਵਾਲੇ ਪਾਸੇ ਤੁਰ ਪਾਂਗੇ। ਉਦਾਹਰਨ ਇਹ ਆ ਵੀ ਕਿਸੇ ਵੇਲੇ ਰੋਟੀ ਖਾਣ ਬਈਏ ਤੇ ਕਿਸੇ ਨੂੰ ਰੋਟੀ ਦੇ ਨਾਲ ਪਿਆਜ਼ ਖਾਣਾ ਚੰਗਾ ਲੱਗਦਾ, ਕਿਸੇ ਨੂੰ ਹਰੀ ਮਿਰਚ ਚੰਗੀ ਲੱਗਦੀ ਹੈ, ਕਿਸੇ ਨੂੰ ਅਚਾਰ ਖਾਣਾ ਚੰਗਾ ਲੱਗਦਾ, ਕਿਸੇ ਨੂੰ ਹੋ ਸਕਦਾ ਵੀ ਦਾਲ ਸਬਜ਼ੀ 'ਚੋਂ ਵੀ ਦਾਲ ਕਾਲੀ ਚੰਗੀ ਲੱਗਦੀ ਹੋਵੇ, ਕਿਸੇ ਨੂੰ ਪੀਲੀ ਲੱਗਦੀ ਹੋ ਸਕਦੀ, ਕੋਈ ਭੜਥੇ ਦਾ ਸ਼ੌਕੀਨ ਹੋ ਸਕਦਾ, ਕੋਈ ਕੜੀ ਵਾਲਾ ਹੋ ਸਕਦਾ। ਹੁਣ ਜੇ ਖਾਣ ਪੀਣ ਦੀਆਂ ਵੰਨਗੀਆਂ ਜਿਹੜੀਆਂ ਕਿ ਆਪਣੇ ਲਗਭਗ ਹਰੇਕ ਘਰ 'ਚ ਬਣਦੀਆਂ, ਤੇ ਆਪਾਂ ਕਹਿੰਦੇ ਵੀ ਆ ਵੀ ਇਹ ਸਾਡਾ ਸੱਭਿਆਚਾਰ ਤੇ ਸਾਡਾ ਇਹ ਖਾਣਾ ਦਾਣਾ, ਉਹਦੇ 'ਚ ਵੀ ਆਪਣੀ ਆਪਣੀ ਪਸੰਦ ਆ, ਤੇ ਫਿਰ ਆਪਾਂ ਰਹਿਣ ਸਹਿਣ ਦੇ ਹਿਸਾਬ ਨਾਲ ਪੂਰੀ ਦੀ ਪੂਰੀ ਕੌਮ ਜਾਂ ਪੂਰੇ ਦੇ ਪੂਰੇ ਇੱਕ ਖਿੱਤੇ ਨੂੰ ਕਹਿ ਦਈਏ ਵੀ ਇੱਥੇ ਨਹੀਂ, ਹੁਣ ਇੱਥੇ ਆਹ ਸਾਰਾ ਕੁਝ ਵਧੀਆ ਹੋ ਗਿਆ, ਇਹ ਪੋਸੀਬਲ ਨਹੀਂ ਹੈ। ਹਰੇਕ ਬੰਦੇ ਦੀਆਂ ਆਪਣੀਆਂ ਨਿੱਜੀ ਲੋੜਾਂ ਨੇ, ਆਪਣੇ ਨਿੱਜੀ ਸ਼ੌਕ ਨੇ, ਆਪਣੀ ਨਿੱਜੀ ਸੋਚ ਆ, ਤੇ ਆਪਣੇ ਨਿੱਜੀ ਹਾਲਾਤ ਨੇ। ਉਹਨਾਂ ਹਾਲਾਤਾਂ ਦੇ ਹਿਸਾਬ ਨਾਲ ਉਹਨੇ ਕੈਲਕੂਲੇਟ ਕਰਨਾ ਵੀ ਉਹਨੂੰ ਕਿੱਥੇ ਜੇ ਫਿੱਟ ਬੈਠਦੀ ਹੈ ਕਹਾਣੀ, ਜਿੱਥੇ ਫਿੱਟ ਬੈਠਦੀ ਉੱਥੇ ਉਹ ਜੀ ਸਦਕੇ ਜਾਵੇ। ਆਪਾਂ ਹੁਣ ਖਬਰਾਂ ਵਾਲੇ ਪਾਸੇ ਮੁੜੀਏ ਜੀ। ਬਿਲਕੁਲ ਸੰਧਾਲੀਆ ਸਾਹਿਬ, ਮੁੜਨਾ ਪੈਣਾ, ਤੇ ਆਪਾਂ ਸਭ ਤੋਂ ਪਹਿਲਾਂ ਫਿਰ ਉਸੇ ਪਾਸੇ ਚੱਲਦੇ ਹਾਂ ਜੀ, ਆਪਣੇ ਸੁਭਾਅ ਵਾਲੇ ਪਾਸੇ। ਹੁਣ ਸਾਡੇ ਕੋਲੇ ਪੈਸੇ ਹੁੰਦੇ ਆ, ਅਸੀਂ ਪੈਸਿਆਂ ਦੇ ਨਾਲ ਟਿਕਟ ਖਰੀਦ ਸਕਦੇ ਹਾਂ। ਮੈਂ ਪਿਛਲੀ ਗੱਲ ਦੇ ਨਾਲ ਹੀ ਜੋੜਨੀ ਆ ਕਿ ਅਸੀਂ ਰਹਿਣਾ ਕਿੱਦਾਂ ਆ, ਦੂਸਰਿਆਂ ਦੇ ਪ੍ਰਤੀ ਸਾਡਾ ਨਜ਼ਰੀਆ ਕੀ ਹੋਊਗਾ। ਬਹੁਤ ਸਾਰੇ ਲੋਕ ਆ ਜਿਹੜੇ ਜਹਾਜ਼ ਦੇ ਵਿੱਚ ਝੂਟਾ ਲੈਣਾ ਲੋਚਦੇ ਆ ਕਿ ਭਾਈ ਕਿਤੇ ਇੱਕ ਦੇਸ਼ ਤੋਂ ਦੂਸਰੇ ਦੇਸ਼ ਚੱਲੀਏ, ਵਧੀਆ ਹੋਵੇ। ਪਰ ਜੇ ਸਾਡੇ ਕੋਲੇ ਪੈਸੇ ਵੀ ਹੋਣ, ਸਾਡੇ ਕੋਲੇ ਵੀਜ਼ਾ ਵੀ ਹੋਵੇ, ਅਸੀਂ ਜਹਾਜ਼ ਦੇ ਵਿੱਚ ਬੈਠ ਕੇ ਸਫ਼ਰ ਕਰ ਵੀ ਸਕਦੇ ਹੋਈਏ, ਤਾਂ ਉੱਥੇ ਵੀ ਸਾਡੇ ਸੁਭਾਅ, ਸਾਡੀ ਸਿੱਖਿਆ, ਸਾਡੀ ਸੋਚ ਅਸਰ ਬਹੁਤ ਪਾਉਂਦੀ ਹੈ। ਆ ਪਿਛਲੇ ਦਿਨਾਂ ਦੇ ਵਿੱਚ ਕਈ ਖਬਰਾਂ ਆਈਆਂ ਸੀ ਕਿ ਜਿਹੜੇ ਕਰੂ ਮੈਂਬਰ ਨੇ ਜਹਾਜ਼ ਦੇ ਵਿੱਚ, ਜਿਹੜੇ ਕਰਮਚਾਰੀ ਕੰਮ ਕਰਦੇ ਆ, ਉਹਨਾਂ ਦੇ ਨਾਲ ਅਸੀਂ ਝਗੜਨ ਲੱਗ ਪਏ। ਕੁਝ ਕੁ ਲੋਕਾਂ ਦਾ ਸੁਭਾਅ ਇਦਾਂ ਦਾ ਅਥਰਾ ਜਿਹਾ ਹੋ ਜਾਂਦਾ ਕਿ ਉਹਨਾਂ ਦੇ ਨਾਲ ਠੀਕ ਵਿਹਾਰ ਨਹੀਂ ਕਰਦੇ। ਹੁਣ ਇੱਕ ਹੋਰ ਜਹਾਜ਼ ਦਿੱਲੀ ਤੋਂ ਲੰਡਨ ਦੇ ਲਈ ਉੜਿਆ, ਉਹਦੇ ਵਿੱਚ ਵੀ ਯਾਤਰੀ ਬਹੁਤ ਸਾਰੇ ਬੈਠੇ ਸੀ। 99% ਯਾਤਰੀ ਬੜੇ ਵਧੀਆ ਜਹਾਜ਼ ਦੇ ਕਰਮਚਾਰੀਆਂ ਦੇ ਨਾਲ ਵਧੀਆ ਵਿਹਾਰ ਕਰਦੇ ਆ। ਜੇ ਕਿਸੇ ਨੂੰ ਕੋਈ ਇਤਰਾਜ਼ ਵੀ ਹੋਵੇ ਤਾਂ ਉਹਦੀ ਇੱਕ ਪ੍ਰਕਿਰਿਆ ਹੁੰਦੀ ਹੈ, ਉਹ ਇਤਰਾਜ਼ ਦਰਜ ਕਰਾਉਣ ਦੀ। ਪਰ ਵਿੱਚੋਂ ਇੱਕ ਯਾਤਰੀ ਦੇ ਉੱਤੇ ਦੋਸ਼ ਲਾਇਆ ਕਰੂ ਮੈਂਬਰਾਂ ਨੇ, 에ਅਰ ਹੋਸਟਸ ਬੀਬੀਆਂ ਨੇ, ਜਹਾਜ਼ ਦੇ ਹੋਰ ਅਮਲੇ ਫੈਲੇ ਨੇ ਕਿ ਜਿੱਦਾਂ ਹੀ ਦਿੱਲੀ ਦੇ ਹਵਾਈ ਅੱਡੇ ਤੋਂ ਇਸ ਜਹਾਜ਼ ਨੇ ਟੇਕ ਆਫ ਕੀਤਾ, ਜ਼ਮੀਨ ਤੋਂ ਹਵਾ ਦੇ ਵਿੱਚ ਉੜਿਆ, ਤੇ ਬੜੀ ਛੇਤੀ ਉਹ ਕਹਿੰਦੇ ਜੀ ਸਾਡੇ ਨਾਲ ਇਹ ਝਗੜਨ ਲੱਗ ਪਿਆ। ਕਿਉਂਕਿ ਕੁਝ ਕੁ ਹਦਾਇਤਾਂ ਹੁੰਦੀਆਂ ਕਿ ਭਾਈ ਤੁਸੀਂ ਕਦੋਂ ਤੱਕ ਬੈਲਟ ਲਾ ਕੇ ਰੱਖਣੀ ਹੈ, ਕਦੋਂ ਤੱਕ ਤੁਸੀਂ ਵਾਸ਼ਰੂਮ ਯੂਜ਼ ਨਹੀਂ ਕਰ ਸਕਦੇ, ਕਦੋਂ ਆਪਾਂ ਆਹ ਕੰਮ ਕਰ ਸਕਦੇ ਆ, ਕਦੋਂ ਨਹੀਂ ਕਰ ਸਕਦੇ। ਕਿਉਂਕਿ ਤੁਸੀਂ ਦੇਖੋ ਨਾ ਕਿ ਇੱਕ ਯੰਤਰ ਹੈ, ਉਹਦੇ ਵਿੱਚ ਬਹੁਤ ਸਾਰੇ ਲੋਕ ਬੈਠੇ ਹੋਏ ਨੇ, ਉਹਨੂੰ ਇੱਕ ਵਿਸ਼ੇਸ਼ ਪ੍ਰਕਿਰਿਆ ਦੇ ਨਾਲ ਪਹਿਲਾਂ ਜ਼ਮੀਨ ਦੇ ਉੱਤੇ ਦੜਾ ਕੇ ਫਿਰ ਉਹਨੂੰ ਹਵਾ ਦੇ ਵਿੱਚ ਉਡਾਉਣਾ, ਤੇ ਉਹਦੇ ਕੁਝ ਪ੍ਰੋਟੋਕਾਲ ਤਾਂ ਹੋਣਗੇ। ਤੇ ਉਹ ਸੰਧਾਲੀਆ ਸਾਹਿਬ ਫਿਰ ਸੁਭਾਅ ਹੋਊਗਾ। ਉਹ ਬੰਦਾ ਝਗੜਨ ਲੱਗ ਪਿਆ, ਪਹਿਲਾਂ ਬਹਿਸ ਕੀਤੀ, ਫਿਰ ਹੱਥੋਂ ਪਾਈ ਤੇ ਆਇਆ। 2 ਕਰੂ ਮੈਂਬਰ ਜ਼ਖਮੀ ਹੋ ਗਏ, ਤੇ ਜਹਾਜ਼ ਉਦੋਂ ਤੱਕ ਭਾਰਤ ਤੋਂ ਉੜ ਕੇ ਪਾਕਿਸਤਾਨ ਦੇ, ਅਫਗਾਨਿਸਤਾਨ ਦੇ ਕੋਲੇ ਪਿਸ਼ਾਵਰ ਵਾਲੇ ਪਾਸੇ ਪਹੁੰਚ ਚੁੱਕਾ ਸੀ, ਆਪਣੇ ਦੇਸ਼ ਦਾ ਬਾਰਡਰ ਪਾਰ ਕਰ ਚੁੱਕਿਆ ਸੀ। ਪਰ ਜਦੋਂ ਉਹ ਬੰਦਾ ਬਹੁਤਾ ਝਗੜਨ ਲੱਗ ਪਿਆ, ਤੇ ਫਲਾਈਟ ਤਾਂ ਲੰਬੀ ਸੀ, ਕਈ ਘੰਟੇ ਲੰਬੀ ਚੱਲਣੀ ਸੀ, ਤੇ ਜਦੋਂ ਉਹਨਾਂ ਨੇ ਦੇਖਿਆ ਕਿ ਸਥਿਤੀ ਕੰਟਰੋਲ ਤੋਂ ਬਾਹਰ ਹੁੰਦੀ, ਉਹ ਜਹਾਜ਼ ਮੁੜ ਕੇ ਲਏ ਇੱਕ ਬੰਦੇ ਦੀ ਗਲਤੀ ਦੇ ਕਰਕੇ। ਉਸ ਤੋਂ ਬਾਅਦ ਪਰਚਾ ਦਰਜ ਹੋਇਆ, ਪਰਚਾ ਦਰਜ ਕਰਕੇ ਉਹਨੂੰ ਫਿਰ ਪੁੱਛਗਿੱਛ ਦੇ ਲਈ ਹਿਰਾਸਤ ਵਿੱਚ ਲਿਆ ਗਿਆ। ਕਹਿਣ ਦਾ ਭਾਵ ਹੈ ਕਿ ਇੱਕ ਤੋਂ ਬਾਅਦ ਇੱਕ ਘਟਨਾਵਾਂ ਘਟੀਆਂ, ਫਿਰ
ਏਅਰਲਾਈਨ ਨੇ ਮਾਫੀ ਮੰਗੀ ਬਾਕੀ ਯਾਤਰੀਆਂ ਤੋਂ ਕਿ ਭਾਈ ਤੁਹਾਡਾ ਕਸੂਰ ਕੋਈ ਨਹੀਂ, ਪਰ ਸਥਿਤੀ ਸਾਡੇ ਕੰਟਰੋਲ ਤੋਂ ਬਾਹਰ ਹੋਈ, ਤੁਹਾਡਾ ਥੋੜਾ ਜਿਹਾ ਸਮਾਂ ਖਰਾਬ ਹੋਇਆ, ਉਹਦੇ ਲਈ ਅਸੀਂ ਮਾਫੀ ਮੰਗਦੇ ਹਾਂ, ਥੋੜੇ ਮਿੰਟ ਹੋਰ ਦਿਓ, ਜਹਾਜ਼ ਆਪਾਂ ਦੁਬਾਰਾ ਉਡਾਉਣੇ ਆ। ਹੁਣ ਸੰਧਾਲੀਆ ਸਾਹਿਬ ਕੈਸੀ ਗੱਲ ਹੈ, ਜੇ ਮੰਨ ਲਓ ਕਿ ਕੋਈ ਕਮੀ ਪੇਸ਼ੀ ਵੀ ਹੈ, ਕਿਸੇ ਤਰ੍ਹਾਂ ਦੀ ਕੋਈ ਗੱਲ ਹੈ, ਕਿਸੇ ਨੇ ਕੋਈ ਮਾੜਾ ਚੰਗਾ ਵੀ ਮੈਂ ਕਹਿੰਦਾ ਕਹਿ ਦਿੱਤਾ, ਕੋਈ ਠੀਕ ਵਿਹਾਰ ਵੀ ਕਿਸੇ ਨੇ ਨਹੀਂ ਕੀਤਾ, ਪਰ ਅਸੀਂ ਲੜਨ ਝਗੜਨ ਤੱਕ ਆ ਸਕਦੇ ਹਾਂ, ਅਸੀਂ ਗਾਲਾਂ ਕੱਢਣ ਤੱਕ ਆ ਸਕਦੇ ਹਾਂ, ਅਸੀਂ ਕੁੱਟਮਾਰ ਤੱਕ ਆ ਸਕਦੇ ਹਾਂ। ਇਹਦਾ ਮਤਲਬ ਹੈ ਕਿ ਪੈਸੇ ਭਾਵੇਂ ਹੋਣਗੇ, ਪਰ ਹਰ ਬੰਦਾ ਪੈਸੇ ਹੋਣ ਦੇ ਬਾਵਜੂਦ ਵੀ ਕਈ ਤਰ੍ਹਾਂ ਦੀਆਂ ਸਹੂਲਤਾਂ ਦਾ ਹੱਕਦਾਰ ਨਹੀਂ ਹੁੰਦਾ। ਗੱਲ ਇਹ ਹੈ ਨਾ ਵਾਟ ਸਾਹਿਬ ਕਿ ਵੀ ਜਦੋਂ ਬੰਦਾ ਹੁਣ, ਕਿਉਂਕਿ ਜਹਾਜ਼ ਦੀ ਟਿਕਟ ਕਿਹੜਾ ਵੀ ਸਸਤੀ ਹੈ, ਜਦੋਂ ਬੰਦੇ ਨੇ ਲੱਖਾਂ ਰੁਪਈਆ ਭਰਿਆ ਹੁੰਦਾ ਤੇ ਫਿਰ ਉਹਨੂੰ ਐਂ ਲੱਗਦਾ ਵੀ ਜਿੱਦਾਂ ਹੁਣ ਇੰਨੇ ਪੈਸੇ ਦੇ ਕੇ ਮੈਂ ਜਹਾਜ਼ ਵੀ ਖਰੀਦ ਲਿਆ ਤੇ ਜਹਾਜ਼ ਦੇ ਵਿੱਚ ਆ ਸੌਦਾ ਪੱਤਾ ਜਿਹੜਾ ਛਕਣ ਛਕਾਉਣ ਵਾਲਾ ਇਹ ਵੀ ਬਸ ਇੱਕ ਅਧਿਕਾਰ ਮੇਰਾ ਹੀ ਆ, ਤੇ ਆ ਜਿਹੜੀਆਂ ਕੰਮ ਕਰਦੀਆਂ ਬੀਬੀਆਂ ਕਰਮਚਾਰੀ ਨੇ ਇਹ ਵੀ ਬਸ ਜਿੱਦਾਂ ਇੱਦਾਂ ਬਿਹੇਵ ਕਰਨ ਵੀ ਅਸੀਂ ਤੇਰੇ ਬਸ ਨਿੱਜੀ ਨੌਕਰ ਆ। ਉਹ ਜਦੋਂ ਬੰਦਾ ਇਹੋ ਜਿਹੀ ਫੀਲਿੰਗ ਲੈ ਜਾਏ ਫਿਰ ਉਹਦਾ ਇਲਾਜ ਕੋਈ ਹੁੰਦਾ ਨਹੀਂ ਹੋਰ। ਹੁਣ ਇਹ ਗੱਲ ਤੁਹਾਡੀ ਠੀਕ ਹੈ ਵੀ ਉਹ ਹਰ ਥਾਂ ਦੇ ਉੱਪਰ ਆਪਾਂ ਨੂੰ ਰਹਿਣਾ ਵਿਚਰਨਾ ਸਿੱਖਣਾ ਪਊਗਾ ਵੀ ਕਿੱਥੇ ਸਾਡਾ ਕੀ ਅਧਿਕਾਰ ਹੈ। ਜੇ ਮੰਨ ਲਓ ਕੋਈ ਪਰੇਸ਼ਾਨੀ ਵੀ ਆ ਤੇ ਉਹਦਾ ਜੇ ਸਹੀ ਢੰਗ ਨਾਲ ਅਗਲੇ ਨੂੰ ਤੁਸੀਂ ਕਹਿ ਦਿਓ ਤੇ ਹੋ ਸਕਦਾ ਵੀ ਅਗਲੇ ਤੁਹਾਡੀ ਉਹ ਜਿਹੜੀ ਵੀ ਕੋਈ ਖਾਹਿਸ਼ ਹੋਵੇ ਪੂਰੀ ਵੀ ਕਰ ਦੇਣ, ਹੋ ਸਕਦਾ 5 ਮਿੰਟ ਰੋਕ ਕੇ ਕਰ ਦੇਣ। ਪਰ ਜਦੋਂ ਆਪਾਂ ਇਹ ਆਨੇ ਵੀ ਮੈਂ ਚੀਜ਼ ਬੜੀਆਂ, ਮੈਂ ਸ਼ੈ ਬੜੀਆਂ, ਤੈਨੂੰ ਪਤਾ ਨਹੀਂ ਮੈਂ ਕੌਣ ਨਾ, ਤੇ ਚੰਗਾ ਕੀਤਾ ਮੈਂ ਨਾ ਅਗਲਿਆਂ ਦਾ ਥੋੜਾ ਜਿਹਾ ਤੇਲ ਵੱਧ ਲੱਗ ਗਿਆ ਹੋਊਗਾ, ਉਹਨਾਂ ਮੋੜ ਕੇ ਲਿਆਣ ਕੇ ਹੁਣ ਉੱਥੇ ਪੁਲਿਸ ਵਾਲਿਆਂ ਨੂੰ ਜਮ੍ਹਾਂ ਕਰਾਤਾ ਵੀ ਇਹਨਾਂ ਨੂੰ ਹੁਣ ਤੂੰ ਦੱਸੀ ਜਾ, ਨਾਲੇ ਤੈਨੂੰ ਇਹ ਦੱਸਣਗੇ ਵੀ ਤੇਰੀ ਕਿਹੜੀ ਸੇਵਾ ਇਹਨਾਂ ਨੇ ਕਰਨੀ ਆ, ਤੂੰ ਕਿਹੋ ਜਿਹੀ ਸੇਵਾ ਇਹਨਾਂ ਕੋਲੋਂ ਕਰਾਉਣੀ ਆ। ਸੋ ਆਪਾਂ ਤਾਂ ਇਹੀ ਬੇਨਤੀ ਕਰਦੇ ਹਾਂ ਵੀ ਜੇ ਮੰਨ ਲਓ ਵੀ ਆਪਾਂ ਹੁਣ ਵਧੇਰੇ ਅੱਗੇ ਨਾਲੋਂ ਆਰਥਿਕ ਪੱਖੋਂ ਸੈੱਟ ਹੋ ਗਏ ਆ, ਵਧੇਰੇ ਜਹਾਜ਼ਾਂ ਦੇ ਵਿੱਚ ਸਫ਼ਰ ਕਰਨ ਲੱਗ ਪਏ ਆ, ਆਉਣ ਜਾਣ ਬਣ ਗਿਆ, ਤੇ ਥੋੜ੍ਹਾ ਥੋੜ੍ਹਾ ਸੁਭਾਅ ਆਪਾਂ ਉਹ ਜਿਹੜਾ ਆਟੋ ਰਿਕਸ਼ਾ ਜਾਂ ਮਿੰਨੀ ਬੱਸ 'ਤੇ ਸੀਟ 'ਤੇ ਲੜਨ ਵਾਲਾ ਜਿਹੜਾ ਨਾ ਉਹਨੂੰ ਬਦਲ ਕੇ ਜੇ ਜਹਾਜ਼ ਤੱਕ ਪਹੁੰਚ ਬਣੀ ਆ ਤੇ ਜਹਾਜ਼ 'ਚ ਬਹਿਣ ਦਾ ਸੁਭਾਅ ਵੀ ਹੌਲੀ ਹੌਲੀ ਮੈਨੂੰ ਲੱਗਦਾ ਬਣਾ ਲੈਣਾ ਚਾਹੀਦਾ। ਜੇ ਨਹੀਂ ਬਣਦਾ ਤੇ ਫਿਰ ਅਗਲੇ ਬਣਾ ਦਿੰਦੇ, ਫਰਕ ਤੇ ਕੋਈ ਪੈਂਦਾ ਨਹੀਂ ਹੋਣਾ, ਕਿਰਾਏ ਲਈ ਹੋਈ ਤੇ ਉਹਦੀ ਹੈ। ਨਹੀਂ ਸੰਧਾਲੀਆ ਸਾਹਿਬ, ਇਹ ਬਿਲਕੁਲ ਮੈਨੂੰ ਲੱਗਦਾ ਕਿ ਸਾਨੂੰ ਥੋੜ੍ਹਾ ਜਿਹਾ ਸੁਭਾਅ 'ਚ ਤਬਦੀਲੀ ਲਿਆਉਣੀ ਪਊਗੀ। ਜਿਹੜੇ ਲੋਕਾਂ ਦਾ ਵਿਦੇਸ਼ੀ ਲੋਕਾਂ ਦੇ ਨਾਲ, ਗੋਰਿਆਂ ਦੇ ਨਾਲ ਥੋੜ੍ਹਾ ਜਿਹਾ ਵਾਹ ਪਿਆ, ਮੈਂ ਨਹੀਂ ਕਹਿੰਦਾ ਕਿ ਸਾਰੇ ਬੰਦੇ ਕੋਈ ਮਾੜੇ ਹੁੰਦੇ ਜਾਂ ਚੰਗੇ, ਮੈਂ ਕਿਸੇ ਕੌਮ ਦੀ ਗੱਲ ਨਹੀਂ ਕਰਦਾ, ਪਰ ਇਹ ਗੱਲ ਸਿੱਖਣ ਨੂੰ ਤਾਂ ਕਿਤੇ ਨਾ ਕਿਤੇ ਮਿਲੀ ਹੈ ਨਾ। ਹੁਣ ਤੁਸੀਂ ਇਹ ਦੇਖੋ ਸੰਧਾਲੀਆ ਸਾਹਿਬ, ਸਾਡੀਆਂ ਮਜਬੂਰੀਆਂ ਹੋ ਸਕਦੀਆਂ, ਪਰ ਅਸੀਂ ਸੁਭਾਅ ਨੂੰ ਤਬਦੀਲ ਤਾਂ ਕਰ ਸਕਦੇ ਹਾਂ ਨਾ। ਹੁਣ ਆਪਾਂ ਇੱਥੇ ਕਤਾਰ 'ਚ ਖੜੇ ਹੁੰਦੇ ਆ, ਜੇ ਸਾਨੂੰ ਕੋਈ ਇੱਧਰ ਬੰਦਾ ਕਾਹਲੀ 'ਚ ਦੇਖਦਾ ਕਿ ਭਾਈ ਇਹ ਕਾਹਲੀ 'ਚ ਲੱਗਦਾ, ਉਹ ਸਾਨੂੰ ਰਾਹ ਦਿੰਦੇ ਆ। ਜੇ ਉਹਨਾਂ ਨੂੰ ਮਹਿਸੂਸ ਹੋਵੇ ਕਿ ਭਾਈ ਇਹ ਬੰਦਾ ਬਹੁਤੀ ਕਾਹਲੀ 'ਚ ਕਿਤੇ ਮਜਬੂਰ ਲੱਗਦਾ, ਉਹ ਕਹਿੰਦੇ ਜੀ ਕੋਈ ਨਹੀਂ ਸਾਡੇ ਮੂਹਰੇ ਲੱਗ ਜਾ। ਕੋਈ ਬੰਦਾ ਕਤਾਰ ਨਹੀਂ ਤੋੜਦਾ, ਕੋਈ ਔਰਤ ਬੱਚਿਆਂ ਵਾਲੀ ਹੋਵੇ ਉਹਨੂੰ ਮੂਹਰੇ ਜਾਣ ਦਿੰਦੇ ਆ, ਕੋਈ ਬਜ਼ੁਰਗ ਹੋਵੇ ਉਹਨੂੰ ਕਹਿੰਦੇ ਆ ਕੋਈ ਗੱਲ ਨਹੀਂ ਜੀ, ਕਿਸੇ ਨੇ ਰਾਹ ਪਾਰ ਕਰਨਾ ਹੋਵੇ ਅਗਲੇ ਗੱਡੀ ਰੋਕ ਲੈਂਦੇ ਆ ਕਿ ਪੈਦਲ ਯਾਤਰੀ ਪਹਿਲਾਂ ਰਾਹ ਪਾਰ ਕਰੇ, ਤਾਂ ਆਪਾਂ ਕਹਿੰਦੇ ਆ ਥੱਲੇ ਆਉਣਾ, ਉਹ ਦੀਦਾ ਨਹੀਂ। ਹੁਣ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ, ਹਾਂਜੀ ਤੁਸੀਂ ਵਾਰ ਸਾਹਿਬ ਕਤਾਰ ਦੀ ਗੱਲ ਕੀਤੀ, ਮੇਰੇ ਕੁਦਰਤੀ ਕਤਾਰ ਦਿਮਾਗ 'ਚ ਆ ਗਈ ਵੀ ਜਿਹੜੀ ਇੱਧਰ ਇਹ ਵਾਲੇ ਬੰਦੇ ਕਤਾਰ ਲਾਉਂਦੇ ਨੇ ਨਾ, ਉਹਨਾਂ ਨੇ ਇੱਕ ਉਹ ਰੱਖਿਆ ਹੁੰਦਾ ਵੀ ਇੰਨਾ ਕੁ ਬੰਦੇ ਦਾ ਇੱਕ ਨਿੱਜੀ ਖੇਤਰ ਵੀ ਹੈ ਵੀ ਤੁਸੀਂ ਉਹਦੇ ਕੋਲ ਨਹੀਂ ਆ ਸਕਦੇ, ਵੀ ਜੇ ਕਤਾਰ 'ਚ ਬੰਦੇ ਖੜੇ ਵੀ ਆ ਤੇ ਹੋ ਸਕਦਾ ਉਹਨਾਂ ਦੇ ਵਿੱਚ ਵੀ 2 ਫੁੱਟ ਦਾ ਫਾਸਲਾ ਹੋਵੇ, ਵੀ ਇੱਕ ਬੰਦਾ ਖੜਾ ਫਿਰ 2 ਫੁੱਟ ਤੇ ਬੰਦਾ ਖੜਾ, ਫਿਰ 2 ਫੁੱਟ ਤੇ ਬੰਦਾ ਖੜਾ, ਉਹਦੇ ਵਿੱਚ ਦੀ ਤੇ ਬੰਦਾ ਲੰਘ ਵੀ ਜਾਊ। ਤੇ ਜਿਹੜੀ ਆਪਣੇ ਵਾਲੇ ਕਤਾਰ ਲਾਉਂਦੇ ਆ ਵੀ ਇੱਕ ਬੰਦਾ ਫਸਿਆ ਤੇ ਉਹਨੂੰ ਐ ਬਿਲਕੁਲ ਸੈਂਡਵਿਚ ਵਾਂਗੂ ਜਿਸ ਤਰ੍ਹਾਂ ਬ੍ਰੈਡ ਦੇ ਵਿੱਚ ਪਨੀਰ ਦਿੱਤਾ ਹੁੰਦਾ ਇੱਦਾਂ ਕਰਕੇ ਰੱਖਦੇ, ਉਹਦੇ ਵਿੱਚ ਦੀ ਬੰਦਾ ਕਿੱਥੋਂ ਲੰਘ ਦਿੰਦੇ ਆਪਣੇ ਵਰਗੇ। ਨਹੀਂ ਗੱਲ ਠੀਕ ਹੈ, ਪਰ ਥੋੜ੍ਹਾ ਜਿਹਾ ਸੁਭਾਅ ਬਦਲ ਲਾਂਗੇ ਸੰਧਾਲੀਆ ਸਾਹਿਬ ਤਾਂ ਬਿਹਤਰ ਹੋਊਗਾ। ਤਲਖ ਕਲਾਮੀ ਥੋੜ੍ਹੀ ਜਿਹੀ ਮੁੱਕ ਜੂਗੀ, ਝਗੜੇ ਦਫ਼ਤਰ ਦੇ ਵਿੱਚ, ਕੰਮ ਵਾਲੀ ਥਾਂ ਤੇ, ਬਾਜ਼ਾਰ ਦੇ ਵਿੱਚ, ਗੱਡੀਆਂ ਸਕੂਟਰ ਮੋਟਰਸਾਈਕਲ ਚਲਾਉਂਦੇ ਸਮੇਂ, ਘਰਾਂ ਦੇ ਵਿੱਚੋਂ ਤਲਖੀਆਂ ਜਿਹੜੀਆਂ ਥੋੜ੍ਹੀਆਂ ਜਿਹੀਆਂ ਮੁੱਕ ਸਕਦੀਆਂ। ਗੱਲ ਕੁਛ ਨਹੀਂ, ਮਿੰਟ 2 2.5 3 ਦਾ ਹੀ ਫਰਕ ਪੈਂਦਾ ਹੁੰਦਾ। ਅਸੀਂ ਉਮੀਦ ਕਰਦੇ ਹਾਂ ਕਿ ਭਵਿੱਖ ਦੇ ਵਿੱਚ ਇਦਾਂ ਦੀ ਖਬਰ ਆਪਾਂ ਨੂੰ ਕਰਨੀ ਨਾ ਪਵੇ। ਚਲੋ ਆਸ ਕਰਦੇ ਹਾਂ ਜੀ ਵੀ ਅੱਗੇ ਤੋਂ ਆਪਾਂ ਥੋੜ੍ਹੇ ਜਿਹੇ ਹੋਰ ਸਿਆਣੇ ਬਣਾਂਗੇ। ਅਗਲੀ ਗੱਲ ਕਰੀਏ ਤੇ ਅੱਜ ਜਿਹੜਾ ਲੰਘਿਆ ਕੱਲ੍ਹ ਆਪਾਂ ਉਹਦੀ ਗੱਲ ਕਰਦੇ ਹਾਂ। ਪੂਰਾ ਦਿਨ ਇਸ ਚੀਜ਼ ਦੇ ਉੱਪਰ ਬੜਾ ਰੌਲਾ ਰੱਪਾ ਪਿਆ ਕਿ ਅਮਰਪਾਲ ਸਿੰਘ ਹੋਰਾਂ ਦੇ ਸਾਥੀ, ਅਮਰਪਾਲ ਸਿੰਘ ਵਾਰਸ ਪੰਜਾਬ ਦੇ ਜਥੇਬੰਦੀ ਵਾਲੇ, ਉਹਨਾਂ ਦੇ ਸਾਥੀ ਜਿਹੜੇ ਨਾਲ ਸੀ ਪਪਲਪ੍ਰੀਤ ਹੋਰੀ, ਜਿਹੜੇ ਕਿ 18 ਮਾਰਚ ਤੋਂ ਉਹ ਕਹਿੰਦੇ ਕਿ ਇਕੱਠੇ ਹੀ ਗਏ ਸੀ, ਉਸ ਤੋਂ ਬਾਅਦ 28 ਮਾਰਚ ਤੱਕ ਉਹ ਇਕੱਠੇ ਰਹੇ ਤੇ ਫਿਰ ਉਹ ਵੱਖੋ-ਵੱਖ ਹੋ ਗਏ। ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪਹਿਲਾਂ ਖਬਰ ਆਉਂਦੀ ਸ਼ਾਇਦ ਕੋਈ ਦਿੱਲੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ, ਫਿਰ ਕਹਿੰਦੇ ਜੀ ਨਹੀਂ ਇਸ ਤਰ੍ਹਾਂ ਨਹੀਂ ਹੈ, ਪੰਜਾਬ ਪੁਲਿਸ ਨੇ ਕੀਤਾ, ਹੁਸ਼ਿਆਰਪੁਰੋਂ ਕੀਤਾ। ਫਿਰ ਹੁਸ਼ਿਆਰਪੁਰ ਵਾਲੀ ਗੱਲ ਵੀ ਕਲੀਅਰ ਨਾ ਹੋਈ। ਅਖੀਰ ਤੇ ਜਦੋਂ ਆਈਜੀ ਗਿੱਲ ਸਾਹਿਬ ਨੇ ਆਣ ਕੇ ਪ੍ਰੈਸ ਕਾਨਫਰੰਸ ਕੀਤੀ, ਬੜੀ ਛੋਟੀ ਜਿਹੀ ਬਰੀਫ ਜੀ ਜਸਟ ਇਨਫੋਰਮੇਸ਼ਨ ਹੀ ਸਾਂਝੀ ਕੀਤੀ ਉਹਨਾਂ ਨੇ 3 ਭਾਸ਼ਾਵਾਂ ਦੇ ਵਿੱਚ। ਉਹਦੇ 'ਚ ਉਹਨਾਂ ਨੇ ਕਿਹਾ ਕਿ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਬੜਾ ਵਧੀਆ ਕੰਮ ਕੀਤਾ ਕਿ ਕੱਥੂ ਨੰਗਲ ਤੋਂ ਉਹਨਾਂ ਨੂੰ ਗ੍ਰਿਫਤਾਰ ਜਿਹੜਾ ਉਹ ਕੀਤਾ ਗਿਆ। NSA ਕਹਿੰਦੇ ਲੱਗ ਗਿਆ, ਨਾਲ 6 ਪਰਚੇ ਹੋਰ ਨੇ, ਉਹਨਾਂ ਦੀ ਵੱਖੋ ਵੱਖਰੀ ਜਾਂਚ ਹੋਊਗੀ। ਅਤੇ ਜਦੋਂ ਇਹ ਖਬਰ ਆਉਂਦੀ ਆ ਉਸ ਤੋਂ ਬਾਅਦ ਕਈ ਤਰ੍ਹਾਂ ਦਾ ਰੌਲਾ ਰੱਪਾ ਅਤੇ ਹੋਰ ਕਈ ਕੁਛ ਜਿਹੜਾ ਹੈ ਉਹ ਦੁਬਾਰਾ ਚੱਲ ਪੈਂਦਾ। ਹਾਲਾਂਕਿ
ਮੇਰਾ ਖਿਆਲ ਪਿਛਲੇ 22-24 ਦਿਨਾਂ ਤੋਂ ਜਦੋਂ ਤੋਂ ਵੀ ਇਹ ਮਸਲਾ ਇਸ ਤਰ੍ਹਾਂ ਹੋਇਆ, ਉਹਦੇ ਤੋਂ ਬਾਅਦ ਜਦੋਂ ਉਹ ਦੋਵੇਂ ਬੰਦੇ ਨਹੀਂ ਸੀ ਲੱਭ ਰਹੇ, ਕਿਤੇ ਨਜ਼ਰ ਨਹੀਂ ਸੀ ਆ ਰਹੇ, ਤੇ ਇੱਧਰ ਵਾਲੀਆਂ ਖਬਰਾਂ ਹੁਣ ਘਟ ਗਈਆਂ ਸੀ। ਪਰ ਅਚਾਨਕ ਪਪਲਪ੍ਰੀਤ ਹੋਰਾਂ ਦੀ ਗ੍ਰਿਫਤਾਰੀ ਤੋਂ ਬਾਅਦ ਫਿਰ ਤੋਂ ਇਹ ਵਾਲਾ ਜਿਹੜਾ ਵਿਸ਼ਾ ਉਹ ਸੈਂਟਰ 'ਚ ਆ ਗਿਆ। ਦੇਖੋ ਸੰਧਾਲੀਆ ਸਾਹਿਬ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਅੰਮ੍ਰਿਤਪਾਲ ਸਿੰਘ ਹੋਰਾਂ ਤੋਂ ਬਿਨਾਂ ਜੇ ਕੋਈ ਨਾਮ ਸਭ ਤੋਂ ਵੱਧ ਚਰਚਿਤ ਸੀ, ਜਾਂ ਜੇ ਪੁਲਿਸ ਪ੍ਰਸ਼ਾਸਨ ਵੱਲੋਂ ਅਫੀਸ਼ੀਅਲ ਪ੍ਰੈਸ ਕਾਨਫਰੰਸਾਂ ਦੇ ਵਿੱਚ ਕਿਸੇ ਨਾਮ ਦਾ ਸਭ ਤੋਂ ਵੱਧ ਜ਼ਿਕਰ ਕੀਤਾ ਗਿਆ ਤਾਂ ਪਪਲਪ੍ਰੀਤ ਸਿੰਘ ਹੋਰੀ ਸੀ। ਹੁਣ ਪਪਲਪ੍ਰੀਤ ਸਿੰਘ ਹੋਰਾਂ ਦਾ, ਕਿਉਂਕਿ ਸਾਨੂੰ ਨਹੀਂ ਪਤਾ ਕਿ ਉਹਨਾਂ ਦੇ ਵਿੱਚੋਂ ਕਿੰਨੀਆਂ ਵੀਡੀਓਜ਼ ਤੇ ਕਿੰਨੀਆਂ ਫੋਟੋਜ਼ ਜਿਹੜੀਆਂ ਆਥੈਂਟਿਕ ਸੀ, ਤੱਥ ਸਹਿਤ ਸੀ, ਤੇ ਕਿੰਨੀਆਂ ਤੱਥ ਰਹਿਤ ਸੀ। ਹੁਣ ਸਭ ਤੋਂ ਪਹਿਲਾਂ ਆਪਾਂ ਸਾਰਿਆਂ ਨੂੰ ਪਤਾ ਕਿ ਪਪਲਪ੍ਰੀਤ ਸਿੰਘ ਹੋਰੀ ਜੀ ਉਹ ਹਰਿਆਣੇ ਦੇ ਵਿੱਚ ਇੱਕ ਔਰਤ ਦੇ ਘਰ ਰੁਕੇ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਨਾਲ, ਤੇ ਉਦੋਂ ਵੀ ਚਰਚਾ ਚੱਲੀ ਸੀ ਕਿ ਉਹ ਔਰਤ ਪਪਲਪ੍ਰੀਤ ਸਿੰਘ ਹੋਰਾਂ ਨੂੰ ਜਾਣਦੀ ਸੀ, ਉਹਨਾਂ ਦੇ ਸੰਪਰਕ ਦੇ ਵਿੱਚ ਸੀ ਇੰਸਟਾਗ੍ਰਾਮ ਦੇ ਉੱਤੇ। ਫਿਰ ਰੌਲਾ ਪਿਆ ਜੀ, ਉਹ ਇੱਕ ਦੋ ਜਗ੍ਹਾ ਤੇ ਹੋਰ ਗਏ ਆ, ਕੁਝ ਵੀਡੀਓਜ਼ ਉਹਦੇ ਵਿੱਚ ਵੀ ਦਾਅਵਾ ਕੀਤਾ ਗਿਆ ਕਿ ਆ ਦੇਖੋ ਜੀ ਅੰਮ੍ਰਿਤਪਾਲ ਸਿੰਘ ਹੋਰੀ ਅੱਗੇ ਤੁਰੇ ਜਾਂਦੇ ਆ, ਉਹ ਪਿੱਛੇ ਤੁਰੇ ਜਾਂਦੇ ਆ। ਉਹ ਸਾਰਾ ਕੁਝ ਚਰਚਾ ਦੇ ਵਿੱਚ ਜ਼ਰੂਰ ਸੀ, ਪਰ ਅਸੀਂ ਉਸ ਚੀਜ਼ ਦੀ ਪੁਸ਼ਟੀ ਨਹੀਂ ਕਰਦੇ। ਪਰ ਹਾਂ, ਜੇ ਅੰਮ੍ਰਿਤਪਾਲ ਸਿੰਘ ਹੋਰਾਂ ਤੋਂ ਬਿਨਾਂ ਕਿਸੇ ਦੀ ਭਾਲ ਕੀਤੀ ਜਾ ਰਹੀ ਸੀ ਤਾਂ ਉਹ ਪਪਲਪ੍ਰੀਤ ਸਿੰਘ ਦੀ ਸੀ। ਫਿਰ ਇਹ ਵੀ ਚਰਚਾ ਚੱਲੀ ਕਿ ਪਿਛਲੇ ਦਿਨਾਂ ਦੇ ਵਿੱਚ ਜੀ ਉਹ ਪਹਿਲਾਂ ਉੱਤਰਾਖੰਡ ਚਲੇ ਗਏ, ਉਹ ਪੰਜਾਬ 'ਚ ਵਾਪਸ ਆ ਗਏ ਆ, ਇਸ ਗੱਡੀ ਦੇ ਵਿੱਚ ਆਏ ਆ, ਇੱਥੇ ਆ ਕੇ ਉਹ ਅੱਡੋ ਅੱਡ ਹੋ ਗਏ ਆ, ਕਿਉਂਕਿ ਦੋਨਾਂ ਦੇ ਉੱਤੇ ਇਕੱਠੇ ਹੋਣ ਕਰਕੇ ਸ਼ੱਕ ਵਧੇਰੇ ਪੈਂਦਾ ਸੀ। ਫਿਰ ਅੱਜ ਜਦੋਂ ਬੀਤੇ ਕੱਲ ਚਰਚਾ ਚੱਲੀ ਹੈ ਕਿ ਅੰਮ੍ਰਿਤਪਾਲ ਸਿੰਘ ਦਾ ਸਾਥੀ ਪਪਲਪ੍ਰੀਤ ਸਿੰਘ ਗ੍ਰਿਫਤਾਰ, ਹਿਰਾਸਤ ਵਿੱਚ ਪੁਲਿਸ ਨੇ ਲਿਆ, ਬੜੀ ਜਲਦੀ ਦੱਸਾਂਗੇ। ਚੰਗਾ ਹੋਇਆ ਕਿ ਆਈਜੀ ਸੁਖਚੈਨ ਸਿੰਘ ਗਿੱਲ ਹੋਰਾਂ ਨੇ ਖੁਦ ਪ੍ਰੈਸ ਕਾਨਫਰੰਸ ਕੀਤੀ, ਭਾਵੇਂ ਬਹੁਤ ਸੰਖੇਪ ਕੀਤੀ। ਉਹਨਾਂ ਨੇ ਉਹ ਸਾਰੀ ਮਿੱਟੀ ਬਿਠਾਤੀ, ਧੂੜ ਜਿਹੜੀ ਉੜਦੀ ਸੀ ਉਹਨੂੰ ਗੱਲਾ ਪਾਣੀ ਤਰੌਂਕ ਕੇ ਉਹਦਾ ਕੰਮ ਨਿਬੇੜ ਦਿੱਤਾ, ਤੇ ਉਹਨਾਂ ਨੇ ਕਹਿ ਦਿੱਤਾ ਕਿ ਹਾਂਜੀ ਪਪਲਪ੍ਰੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ, ਕੱਥੂ ਨੰਗਲ ਤੋਂ ਗ੍ਰਿਫਤਾਰ ਕੀਤਾ। ਬਾਕੀ ਕਹਿੰਦੇ ਜੀ ਜਾਂਚ ਪੜਤਾਲ ਤੋਂ ਬਾਅਦ ਫਿਰ ਪਤਾ ਲੱਗੂ। ਨੈਸ਼ਨਲ ਸਿਕਿਉਰਿਟੀ ਐਕਟ ਲਾਤਾ। ਹੁਣ ਇਸ ਸਾਰੀ ਪ੍ਰਕਿਰਿਆ ਦੇ ਵਿੱਚ ਜਿੰਨੇ ਲੋਕਾਂ ਦੇ ਉੱਤੇ ਨੈਸ਼ਨਲ ਸਿਕਿਉਰਿਟੀ ਐਕਟ ਲੱਗਾ, ਸਾਰੇ ਅਸਾਮ ਦੀ ਡਿਬਰੂਗੜ੍ਹ ਜੇਲ੍ਹ 'ਚ ਨੇ। ਉਹ ਭਾਵੇਂ ਕੋਈ ਵੀ ਹੋਵੇ, ਭਾਵੇਂ ਉਹ ਪ੍ਰਧਾਨ ਮੰਤਰੀ ਬਾਜੇ ਕੇ ਹੋਵੇ, ਭਾਵੇਂ ਉਹ ਅੰਮ੍ਰਿਤਪਾਲ ਸਿੰਘ ਹੋਰਾਂ ਦਾ ਚਾਚਾ ਹੋਵੇ, ਉਹ ਸਾਰੇ ਬੰਦੇ ਅਸਾਮ ਦੀ ਡਿਬਰੂਗੜ੍ਹ 'ਚ। ਇਹਦਾ ਮਤਲਬ ਹੈ ਕਿ ਦੇਰ ਸਵੇਰ ਨੈਸ਼ਨਲ ਸਿਕਿਉਰਿਟੀ ਐਕਟ ਲੱਗਾ ਹੋਣ ਕਰਕੇ ਪਪਲਪ੍ਰੀਤ ਸਿੰਘ ਹੋਰਾਂ ਨੂੰ ਵੀ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਭੇਜਿਆ ਜਾ ਸਕਦਾ ਜੇ ਆਪਾਂ ਪਿਛਲੀ ਪ੍ਰਕਿਰਿਆ ਨੂੰ ਫੋਲੋ ਕਰੀਏ ਤਾਂ। ਦੂਸਰਾ, ਹੁਣ ਮੈਨੂੰ ਲੱਗਦਾ ਕਿ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਕਲੀਅਰ ਹੋ ਜਾਣਗੀਆਂ ਕਿ ਕਿੱਥੇ ਕਿੱਥੇ ਉਹ ਗਏ ਸੀ, ਕਿੱਧਰ ਦੀ ਗਏ ਸੀ। ਜਿਹੜੀਆਂ ਵੀਡੀਓਜ਼, ਜਿਹੜੀਆਂ ਫੋਟੋਜ਼ ਪਿਛਲੇ ਸਮੇਂ ਦੇ ਵਿੱਚ ਸਾਹਮਣੇ ਆਈਆਂ, ਕਿ ਉਹਨਾਂ ਦੇ ਵਿੱਚੋਂ ਕਿਹੜੀਆਂ ਵੀਡੀਓਜ਼, ਕਿਹੜੀਆਂ ਫੋਟੋਜ਼ ਠੀਕ ਸੀ। ਤੁਹਾਨੂੰ ਯਾਦ ਹੋਣਾ ਸੰਧਾਲੀਆ ਸਾਹਿਬ, ਇੱਕ ਉਹ ਤਸਵੀਰ ਬੜੀ ਚਰਚਿਤ ਹੋਈ ਸੀ। ਹੁਣ ਉਹ ਤਸਵੀਰ ਠੀਕ ਸੀ ਜਾਂ ਨਹੀਂ ਸੀ ਠੀਕ, ਕਿ ਪਾਈਆ ਦੇਖੋ ਜੀਟੀ ਰੋਡ ਦੇ ਕਿਨਾਰੇ ਦੇ ਉੱਤੇ ਬੈਠ ਕੇ એનર્ਜੀ ਡਰਿੰਕ ਪੀ ਰਹੇ, ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਉਹ ਐਡਿਟ ਕਰਕੇ ਵੀ ਪੇਸ਼ ਕਰ ਦਿੱਤੀਆਂ ਜਾਂਦੀਆਂ। ਉਹਦੇ ਵਿੱਚ ਵੀ ਅੰਮ੍ਰਿਤਪਾਲ ਸਿੰਘ ਤੇ ਪਪਲਪ੍ਰੀਤ ਸਿੰਘ ਹੋਰਾਂ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਸੀ, ਕਿਉਂਕਿ ਹੁਣ ਓਫੀਸ਼ੀਅਲੀ ਅੰਮ੍ਰਿਤਪਾਲ ਸਿੰਘ ਹੋਰਾਂ ਦੀ ਗ੍ਰਿਫਤਾਰੀ ਦੀ ਪੁਸ਼ਟੀ ਬਾਕੀ ਹੈ। ਬਾਕੀ ਤਾਂ ਪੁਸ਼ਟੀਆਂ ਹੋ ਗਈਆਂ, ਪਪਲਪ੍ਰੀਤ ਸਿੰਘ ਹੋਰਾਂ ਦੀ ਵੀ ਪੁਸ਼ਟੀ ਹੋ ਗਈ। ਜਦੋਂ ਪਪਲਪ੍ਰੀਤ ਸਿੰਘ ਹੋਰਾਂ ਦੇ ਪਰਿਵਾਰਕ ਮੈਂਬਰਾਂ ਨੂੰ, ਉਹਦੇ ਮਾਤਾ ਜੀ ਨੂੰ ਪੁੱਛਿਆ, ਉਹ ਕਹਿੰਦੇ ਜੀ ਸਾਡਾ ਤਾਂ ਮਹੀਨਾ ਹੋ ਗਿਆ, ਸੰਪਰਕ ਕੋਈ ਨਹੀਂ। ਤੇ ਉਹ 14, 15, ਪਤਾ ਨਹੀਂ 18 ਤਰੀਕ ਨੂੰ ਕਹਿੰਦੇ ਪਿਛਲੇ ਮਹੀਨੇ ਇੱਕ ਵਾਰੀ ਫੋਨ ਆਇਆ ਸੀ, ਉਹਨਾਂ ਦਾ ਮੇਰੇ ਤੋਂ ਚੱਕ ਨਹੀਂ ਹੋਇਆ, ਉਹਦੇ ਤੋਂ ਬਾਅਦ ਸੰਪਰਕ ਕੋਈ ਨਹੀਂ ਹੋਇਆ। ਤੇ ਉਹਨਾਂ ਨੇ ਇਹ ਵੀ ਮੰਨਿਆ, ਕਹਿੰਦੇ ਜੀ ਉਹ ਇੰਟਰਵਿਊਜ਼ ਅੰਮ੍ਰਿਤਪਾਲ ਸਿੰਘ ਹੋਰਾਂ ਦੀਆਂ ਜਿਹੜੀਆਂ, ਉਹਨਾਂ ਦਾ ਪ੍ਰਬੰਧ ਜ਼ਰੂਰ ਕਰਦੇ ਹੁੰਦੇ ਸੀ, ਪਰ ਗਲਤੀ ਤਾਂ ਕੋਈ ਕੀਤੀ ਨਹੀਂ। ਹੁਣ NSA ਜਦੋਂ ਲੱਗ ਗਿਆ, ਪੁੱਛਗਿੱਛ ਜਦੋਂ ਹੋਏਗੀ ਕਿਹੜੀਆਂ ਚੀਜ਼ਾਂ, ਕਿਉਂਕਿ ਉਮੀਦ ਕਰਦੇ ਆ ਕਿ ਇੱਕ ਦੋ ਦਿਨਾਂ ਦੇ ਵਿੱਚ ਪੰਜਾਬ ਪੁਲਿਸ ਦੁਬਾਰਾ ਪ੍ਰੈਸ ਕਾਨਫਰੰਸ ਕਰਕੇ ਕੋਈ ਨਾ ਕੋਈ ਜਾਣਕਾਰੀ ਜਿਹੜੀ ਮੀਡੀਆ ਦੇ ਨਾਲ ਸਾਂਝੀ ਜ਼ਰੂਰ ਕਰੇ, ਤਾਂ ਜੋ ਮੀਡੀਆ ਦੇ ਰਾਹੀਂ ਉਹ ਜਾਣਕਾਰੀ ਆਮ ਲੋਕਾਂ ਤੱਕ ਜਿਹੜੀ ਅੱਪੜ ਜ਼ਰੂਰ ਜਾਵੇ। ਹੁਣ ਤੁਸੀਂ ਦੇਖੋ ਕਿ ਜਿੰਨੇ ਦਿਨਾਂ ਤੱਕ ਪਪਲਪ੍ਰੀਤ ਹੋਰੀ ਇਸ ਤਰ੍ਹਾਂ ਜਾਂ ਗ੍ਰਿਫਤਾਰੀ ਦੀ ਕੋਈ ਗੱਲ ਸਾਹਮਣੇ ਨਹੀਂ ਆਈ, ਮੇਰਾ ਖਿਆਲ ਉਨੇ ਦਿਨਾਂ ਤੱਕ ਪਪਲਪ੍ਰੀਤ ਹੋਰਾਂ ਦਾ ਪਰਿਵਾਰ ਮੀਡੀਆ ਦੇ ਵਿੱਚ ਆਪਾਂ ਨਹੀਂ ਦੇਖਿਆ। ਹਾਂ, ਗੱਲਾਂ ਬਾਤਾਂ, ਅਫਵਾਹਾਂ ਇਸ ਤਰ੍ਹਾਂ ਦੀਆਂ ਜ਼ਰੂਰ ਸੀਗੀਆਂ ਕਿ ਸ਼ਾਇਦ ਪਪਲਪ੍ਰੀਤ ਹੋਰਾਂ ਦੀ ਧਰਮ ਪਤਨੀ ਹੈ ਜੀ, ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਜੀ, ਪੁਲਿਸ ਇਸ ਤਰ੍ਹਾਂ ਤੰਗ ਕਰ ਰਹੀ ਹੈ ਜੀ। ਪਰ ਹੁਣ ਜਦੋਂ ਮੇਰਾ ਖਿਆਲ ਉਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ, ਅਫੀਸ਼ੀਅਲ ਸਟੇਟਮੈਂਟ ਤੋਂ ਬਾਅਦ, ਜਿਸ ਤਰ੍ਹਾਂ ਮੀਡੀਆ ਉਹਨਾਂ ਦੇ ਕੋਲ ਪਹੁੰਚਿਆ, ਤੇ ਗੱਲ ਤੁਹਾਡੀ ਠੀਕ ਹੈ ਕਿ ਉਹਨਾਂ ਦੇ ਮਾਤਾ ਜੀ ਨੇ ਮੰਨਿਆ ਕਿ ਵੀ ਪੁੱਤ ਸਾਡਾ ਜਿਹੜਾ ਸੀਗਾ ਉਹ ਤੇ ਆਮ ਆਪਣਾ ਕੰਮ ਕਰਦਾ ਸੀ। ਉਹਨਾਂ ਨੇ ਇਹ ਵੀ ਕਿਹਾ ਵੀ ਸ਼ਾਇਦ ਪਿੰਡ ਦਾ ਪੰਚਾਇਤ ਮੈਂਬਰ ਵੀ ਆਓ, ਨਸ਼ਾ ਛਡਵਾਉਣ ਦਾ ਕੰਮ ਕਰਦਾ ਸੀ, ਇਸ ਕਰਕੇ ਇਹੀ ਜਿਹੜੀ ਸੋਚ ਸੀਗੀ ਉਹ ਅੰਮ੍ਰਿਤਪਾਲ ਸਿੰਘ ਹੋਰਾਂ ਦੀ ਸੀਗੀ। ਤਾਂ ਹੀ ਉਹਨਾਂ ਦਾ ਆਪਸ ਦੇ ਵਿੱਚ ਰਾਬਤਾ ਬਣਿਆ, ਤੇ ਉਹਨਾਂ ਨੂੰ ਇਹ ਸੀ ਕਿ ਅਸੀਂ ਇਕੱਠਾ ਕੰਮ ਕਰ ਰਹੇ ਹਾਂ, ਮਿਲ ਕੇ ਕੰਮ ਕਰ ਰਹੇ ਹਾਂ, ਚੰਗਾ ਕੰਮ ਕਰ ਰਹੇ ਹਾਂ। ਨਿਆਣੇ ਜਿਹੜੇ ਫੀਸਾਂ ਵਗੈਰਾ ਨਹੀਂ ਸੀ ਤਾਰ ਸਕਦੇ, ਉਹਨਾਂ ਦੀਆਂ ਫੀਸਾਂ ਵਗੈਰਾ ਭਰ ਕੇ ਉਹਨਾਂ ਨੂੰ ਪੜ੍ਹਾਉਣ ਦਾ ਕੰਮ ਹੀ ਕਰਦੇ ਸੀ, ਚੰਗਾ ਕੰਮ ਕਰਦੇ ਸੀ ਆਪਣੇ ਤੌਰ 'ਤੇ। ਉਹਨਾਂ ਨੇ ਕਿਹਾ
ਫਿਰ ਉਹ ਕਹਿੰਦੇ ਕਿ ਵੀ ਇਹ ਸਾਡਾ ਸੰਪਰਕ ਨਹੀਂ ਹੋਇਆ, ਇਹ ਗੱਲ ਬਿਲਕੁਲ ਠੀਕ ਆ। ਨਾਲ ਉਹਨਾਂ ਦੀ ਧਰਮਪਤਨੀ ਨੇ ਵੀ ਕਿਹਾ ਕਿ ਵੀ ਮੈਂ, ਕਿਉਂਕਿ ਪੁਲਿਸ ਉਦੋਂ ਇਹ ਛਾਪੇ ਮਾਰਦੀ ਸੀ ਜੀ, ਉਹ ਸਾਰਾ ਕੁਝ ਕਰਦੀ ਸੀ, ਅਸੀਂ ਖੁਦ ਪਾਸੇ ਹੋਏ ਸੀ, ਪਰ ਮੈਨੂੰ ਗ੍ਰਿਫਤਾਰ ਕਿਸੇ ਨੇ ਨਹੀਂ ਕੀਤਾ ਜਾਂ ਮੈਨੂੰ ਪੁਲਿਸ ਨੇ ਕੁਝ ਨਹੀਂ ਕਿਹਾ। ਪਰ ਹਾਂ, ਸਾਡੇ ਜਿਹੜੇ ਪਰਿਵਾਰ ਦੇ ਮਰਦ ਮੈਂਬਰ ਨੇ ਉਹਨਾਂ ਨੂੰ ਜ਼ਰੂਰ ਥਾਣੇ ਬੁਲਾ ਕੇ ਇੱਕ ਤਰ੍ਹਾਂ ਨਾਲ ਪੁੱਛਗਿੱਛ ਜਿਹੜੀ ਸੀਗੀ ਉਹ ਕੀਤੀ ਗਈ। ਅੱਜ ਵੀ ਮੇਰਾ ਖਿਆਲ ਜਦੋਂ ਮੀਡੀਆ ਉਹਨਾਂ ਦੇ ਘਰ ਪਹੁੰਚਿਆ ਸੀਗਾ ਤਾਂ ਉਦੋਂ ਵੀ ਉਹਨਾਂ ਦੇ ਪਿਤਾ ਜੀ ਸ਼ਾਇਦ ਉਹਨਾਂ ਨੇ ਮੰਨਿਆ ਕਿ ਵੀ ਉਹਨਾਂ ਨੂੰ ਥਾਣੇ ਬੁਲਾਇਆ ਗਿਆ ਸੀਗਾ, ਉਹ ਅਜੇ ਥਾਣੇ ਨੇ। ਬਾਅਦ ਦੇ ਵਿੱਚ ਖਬਰ ਆ ਗਈ ਉਹ ਬਾਅਦ 'ਚ ਵਾਪਸ ਆ ਜਾਣਗੇ, ਉਹ ਬਾਅਦ 'ਚ ਵਾਪਸ ਆ ਵੀ ਗਏ। ਉਦੋਂ ਵੀ ਮੀਡੀਆ ਦੇ ਨਾਲ ਗੱਲ ਕਰਦੇ ਹਾਂ, ਪਪਲਪ੍ਰੀਤ ਹੋਰਾਂ ਦੇ ਪਿਤਾ ਜੀ ਨੇ ਕਿਹਾ ਕਿ ਉਹ ਬੰਦਾ ਬਹੁਤ ਵਧੀਆ, ਬਿਲਕੁਲ ਸਾਫ਼ ਦਿਲ ਇਨਸਾਨ ਆ ਅਤੇ ਉਹਦਾ ਕੋਈ ਵੀ ਇਹੋ ਜਿਹੀ ਜਿਹੜੀ ਚੀਜ਼ ਆ ਉਹਦੇ ਨਾਲ ਕੋਈ ਲਿੰਕ ਨਹੀਂ ਆ। ਜਦੋਂ ਪੁੱਛਿਆ ਗਿਆ ਵੀ ਉਹਦੇ 'ਤੇ ਤਾਂ NSA ਲਾ ਦਿੱਤਾ ਜੀ, ਹੁਣ ਫਿਰ ਅੱਗੇ ਤੁਸੀਂ ਕੀ ਦੇਖਦੇ ਹੋ, ਤਾਂ ਉਹਨਾਂ ਦਾ ਜਵਾਬ ਇਹ ਸੀਗਾ ਕਿ ਵੀ ਕੋਈ ਗੱਲ ਨਹੀਂ, ਜਿਹੜਾ ਸਮਾਂ ਅੱਗੇ ਸੀ ਉਹ ਵੀ ਲੰਘ ਗਿਆ, ਜਿਹੜਾ ਹੁਣ ਸਮਾਂ ਆ ਗਿਆ ਇਹ ਵੀ ਲੰਘ ਜਾਣਾ, ਕੋਈ ਫਰਕ ਨਹੀਂ। ਅਤੇ ਫਿਰ ਜਦੋਂ ਗਾਂਹ ਦੇ ਪੁੱਛਿਆ ਵੀ ਹੁਣ ਤੁਸੀਂ ਗਾਂਹ ਕੀ ਕਰਨਾ ਜੀ, ਤਾਂ ਉਹ ਕਹਿੰਦੇ ਕਣਕ ਪੱਕੀ ਹੈ, ਹੁਣ ਫਸਲ ਵੱਢਣ ਵਾਲੀ, ਆਪਾਂ ਫਸਲ ਵੱਢਾਂਗੇ। ਸੋ ਉਹ ਜਿਸ ਤਰ੍ਹਾਂ ਆਮ ਸਧਾਰਨ ਉਹਨਾਂ ਨੇ ਜਵਾਬ ਦਿੱਤੇ, ਉਹਦੇ ਤੋਂ ਮੈਨੂੰ ਲੱਗਦਾ ਕਿ ਵੀ ਉਹ ਪਰਿਵਾਰ ਵੀ ਚੰਗਾ, ਪਰਮਾਤਮਾ 'ਚ ਯਕੀਨ ਰੱਖਣ ਵਾਲਾ, ਅਤੇ ਉਹਨਾਂ ਨੇ ਕਿਹਾ ਕਿ ਵੀ ਜੋ ਕੁਛ ਵੀ ਇਸ ਵਕਤ ਵਾਪਰ ਰਿਹਾ ਵੀ ਕੋਈ ਗੱਲ ਨਹੀਂ, ਜੇ ਪਹਿਲਾ ਔਖਾ ਸਮਾਂ ਲੰਘ ਗਿਆ ਅਤੇ ਇਹ ਵੀ ਲੰਘ ਜਾਣਾ। ਖਾਸ ਕਰਕੇ ਉਹਨਾਂ ਦੀ ਮਾਤਾ ਜੀ ਨੇ ਵੀ ਅਪੀਲ ਕੀਤੀ ਹੈ ਕਿ ਵੀ ਨਾ ਅਸੀਂ ਪਹਿਲਾਂ ਕਦੀ ਕਿਸੇ ਨੂੰ ਕਿਹਾ ਅਤੇ ਨਾ ਅਸੀਂ ਹੁਣੇ ਕਹਿੰਦੇ ਹਾਂ, ਕੋਈ ਸਾਡੇ ਨਾਂ ਦੇ ਉੱਪਰ ਜੇ ਕੋਈ ਕੁਛ ਕਰਦਾ ਜਾਂ ਕੋਈ ਪੈਸੇ ਵਗੈਰਾ ਇਕੱਠੇ ਕਰਦਾ ਤਾਂ ਇਹੋ ਜਿਹੀ ਗੱਲ ਕੋਈ ਨਹੀਂ, ਸਿਰਫ ਅਤੇ ਸਿਰਫ ਤੁਸੀਂ ਅਰਦਾਸ ਕਰ ਸਕਦੇ ਹੋ ਸਾਡੇ ਪੁੱਤ ਲਈ ਕਿ ਵੀ ਉਹਨੂੰ ਜਿਹੜਾ ਇਹ ਸਾਰੇ ਕੁਛ ਦੇ ਵਿੱਚੋਂ ਛੇਤੀ ਨਿਜਾਤ ਮਿਲੇ। ਸੰਧਾਲੀਆ ਸਾਹਿਬ, ਮੈਂ ਕਹਿੰਦਾ ਕਿ ਆ ਵੀ ਉਹਨਾਂ ਨੇ ਚੰਗਾ ਕਰਤਾ ਕਿ ਭਾਈ ਸਾਡੇ ਨਾਂ ਦੇ ਉੱਤੇ ਰੁਪਈਏ ਤੇ ਧੇਲੇ ਨਾ ਕੋਈ ਇਕੱਠੇ ਕਰੇ, ਨਾ ਕਰਦਾ ਹੋਵੇ, ਅਸੀਂ ਨਹੀਂ ਕਹਿੰਦੇ ਕਿਸੇ ਨੂੰ। ਨਹੀਂ ਤਾਂ ਆਮ ਹੀ ਹੁੰਦਾ ਕਿ ਘਟਨਾ ਕਿਤੇ ਘਟਦੀ ਹੁੰਦੀ ਹੈ, ਕਈ ਬੰਦੇ ਐਵੇਂ ਫੰਡ ਇਕੱਠਾ ਕਰ ਲੈ ਜਾਂਦੇ ਹੁੰਦੇ ਆ ਜੀ, ਉਹਨਾਂ ਨੂੰ ਆਹ ਕਰਨਾ ਜੀ, ਉਹਨਾਂ ਨੂੰ ਆਹ ਦੇਣਾ। ਪਿਛਲੇ ਸਮੇਂ ਦੇ ਵਿੱਚ ਬਹੁਤ ਕੁਝ ਹੁੰਦਾ ਰਿਹਾ, ਬਹੁਤ ਸਾਰੇ ਲੋਕਾਂ ਨੇ ਆਪਣੀਆਂ ਜੇਬਾਂ ਜਿਹੜੀਆਂ ਉਹ ਭਰ ਲਈਆਂ। ਹੁਣ ਜਦੋਂ ਪਰਿਵਾਰ ਦੇ ਮੈਂਬਰਾਂ ਨੇ ਅਪੀਲ ਕਰ ਦਿੱਤੀ ਹੈ ਤਾਂ ਇਹ ਆਪਣੇ ਆਪ ਦੇ ਵਿੱਚ ਹੀ ਬੜਾ ਇੰਪੋਰਟੈਂਟ ਹੈ। ਅਤੇ ਨਾਲ ਹੀ ਜਦੋਂ ਪੰਜਾਬ ਪੁਲਿਸ ਦੇ ਮੁਖੀ ਪਿਛਲੇ ਦਿਨਾਂ ਦੇ ਵਿੱਚ ਸਰਗਰਮ ਹੋਏ, ਵੱਖ-ਵੱਖ ਥਾਵਾਂ 'ਤੇ ਜਾਂਦੇ ਸੀ, ਬੀਤੇ ਕੱਲ੍ਹ ਉਹਨਾਂ ਨੂੰ ਪੁੱਛਿਆ ਗਿਆ DGP ਸਾਹਿਬ ਨੂੰ ਕਿ ਕਿਵੇਂ ਜੀ, ਉਹ ਕਹਿੰਦੇ ਜੀ ਮੈਂ ਤਾਂ ਇਹੀ ਕਹਿੰਦਾ ਕਿ ਅੰਮ੍ਰਿਤਪਾਲ ਸਿੰਘ ਨੂੰ ਸਰੈਂਡਰ ਕਰ ਦੇਣਾ ਚਾਹੀਦਾ, ਪੁਲਿਸ ਲੱਭ ਰਹੀ ਹੈ, ਨਹੀਂ ਤਾਂ ਅਸੀਂ ਤਾਂ ਲੱਭਾਂਗੇ, ਸਾਡੀਆਂ ਕੋਸ਼ਿਸ਼ਾਂ ਜਿਹੜੀਆਂ ਉਹ ਬੜੀਆਂ ਜਾਰੀ ਨੇ। ਹੁਣ ਪਹਿਲਾਂ 2 ਬੰਦਿਆਂ ਦੀ ਭਾਲ ਸੀ, ਹੁਣ ਅੰਮ੍ਰਿਤਪਾਲ ਸਿੰਘ ਹੋਰਾਂ ਦੀ ਇਕੱਲਿਆਂ ਦੀ ਭਾਲ ਹੈ। ਦੇਖਦੇ ਹਾਂ ਕਹਾਣੀ ਕਿੱਧਰਲੇ ਪਾਸੇ ਜਾਂਦੀ ਹੈ, ਕੋਈ ਅਗਲਾ ਜਿਸ ਤਰੀਕੇ, ਦੇਖੋ ਸਾਡੇ ਕੋਲੇ ਜਿਹੜੀ ਗੱਲ ਆਉਂਦੀ ਹੈ, ਪੁਲਿਸ ਨੇ ਪ੍ਰੈਸ ਕਾਨਫਰੰਸ ਕੀਤੀ, ਆਪਾਂ ਕਲੀਅਰ ਕਰ ਦਿੱਤਾ ਕਿ ਭਾਈ ਆ ਤੱਥ ਪੁਲਿਸ ਦੱਸ ਰਹੀ ਹੈ। ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਜੋ ਕੁਝ ਕਿਹਾ ਆਪਾਂ ਉਹ ਕਲੀਅਰ ਕਰ ਦਿੱਤਾ। ਇਸੇ ਤਰੀਕੇ ਅੰਮ੍ਰਿਤਪਾਲ ਸਿੰਘ ਹੋਰਾਂ ਬਾਰੇ ਜਦੋਂ ਕੋਈ ਧਿਰ ਓਫੀਸ਼ੀਅਲੀ ਜਾਣਕਾਰੀ ਦੇਗੀ ਤਾਂ ਆਪਾਂ ਉਹ ਵੀ ਜਿਹੜੀ ਉਹ ਸਾਂਝੀ ਕਰ ਦਿਆਂਗੇ। ਪਰ ਆਉਣ ਵਾਲੇ ਦਿਨਾਂ ਦੇ ਵਿੱਚ ਸਰਗਰਮੀ ਕਾਫੀ ਹੱਦ ਤੱਕ ਜਿਹੜੀ ਹੈ ਉਹ ਸੰਧਾਲੀਆ ਸਾਹਿਬ ਵਧੂ। ਤੇ ਦੂਸਰੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀਤੇ ਹੋਏ ਐਲਾਨ ਦੇ ਮੁਤਾਬਕ ਜਿਹੜੀ ਟੀਮ ਭਗਵੰਤ ਸਿੰਘ ਸਿਆਲਕਾ ਐਡਵੋਕੇਟ ਸਾਹਿਬ ਦੇ ਅਗਵਾਈ ਦੇ ਵਿੱਚ ਭੇਜੀ ਸੀ ਡਿਬਰੂਗੜ੍ਹ ਅਸਾਮ, ਪਤਾ ਲੱਗਾ ਕਿ ਉਹਨਾਂ ਨੇ ਉਹ ਸਾਰੇ ਬੰਦੇ ਜਿਹੜੇ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ, ਨੈਸ਼ਨਲ ਸਿਕਿਉਰਿਟੀ ਐਕਟ ਜਿਨ੍ਹਾਂ ਤੇ ਲੱਗਿਆ, ਉਹਨਾਂ ਦੇ ਨਾਲ ਕਹਿੰਦੇ ਜੀ ਮੁਲਾਕਾਤ ਉਹਨਾਂ ਦੀ ਹੋ ਗਈ ਹੈ, ਉੱਥੇ ਚਰਚਾ ਆਪਸ ਵਿੱਚ ਕਰ ਲਈ ਗਈ ਹੈ, ਕਾਗਜ਼ਾਂ ਦਾ ਆਦਾਨ ਪ੍ਰਦਾਨ ਕੀਤਾ ਗਿਆ ਤੇ ਕਾਨੂੰਨੀ ਲੜਾਈ ਸ਼ਾਇਦ ਹੁਣ ਉਹਨਾਂ ਦੀ ਲੜਨੀ ਇਹ ਟੀਮ ਸ਼ੁਰੂ ਕਰ ਦੂ। ਹੁਣ ਉਹ ਵਕੀਲ ਸਾਹਿਬ ਵਿਸਥਾਰ ਦੇ ਵਿੱਚ ਪੰਜਾਬ 'ਚ ਕਦੋਂ ਆਉਂਦੇ ਆ, ਵਿਸਥਾਰ 'ਚ ਕਦੋਂ ਦੱਸਦੇ ਆ ਕਿ ਉਹਨਾਂ ਨੇ ਕੀ ਕੁਝ ਦੱਸਿਆ ਤੇ ਵਰਤਾਓ ਕਿਹੋ ਜਿਹਾ ਹੁੰਦਾ, ਉਹ ਸਾਰੀਆਂ ਚੀਜ਼ਾਂ ਉਮੀਦ ਹੈ ਕਿ SGPC ਦੀ ਜਦੋਂ ਕਾਨੂੰਨੀ ਮਾਹਿਰਾਂ ਦੀ ਇਹ ਟੀਮ ਜਿਹੜੀ ਵਾਪਸ ਪਰਤੇਗੀ ਤਾਂ ਉਦੋਂ ਕਲੀਅਰ ਹੋਣਗੀਆਂ। ਹਾਂਜੀ, ਗੱਲ ਬਿਲਕੁਲ ਠੀਕ ਹੈ ਤੁਹਾਡੀ। ਇਹ ਜਦੋਂ ਤੱਕ ਇਹਨਾਂ ਦੀ ਗ੍ਰਿਫਤਾਰੀ ਦੀ ਗੱਲ ਕਲੀਅਰ ਨਹੀਂ ਸੀ ਕੀਤੀ ਗਈ ਇੱਕ ਤਰ੍ਹਾਂ ਨਾਲ ਪੁਲਿਸ ਵਾਲੇ ਪਾਸਿਓਂ, ਉਹਨਾਂ ਤੱਕ ਉਹੀ ਅਫਵਾਹਾਂ ਵਾਲਾ ਕੰਮ ਸੀ, ਉਹ ਬੜੇ ਹਿਸਾਬ ਨਾਲ ਚੱਲੀ ਜਾਂਦਾ ਸੀ। ਤੇ ਸੂਤਰ ਸ਼ਬਦ ਕਈ ਵਾਰ ਵਰਤ ਕੇ ਤੇ ਉਹ ਕਿਹਾ ਜਾਂਦਾ ਜੀ ਉਹਨੇ ਆਹ ਵੀ ਮੰਨ ਲਿਆ ਜੀ, ਉਹਨੇ ਕਿਹਾ ਜੀ ਅਸੀਂ ਉੱਥੇ ਗਏ ਜੀ, ਉੱਥੇ ਗਏ ਜੀ। ਹਾਲਾਂਕਿ ਇਹੋ ਜਿਹੀ ਕੋਈ ਗੱਲ ਨਹੀਂ, ਤੇ ਨਾ ਇਸ ਤਰ੍ਹਾਂ ਦੀ ਕਿਤੇ ਵੀ ਕੋਈ ਓਫੀਸ਼ੀਅਲ ਜਿਹੜੀ ਇਨਫੋਰਮੇਸ਼ਨ ਹੈ, ਜਾਣਕਾਰੀ ਹੈ। ਹਾਂ, ਇੰਨਾ ਜ਼ਰੂਰ ਹੈ ਵੀ ਇਸ ਗ੍ਰਿਫਤਾਰੀ ਤੋਂ ਬਾਅਦ ਇੱਕ ਤਰ੍ਹਾਂ ਦੀ ਜਿਹੜੀ ਸਿਆਸਤ ਆ ਉਹ ਜ਼ਰੂਰ ਸ਼ੁਰੂ ਹੋ ਗਈ। ਸ਼੍ਰੋਮਣੀ ਅਕਾਲੀ ਦਲ ਦੇ ਵੀ ਬੁਲਾਰੇ ਨੇ, ਮੇਰਾ ਖਿਆਲ ਅਰਸ਼ਦੀਪ ਕਲੇਰ ਉਹਨਾਂ ਦਾ ਨਾਂ ਆ, ਉਹ ਗੱਲਬਾਤ ਕਰਦੇ ਇੱਕ ਮੀਡੀਆ ਅਦਾਰੇ ਨਾਲ ਕਹਿ ਰਹੇ ਸੀ ਕਿ ਵੀ ਪਪਲਪ੍ਰੀਤ ਹੋਰਾਂ ਦੀ ਗ੍ਰਿਫਤਾਰੀ ਨਹੀਂ ਹੋਈ, ਉਹਨਾਂ ਨੇ ਤੇ ਸਰੈਂਡਰ ਕੀਤਾ ਜਾਂ ਆਪ ਜਾ ਕੇ ਉਹ ਪੇਸ਼ ਹੋਏ ਆ ਪੁਲਿਸ ਦੇ ਕੋਲ ਤੇ ਇਹਨੂੰ ਗ੍ਰਿਫਤਾਰੀ ਦਿਖਾਇਆ ਜਾ ਰਿਹਾ, ਇਸ ਤਰ੍ਹਾਂ ਦੀ ਗੱਲ ਨਹੀਂ ਆ। ਦੂਸਰੇ ਪਾਸੇ ਜੇ ਆਮ ਆਦਮੀ ਪਾਰਟੀ ਕੋਲ ਕੋਈ ਡਿਬੇਟ ਟਾਈਪ ਗੱਲ ਹੁੰਦੀ, ਉਹ ਕਹਿੰਦੇ ਜੀ ਜੇ ਇਹ ਤਾਂ ਹੁਣ ਐਵੇਂ ਮੁੱਦੇ ਨੂੰ ਆਸੇ-ਪਾਸੇ ਕਰਨ ਦੀ ਕੋਸ਼ਿਸ਼ ਕਰਦੇ ਆ, ਜਦੋਂ ਗ੍ਰਿਫਤਾਰੀ ਨਹੀਂ ਸੀ ਹੁੰਦੀ ਉਦੋਂ ਇਹਨਾਂ ਦੇ ਲੀਡਰ ਕਹਿੰਦੇ ਸੀ ਸਾਨੂੰ 10 ਮਿੰਟ ਦੇ ਦਿਓ, ਅਸੀਂ ਬੰਦੇ ਦਾ ਪੁੱਤ ਬਣਾ ਦਿਆਂਗੇ। ਜਦੋਂ ਸਾਰਾ ਕੁਝ ਪੁਲਿਸ ਕਰਦੀ ਪਈ ਆ, ਹੁਣ ਇਹ ਦੂਸਰੇ ਪਾਸੇ ਹੋ ਗਏ ਨੇ। ਨਾਲੇ ਉਹ ਕਹਿੰਦੇ ਜੇ ਸਰੈਂਡਰ ਕਰਨਾ ਹੋਵੇ ਤਾਂ ਆਮ ਤੌਰ 'ਤੇ ਅਦਾਲਤਾਂ ਦੇ ਕੋਲ ਹੁੰਦਾ, ਜੱਜ ਸਾਹਿਬ ਦੇ ਕੋਲ ਜਾ ਕੇ ਕੀਤਾ ਜਾਂਦਾ ਜਾਂ ਮੀਡੀਆ ਨੂੰ ਦੱਸਿਆ ਜਾਂਦਾ, ਪੁਲਿਸ ਦੇ ਕੋਲ ਜਾ ਕੇ ਕੋਈ ਸਰੈਂਡਰ ਨਹੀਂ ਕਰਦਾ। ਸੋ ਇਹ ਗ੍ਰਿਫਤਾਰੀ ਕੀਤੀ ਗਈ ਹੈ। ਸੋ ਇਹਦਾ ਮਤਲਬ ਇਹ ਹੋ ਗਿਆ ਵੀ ਉਹ ਜਿੰਨੇ ਦਿਨ ਉਹ ਸਾਰਾ ਕੁਝ ਨਹੀਂ ਚੱਲਦਾ ਰਿਹਾ, ਉਨੇ ਦਿਨ ਉਹਦੇ 'ਤੇ ਸਿਆਸੀ ਬਿਆਨ ਨਹੀਂ ਆਏ। ਜਦੋਂ ਕੋਈ ਉਹਦੇ ਵਿੱਚ ਅਪਡੇਟ ਆਉਂਦੀ ਹੈ, ਨਾਲ ਦੀ ਨਾਲ ਜਿਹੜੇ ਸਿਆਸੀ ਬਿਆਨ ਆ ਉਹ ਵੀ ਆਉਣ ਲੱਗ ਪਏ। ਪਰ ਇੱਥੇ ਇੱਕ ਮੇਰਾ ਖਿਆਲ ਥੋੜ੍ਹੀ ਜਿਹੀ ਗੱਲ ਆਪਾਂ
ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੀ ਕਰ ਲਈ ਇੱਕ ਇੰਟਰਵਿਊ ਦੇ ਵਿੱਚ ਉਹਨਾਂ ਨੇ ਥੋੜ੍ਹਾ ਜਿਹਾ ਜ਼ਿਕਰ ਕੀਤਾ ਕਿ ਵੀ ਜਦੋਂ ਅਜਨਾਲੇ ਵਾਲੀ ਘਟਨਾ ਵਾਪਰਦੀ ਆ ਤਾਂ ਉਸ ਘਟਨਾ ਤੋਂ ਬਾਅਦ ਜਿਹੜੀ ਉਹਨਾਂ ਦੀ ਮੁਲਾਕਾਤ ਵੀ ਹੋਈ ਸੀ 2 ਘੰਟੇ ਅਮਰਪਾਲ ਸਿੰਘ ਹੋਰਾਂ ਦੇ ਨਾਲ, ਤੇ ਉਹ ਕਹਿੰਦੇ ਕਿ ਮੈਂ ਉਹਨਾਂ ਨੂੰ ਕਿਹਾ ਕਿ ਵੀ ਨਸ਼ੇ ਛਡਾਉਣ ਵਾਲਾ ਕੰਮ ਚੰਗਾ, ਉੱਧਰ ਨੂੰ ਕੰਮ ਕਰੋ, ਜਿਹੜਾ ਧਰਮ ਪ੍ਰਚਾਰ ਦਾ ਕੰਮ ਹੈ ਉਸ ਪਾਸੇ ਨੂੰ ਥੋੜ੍ਹਾ ਜਿਹਾ ਕੰਮ ਕਰੋ। ਕਹਿੰਦੇ ਵੀ ਇੰਨੀ ਕੁ ਗੱਲ ਜ਼ਰੂਰ ਮੈਂ ਉਹਨਾਂ ਨੂੰ ਕੀਤੀ ਸੀ, ਹੋਰ ਉਸ ਤੋਂ ਇਲਾਵਾ ਕੁਛ ਨਹੀਂ ਕਿਹਾ ਉਹਨਾਂ ਨੂੰ। ਤੇ ਜਿਹੜਾ ਇਹ ਚਰਚਾ ਚੱਲਦਾ ਕਿ ਵੀ ਸ਼ਾਇਦ ਵਿਸਾਖੀ 'ਤੇ ਉਹ ਕਿਤੇ ਨਾ ਕਿਤੇ ਫਿਰ ਅਮਰਪਾਲ ਸਿੰਘ ਹੋਰੀ ਪੇਸ਼ ਹੋ ਸਕਦੇ ਨੇ ਜਾਂ ਜੀ ਉਹ ਸਾਹਮਣੇ ਆ ਸਕਦੇ ਨੇ, ਤਾਂ ਉਹਨਾਂ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਸਟੇਜ ਦੀ ਗੱਲ ਕੀਤੀ ਵੀ ਉਹ ਇੱਕ ਧਾਰਮਿਕ ਸਟੇਜ ਆ ਤੇ ਉੱਥੇ ਇਹੋ ਜਿਹੀ ਕੋਈ ਗੱਲ ਨਹੀਂ ਹੈ, ਐਵੇਂ ਖੰਭਾਂ ਦੀਆਂ ਡਾਰਾਂ ਜਿਹੜੀਆਂ ਉਹ ਨਾ ਬਣਾਈਆਂ ਜਾਣ। ਬਿਲਕੁਲ ਸੰਧਾਲੀਆ ਸਾਹਿਬ, ਬਹੁਤ ਸਾਰੀ ਚਰਚਾ ਤੇ ਵਿਸਾਖੀ ਦੇ ਮੌਕੇ ਦੀ ਹੈਗੀ ਆ, ਪਰ ਉਹ ਚਰਚਾ ਉਹਦੀ ਕੋਈ ਬੰਦਾ ਪੁਸ਼ਟੀ ਨਹੀਂ ਕਰ ਰਿਹਾ, ਕੋਈ ਧਿਰ ਪੁਸ਼ਟੀ ਨਹੀਂ ਕਰ ਰਹੀ, ਕੋਈ ਸੰਸਥਾ ਪੁਸ਼ਟੀ ਨਹੀਂ ਕਰ ਰਹੀ, ਪ੍ਰਸ਼ਾਸਨ ਪੁਸ਼ਟੀ ਨਹੀਂ ਕਰ ਰਿਹਾ। ਉਹ ਕਿੱਥੋਂ ਗੱਲ ਆ ਰਹੀ ਹੈ, ਕੀ ਅੰਦਾਜ਼ੇ ਲਾਏ ਜਾ ਰਹੇ ਨੇ, ਇਹ ਆਉਣ ਵਾਲਾ ਸਮਾਂ ਦੱਸੂਗਾ। ਹੁਣ ਥੋੜਾ ਜਿਹਾ ਸਿਆਸੀ ਚੁੰਝ ਚਰਚਾ ਸੰਧਾਲੀਆ ਸਾਹਿਬ ਕਰ ਲਈਏ। ਆਮ ਆਦਮੀ ਪਾਰਟੀ ਦੀ ਪੰਜਾਬ 'ਚ ਸਰਕਾਰ ਹੈ। ਆਮ ਆਦਮੀ ਪਾਰਟੀ ਵਾਲੇ ਦਾਅਵਾ ਕਰਦੇ ਆ ਕਿ ਅਸੀਂ ਬਹੁਤ ਚੰਗਾ ਕੰਮ ਕਰ ਰਹੇ ਹਾਂ, ਵਿਰੋਧੀ ਧਿਰਾਂ ਕਹਿ ਰਹੀਆਂ ਕਿ ਇਹਨਾਂ ਤੋਂ ਮਾੜਾ ਕੰਮ ਕੋਈ ਨਹੀਂ ਕਰ ਰਿਹਾ। 10 ਮਈ ਨੂੰ ਅਗਲੇ ਮਹੀਨੇ ਵੋਟਾਂ ਪੈਣੀਆਂ ਜਲੰਧਰ ਲੋਕ ਸਭਾ ਹਲਕੇ ਦੀ ਉਪ ਚੋਣ ਦੇ ਲਈ, ਜ਼ਿਮਨੀ ਚੋਣ, ਬਾਈ ਇਲੈਕਸ਼ਨ। 2-3 ਦਿਨ ਬਾਅਦ ਨਤੀਜਾ ਆ ਜਾਣਾ, ਤੇ ਜਦੋਂ ਨਤੀਜਾ ਆ ਜਾਊਗਾ ਆਪਣੇ ਆਪ ਕਲੀਅਰ ਹੋ ਜਾਊ ਕਿ ਲੋਕਾਂ ਨੂੰ ਆਮ ਆਦਮੀ ਪਾਰਟੀ ਦੇ 1 ਸਾਲ ਦੇ ਵਿੱਚ ਕੀਤੇ ਕੰਮ ਪਸੰਦ ਆ ਕਿ ਨਹੀਂ, ਲੋਕ ਵਿਰੋਧੀ ਧਿਰ ਦੀਆਂ ਗੱਲਾਂ ਦੇ ਨਾਲ ਸਹਿਮਤੀ ਰੱਖਦੇ ਆ ਜਾਂ ਨਹੀਂ, ਕਿਹੜੀ ਧਿਰ ਪੰਜਾਬ ਦੇ ਲੋਕਾਂ ਦਾ ਕਿੰਨਾ ਕੁ ਯਕੀਨ ਬਰਕਰਾਰ ਰੱਖਣ ਦੇ ਵਿੱਚ ਕਾਮਯਾਬ ਹੋਈ ਹੈ, ਜਾਂ ਕਿਹੜੀ ਧਿਰ ਲੋਕਾਂ ਦਾ ਖੁੱਸਿਆ ਹੋਇਆ ਯਕੀਨ ਤੇ ਵਿਸ਼ਵਾਸ ਜਿਹੜਾ ਹੈ ਉਹਨੂੰ ਦੁਬਾਰਾ ਵਾਪਸ ਹਾਸਲ ਕਰਨ ਦੇ ਵਿੱਚ ਜਿਹੜੀ ਉਹ ਕਾਮਯਾਬ ਹੋ ਗਈ ਹੈ। ਇਹ ਹੁਣ ਆਉਣ ਵਾਲਾ ਸਮਾਂ ਦੱਸੂ। ਪਰ ਸਿਆਸੀ ਤੌਰ ਤੇ ਜੋੜ ਤੋੜ ਸੰਧਾਲੀਆ ਸਾਹਿਬ, ਇੱਕ ਤਾਂ ਹੁੰਦਾ ਨਾ ਕਿ ਲੋਕਾਂ ਦੀ ਯਕੀਨ ਜਿਹੜਾ ਹੈ ਕਿ ਤੁਸੀਂ ਐਜੂਕੇਸ਼ਨ 'ਚ ਕੰਮ ਕਰੋ, ਤੁਸੀਂ ਸਿੱਖਿਆ ਦੇ ਵਿੱਚ ਕੰਮ ਕਰੋ, ਤੁਸੀਂ ਸਿਹਤ ਸੇਵਾਵਾਂ 'ਚ ਕੰਮ ਕਰੋ, ਤੁਸੀਂ ਦਫ਼ਤਰਾਂ ਦੇ ਵਿੱਚੋਂ ਭ੍ਰਿਸ਼ਟਾਚਾਰ ਖਤਮ ਕਰ ਦਿਓ, ਤੁਸੀਂ ਆਮ ਲੋਕਾਂ ਦੇ ਰੁਜ਼ਗਾਰ ਦੇ ਮੁੱਦੇ ਤੇ ਕੰਮ ਕਰ ਲਓ। ਪਰ ਜੋੜ ਤੋੜ ਜਿਹੜਾ ਉਹ ਬੜਾ ਠੋਕ ਵਜਾ ਕੇ ਚੱਲਦਾ। ਸਾਰੀਆਂ ਸਿਆਸੀ ਧਿਰਾਂ ਇਹ ਕੁਝ ਕਰਦੀਆਂ ਰਹੀਆਂ। ਜਦੋਂ ਕੈਪਟਨ ਸਾਹਿਬ ਦੀ ਸਰਕਾਰ ਸੀ, ਬਹੁਤ ਸਾਰੀਆਂ ਪਾਰਟੀਆਂ ਦੇ ਵੱਖ-ਵੱਖ ਲੀਡਰ ਜਿਹੜੇ ਆ ਕਾਂਗਰਸ ਪਾਰਟੀ ਸ਼ਾਮਲ ਹੁੰਦੇ ਰਹੇ। ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਬਾਦਲ ਸਾਹਿਬ ਦੀ ਅਗਵਾਈ 'ਚ, ਬਹੁਤ ਸਾਰੀਆਂ ਪਾਰਟੀਆਂ ਦੇ ਲੀਡਰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੁੰਦੇ ਰਹੇ। ਅਸੀਂ ਤਾਂ 2-2 ਬਾਈ ਇਲੈਕਸ਼ਨਸ ਵੀ ਸਿਰਫ ਦਲ ਬਦਲੀਆਂ ਕਰਕੇ ਵੇਖੀਆਂ ਪੰਜਾਬ 'ਚ, ਮੋਗਾ ਤੇ ਤਲਵੰਡੀ ਸਾਬੋ ਵਾਲੀ, ਹੋਰ ਵੀ ਕਈ। ਹੁਣ ਆਮ ਆਦਮੀ ਪਾਰਟੀ ਤਬਦੀਲੀ ਦਾ ਹੋਕਾ ਦੇ ਕੇ ਸੱਤਾ 'ਚ ਆਈ। ਹਾਲਾਂਕਿ ਜ਼ਿਮਨੀ ਚੋਣ ਵਰਗੀ ਗੱਲ ਤਾਂ ਕੋਈ ਨਹੀਂ, ਪਰ ਦਲ ਬਦਲੀਆਂ ਸਿਖਰ ਤੇ ਨੇ। ਸਾਰੇ ਜਾਣਦੇ ਸੀ ਕਿ ਕਾਂਗਰਸ ਪਾਰਟੀ ਦੇ ਕੋਲ ਜਲੰਧਰ ਲੋਕ ਸਭਾ ਹਲਕੇ ਦੇ ਵਿੱਚ ਵੱਧ MLA ਨੇ, ਉਹਨਾਂ ਦੇ 5 ਵਿਧਾਇਕ ਨੇ। ਆਮ ਆਦਮੀ ਪਾਰਟੀ ਕੋਲ 4 MLA ਨੇ। ਇਸ ਕਰਕੇ ਕਿਤੇ ਨਾ ਕਿਤੇ ਕਾਂਗਰਸ ਪਾਰਟੀ ਦਾਅਵਾ ਤਾਂ ਫਿਰ ਭਾਈ ਜਿਨ੍ਹਾਂ ਦੇ ਕੋਲੇ ਵੱਧ MLA ਨੇ ਉਸ ਲੋਕ ਸਭਾ ਹਲਕੇ 'ਚ, ਅਗਲਿਆਂ ਨੇ ਦਾਅਵਾ ਕਰਨਾ ਹੈ ਕਿ ਭਾਈ ਅਸੀਂ ਜਿੱਤਣਾ। ਆਮ ਆਦਮੀ ਪਾਰਟੀ ਕਹਿੰਦੀ ਸੀ ਅਸੀਂ ਜਿੱਤਣਾ। ਹੁਣ ਉਹਦੇ ਤੋਂ ਬਾਅਦ ਫਿਰ ਇੱਕ-ਇੱਕ ਕਰਕੇ ਦੇਖਿਆ ਗਿਆ ਕਿ ਅੱਛਾ ਕਿਹੜਾ ਬੰਦਾ ਕਿੰਨੀਆਂ ਕੁ ਵੋਟਾਂ ਲੈ ਸਕਦਾ, ਕਿੱਥੋਂ। ਸਭ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਜਗਬੀਰ ਸਿੰਘ ਬਰਾੜ ਤੇ ਡੋਰੇ ਪਾਏ, ਜਾਂ ਜਗਬੀਰ ਸਿੰਘ ਬਰਾੜ ਪਾਰਟੀ ਦੀਆਂ ਨੀਤੀਆਂ ਵੇਖ ਕੇ ਸ਼ਾਮਲ ਹੋਏ। ਆਪਾਂ ਸਿਆਸੀ ਬਿਆਨ ਲੈ ਲੈਣੇ, ਕਿਉਂਕਿ ਜਗਬੀਰ ਬਰਾੜ ਜਲੰਧਰ ਕੈਂਟ ਤੇ ਵੀ ਪ੍ਰਭਾਵ ਰੱਖਦੇ ਆ, ਇਲੈਕਸ਼ਨ ਨਕੋਦਰ ਵਾਲੇ ਪਾਸਿਓਂ ਵੀ ਲੜੀ ਹੈ, ਦੋਨੋਂ ਜਲੰਧਰ ਲੋਕ ਸਭਾ ਹਲਕੇ ਦਾ ਹਿੱਸਾ ਹੈ। ਚਲੋ ਪਹਿਲਾਂ ਤਾਂ ਉਹਨਾਂ ਨੂੰ ਲੈ ਆਂਦਾ, ਹਾਲਾਂਕਿ ਉਹ ਸਾਲ ਪਹਿਲਾਂ ਹੀ ਅਜੇ ਚੋਣ ਲੜ ਕੇ ਹਟੇ ਆ ਆਮ ਆਦਮੀ ਪਾਰਟੀ ਦੇ ਖਿਲਾਫ। ਉਹਦੇ ਤੋਂ ਬਾਅਦ ਫਿਰ ਉਮੀਦਵਾਰ ਲੱਭਣਾ ਸੀ ਤੇ ਜਲੰਧਰ ਪੱਛਮੀ ਤੋਂ ਸੁਸ਼ੀਲ ਰਿੰਕੂ ਨੂੰ ਲੈ ਆਂਦਾ, ਪਾਰਟੀ 'ਚ ਲਿਆਂਦਾ। ਪਾਰਟੀ 'ਚ ਲਿਆ ਕੇ 12-14 ਘੰਟਿਆਂ ਬਾਅਦ ਹੀ ਕੈਂਡੀਡੇਟ ਬਣਾਤਾ। ਹਾਲਾਂਕਿ ਸੁਸ਼ੀਲ ਰਿੰਕੂ ਦੇ ਖਿਲਾਫ ਆਮ ਆਦਮੀ ਪਾਰਟੀ ਵੱਲੋਂ ਚੋਣ ਲੜ ਕੇ MLA ਬਣੇ ਸ਼ੀਤਲ ਅੰਗਰਾਲ, ਉਹਨਾਂ ਦੀਆਂ ਬਹੁਤ ਸਾਰੀਆਂ ਵੀਡੀਓਜ਼ ਜਿਹੜੀਆਂ ਲੋਕਾਂ ਨੇ ਕੱਢ-ਕੱਢ ਕੇ ਪਾਈਆਂ ਕਿ ਦੇਖੋ ਰਿੰਕੂ ਸਾਹਿਬ ਦੇ ਖਿਲਾਫ ਇਲੈਕਸ਼ਨ 'ਚ ਕੀ ਕਹਿੰਦੇ ਸੀ। ਤੇ ਹੁਣ ਰਹਿੰਦੀ ਖੁੰਦੀ ਕਸਰ ਕਰਤਾਰਪੁਰ ਵਿਧਾਨ ਸਭਾ ਹਲਕੇ ਤੋਂ ਸੰਧਾਲੀਆ ਸਾਹਿਬ ਪੂਰੀ ਹੋ ਗਈ। 2017 'ਚ ਕਾਂਗਰਸ ਦੀ ਟਿਕਟ ਤੇ ਜਿੱਤ ਕੇ MLA ਬਣੇ ਸੀ ਚੌਧਰੀ ਸੁਰਿੰਦਰ ਸਿੰਘ। ਉਹ ਐਤਕੀ ਇਲੈਕਸ਼ਨ ਹਾਰ ਗਿਆ ਸੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਲਕਾਰ ਸਿੰਘ ਹੋਰਾਂ ਤੋਂ, ਕਰਤਾਰਪੁਰ ਤੋਂ ਹੀ। ਉਹ ਵੀ ਭਗਵੰਤ ਮਾਨ ਮੁੱਖ ਮੰਤਰੀ ਸਾਹਿਬ ਦੀ ਹਾਜ਼ਰੀ ਦੇ ਵਿੱਚ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ। ਸੋ 3 ਸਾਬਕਾ ਵਿਧਾਇਕ ਜਿਹੜੇ ਜਲੰਧਰ ਲੋਕ ਸਭਾ ਹਲਕੇ ਨਾਲ ਸੰਬੰਧ ਰੱਖਦੇ ਆ, ਜਗਬੀਰ ਸਿੰਘ ਬਰਾੜ, ਸੁਸ਼ੀਲ ਰਿੰਕੂ ਤੇ ਚੌਧਰੀ ਸੁਰਿੰਦਰ ਸਿੰਘ, ਇੱਕ ਜਲੰਧਰ ਕੈਂਟ ਨਾਲ ਸੰਬੰਧਿਤ, ਇੱਕ ਜਲੰਧਰ ਪੱਛਮੀ ਨਾਲ ਸੰਬੰਧਿਤ, ਇੱਕ ਕਰਤਾਰਪੁਰ ਨਾਲ ਸੰਬੰਧਿਤ, ਤਿੰਨੋਂ ਸਾਬਕਾ ਵਿਧਾਇਕ ਆਮ ਆਦਮੀ ਪਾਰਟੀ ਚਲੇ ਗਏ। ਹੁਣ ਇਹਦਾ ਸਭ ਤੋਂ ਇੰਪੋਰਟੈਂਟ ਪੱਖ ਕੀ ਹੈ? ਕਾਂਗਰਸ ਪਾਰਟੀ ਨੇ ਟਿਕਟ ਦਿੱਤੀ ਆ ਚੌਧਰੀ ਕਰਮਜੀਤ ਕੌਰ ਨੂੰ। ਚੌਧਰੀ ਕਰਮਜੀਤ ਕੌਰ ਦੇ ਪਤੀ ਚੌਧਰੀ ਸੰਤੋਖ ਸਿੰਘ ਹੋਰਾਂ ਦਾ ਹੋ ਗਿਆ ਸੀ ਦੇਹਾਂਤ। ਹੁਣ ਚੌਧਰੀ ਸੰਤੋਖ ਸਿੰਘ ਤੇ ਚੌਧਰੀ ਜਗਜੀਤ ਸਿੰਘ ਆਪਸ ਦੇ ਵਿੱਚ ਭਰਾ,
ਸਕੇ ਭਰਾ ਚੌਧਰੀ ਸੰਤੋਖ ਸਿੰਘ ਤੇ ਚੌਧਰੀ ਜਗਜੀਤ ਸਿੰਘ। ਚੌਧਰੀ ਜਗਜੀਤ ਸਿੰਘ ਦਾ ਬੇਟਾ ਚੌਧਰੀ ਸੁਰਿੰਦਰ ਸਿੰਘ, ਜਾਣੀ ਕਿ ਰਿਸ਼ਤੇ ਦੇ ਵਿੱਚ ਚੌਧਰੀ ਸੁਰਿੰਦਰ ਸਿੰਘ ਹੋਰੀ ਆਪਣੇ ਕਰਮਜੀਤ ਕੌਰ ਚੌਧਰੀ ਹੋਰਾਂ ਦੇ ਭਤੀਜੇ ਲੱਗਦੇ ਆ। ਸੋ ਆਪਣੀ ਪਰਿਵਾਰ ਦੇ ਮੈਂਬਰ ਦੇ ਖਿਲਾਫ ਹੀ ਹੁਣ ਚੌਧਰੀ ਸੁਰਿੰਦਰ ਸਿੰਘ ਹੋਰੀ ਪ੍ਰਚਾਰ ਕਰਨਗੇ। ਆਮ ਆਦਮੀ ਪਾਰਟੀ ਉਹਨਾਂ ਨੂੰ ਕਿਉਂ ਲੈ ਕੇ ਆਈ? ਬਹੁਤ ਵੱਡਾ ਸਵਾਲ ਹੈ ਕਿ ਜਦ ਉੱਥੋਂ ਐਮਐਲਏ ਆਪਣਾ ਚੌਧਰੀ ਸੁਰਿੰਦਰ ਸਿੰਘ ਹੋਰੀ ਸਿਰਫ 4000 ਵੋਟਾਂ ਦੇ ਫਰਕ ਨਾਲ ਹੀ ਹਰੇ। 41000 ਵੋਟਾਂ ਕਰਤਾਰਪੁਰ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਨੂੰ ਪਈਆਂ। 37000 ਤੋਂ ਵੀ ਵੱਧ ਵੋਟਾਂ ਕਾਂਗਰਸੀ ਉਮੀਦਵਾਰ ਦੇ ਰੂਪ ਦੇ ਵਿੱਚ ਚੌਧਰੀ ਸੁਰਿੰਦਰ ਸਿੰਘ ਹੋਰੀ ਲੈ ਗਿਆ ਸੀ। ਸੋ ਸਿਰਫ 4000 ਵੋਟਾਂ ਦਾ ਹੀ ਫਰਕ ਸੀ। ਬਿਲਕੁਲ ਉਸੇ ਤਰ੍ਹਾਂ ਜਿੱਦਾਂ ਜਲੰਧਰ ਵੈਸਟ ਤੋਂ ਜਲੰਧਰ ਪੱਛਮੀ ਤੋਂ ਸੁਸ਼ੀਲ ਰਿੰਕੂ ਹਰ ਗਿਆ ਸੀ, ਸ਼ੀਤਲ ਅੰਗਰਾਲ ਆਮ ਆਦਮੀ ਪਾਰਟੀ ਦੇ ਜਿੱਤੇ ਸੀ, ਪਰ ਵੋਟਾਂ ਉੱਥੇ ਵੀ 4-5000 ਦਾ ਹੀ ਫਰਕ ਸੀ। ਪਰ ਸੰਧਾਲੀਆ ਸਾਹਿਬ ਸਵਾਲ ਉੱਥੇ ਦਾ ਉੱਥੇ ਹੀ ਖਲੋਤਾ। ਤਬਦੀਲੀ ਦਾ ਹੋਕਾ ਸੀ, ਪਰਿਵਰਤਨ ਦਾ ਹੋਕਾ ਸੀ, ਆਮ ਲੋਕਾਂ ਆਮ ਘਰਾਂ ਚੋਂ ਦਿਹਾੜੀਦਾਰਾਂ ਨੂੰ, ਮਜ਼ਦੂਰਾਂ ਨੂੰ, ਕਿਰਤੀ ਲੋਕਾਂ ਨੂੰ ਲੀਡਰ ਬਣਾਉਣ ਦਾ ਹੋਕਾ ਸੀ। ਪਰ ਹੁਣ ਵੱਖ-ਵੱਖ ਸਿਆਸੀ ਪਾਰਟੀਆਂ ਤੋਂ ਵੱਡੇ ਭਾਰੇ ਲੀਡਰ ਆਪਣੀ ਪਾਰਟੀ ਸ਼ਾਮਲ ਕਰਕੇ ਆਮ ਆਦਮੀ ਪਾਰਟੀ ਰਵਾਇਤੀ ਪਾਰਟੀਆਂ ਵਾਲੇ ਰਾਹ ਤਾਂ ਨਹੀਂ ਚੱਲ ਪਈ। ਵੇਖੋ, ਜਦੋਂ ਤੁਸੀਂ ਤਬਦੀਲੀ ਦੀ ਗੱਲ ਕਰਦੇ ਆ, ਇਹ ਵੀ ਤੇ ਤਬਦੀਲੀ ਹੈ ਨਾ। ਜਿਹੜੇ ਬੰਦੇ ਦੂਜੀਆਂ ਪਾਰਟੀਆਂ ਬਦਲ ਕੇ ਤੇ ਇੱਧਰ ਆ ਰਹੇ, ਉਹ ਵੀ ਤੇ ਪਾਰਟੀ ਤਬਦੀਲੀ ਕਰ ਰਿਹਾ। ਖੈਰ, ਸੁਰਿੰਦਰ ਚੌਧਰੀ ਹੋਰਾਂ ਦੀ ਗੱਲ ਮੈਂ ਸੁਣ ਰਿਹਾ ਸੀ, ਇੱਕ ਮੀਡੀਆਦਾਰ ਨਾਲ ਗੱਲ ਕਰਦੇ ਆ, ਪੁੱਛ ਲਿਆ, ਕਿਉਂਕਿ ਸਵਾਲ ਤੇ ਮੀਡੀਆ ਵਾਲੇ ਪੁੱਛਣਗੇ ਨਾ ਵੀ ਚੌਧਰੀ ਸਾਹਿਬ ਕੀ ਗੱਲ ਬਣ ਗਈ ਮਹਾਰਾਜ, ਕਾਂਗਰਸ ਪਾਰਟੀ ਤੋਂ ਐਸੀ ਬੇਮੁਖੀ ਕਿਉਂ? ਹੁਣ ਉਹਨਾਂ ਦਾ ਜਵਾਬ ਕੋਈ ਬਹੁਤਾ ਸੰਤੁਸ਼ਟ ਕਰਨ ਵਾਲਾ ਹੈ ਨਹੀਂ ਸੀ, ਕਿਉਂਕਿ ਉਹ ਕਹਿੰਦੇ ਵੀ ਨਹੀਂ, ਕਾਂਗਰਸ ਪਾਰਟੀ ਬੜੀ ਪੁਰਾਣੀ ਪਾਰਟੀ, ਦੇਸ਼ ਆਜ਼ਾਦ ਕਰਾਇਆ, ਉਸ ਤੋਂ ਬਾਅਦ ਦੇਸ਼ ਨੂੰ ਬਿਲਡ ਕਰਨ ਦੇ ਵਿੱਚ ਵੀ ਬਹੁਤ ਵੱਡਾ ਰੋਲ ਕਾਂਗਰਸ ਪਾਰਟੀ ਦਾ। ਫਿਰ ਉਹ ਕਹਿੰਦੇ ਪਹਿਲੇ ਲੀਡਰ ਚੰਗੇ ਸੀ, ਪਹਿਲੇ ਲੀਡਰ ਵਧੀਆ ਸੀ, ਹੁਣ ਲੀਡਰਾਂ ਦੇ ਸ਼ਾਇਦ ਕਿਰਦਾਰ 'ਚ ਕੋਈ ਕਹਿੰਦੇ ਥੋੜ੍ਹੀ ਬਹੁਤ ਕਮੀ ਆ ਗਈ। ਫਿਰ ਜਦੋਂ ਗੱਲ ਗੋਲਮੋਲ ਜੀ ਲੱਗੀ, ਫਿਰ ਪੁੱਛਿਆ ਵੀ ਨਹੀਂ, ਉਹ ਤਾਂ ਚਲੋ ਗੱਲ ਨਾ ਮੰਨ ਲਈਆਂ, ਤੁਹਾਡਾ ਕੀ ਕਾਰਨ ਬਣਿਆ ਵੀ ਤੁਸੀਂ ਕਿਉਂ ਛੱਡਤੀ ਕਾਂਗਰਸ? ਇਹ ਗੱਲ ਕੋਈ ਬਹੁਤੀ ਨਿਕਲੀ ਨਹੀਂ। ਮੇਰਾ ਖਿਆਲ ਪਿਛਲੇ ਦਿਨੀ ਆਪਾਂ ਇਹ ਦੇਖਿਆ ਸੀ, ਕਿਉਂਕਿ ਹੁਣ ਜਿਹੜੀ ਕਾਂਗਰਸ ਪਾਰਟੀ ਉਹਦੇ ਵਿੱਚ ਪ੍ਰਧਾਨ ਚੇਂਜ ਹੋਏ ਨੇ, ਰਾਜਾ ਵੜਿੰਗ ਸਾਹਿਬ, ਅਤੇ ਜਦੋਂ ਪ੍ਰਧਾਨ ਚੇਂਜ ਹੁੰਦਾ ਫਿਰ ਆਪਾਂ ਦੇਖਦੇ ਹਾਂ ਵੀ ਪ੍ਰਧਾਨ ਦੇ ਹਿਸਾਬ ਨਾਲ ਜਿਹੜਾ ਬਾਕੀ ਦੀਆਂ ਅਹੁਦੇਦਾਰੀਆਂ ਨੇ, ਸਟਰਕਚਰ ਜਿਹੜਾ ਉਹ ਵੀ ਚੇਂਜ ਹੁੰਦਾ ਵੀ ਕਿੱਥੇ ਕਿਹਨੂੰ ਕਿਹੜਾ ਅਹੁਦਾ ਦੇਣਾ, ਕਿੱਥੇ ਕਿਹਨੂੰ ਕਿਹੜਾ ਅਹੁਦਾ ਨਹੀਂ ਦੇਣਾ। ਫਿਰ ਜਿਹੜੇ ਲੀਡਰ ਨੇ ਉਹ ਆਪਣੇ ਆਪਣੇ ਬੰਦੇ ਵੀ ਗਾਂ ਐਡਜਸਟ ਕਰਾਉਣ ਦੀ ਕੋਸ਼ਿਸ਼ ਕਰਦੇ ਜੀ, ਵੀ ਇਹਨੂੰ ਥੋੜ੍ਹਾ ਜਿਹਾ ਸਰਕਲ 'ਚ ਪਾ ਦਿਓ, ਇਹਨੂੰ ਜ਼ਿਲ੍ਹੇ 'ਚ ਪਾ ਦਿਓ, ਇਹਨੂੰ ਹਲਕੇ 'ਚ ਪਾ ਦਿਓ ਜੀ, ਕਿਸੇ ਨਾ ਕਿਸੇ ਤਰ੍ਹਾਂ ਸੈੱਟ ਕਰ ਦਿਓ, ਕੱਲ੍ਹ ਨੂੰ ਬੰਦੇ ਆਪਣੇ ਨਾਲ ਤੁਰੇ ਰਹਿਣਗੇ। ਸ਼ਾਇਦ ਕੋਈ ਇਹੋ ਜਿਹੀ ਗੱਲ, ਉਹ ਕਹਿੰਦੇ ਵੀ ਮੈਂ ਵੀ ਲਿਸਟ ਭੇਜੀ ਸੀ ਅਤੇ ਮੇਰੇ ਬੰਦੇ ਜਿਹੜੇ ਸੀ ਉਹ ਐਡਜਸਟ ਹੀ ਨਹੀਂ ਕੀਤੇ ਗਏ। ਉਹ ਤਾਂ ਕਹਿੰਦੇ ਵੀ ਮੇਰੀ ਵੀ ਜਿਹੜੀ ਉਹ ਕੇਂਦਰੀ ਕਮੇਟੀ ਹੈ ਕਾਂਗਰਸ ਪਾਰਟੀ ਦੀ, ਉਹਦੇ ਲਈ ਨਾਂ ਗਿਆ ਸੀ, ਕਹਿੰਦੇ ਉਹ ਵੀ ਕਿਸੇ ਨੇ ਮੇਰਾ ਨਾਂ ਕਟਵਾਤਾ। ਅਤੇ ਫਿਰ ਮੈਂ ਨਾਰਾਜ਼ ਹੋ ਗਿਆ, ਕਹਿੰਦੇ ਫਿਰ ਮੈਂ ਸੋਚਿਆ ਵੀ ਜੇ ਮੇਰੇ ਨਾਲ ਇੱਦਾਂ ਕਰਦੇ ਆ ਅਤੇ ਆਪਾਂ ਹੁਣ ਫਿਰ ਕਾਂਗਰਸ ਨੂੰ ਝਟਕਾ ਦੇਣਾ। ਹੁਣ ਚੌਧਰੀ ਸਾਹਿਬ ਦਾ ਐਕਸਕਿਊਜ਼ ਤਾਂ ਇਹ ਸੀਗਾ ਉਹ ਪਾਰਟੀ 'ਚ ਆਉਣ ਦਾ। ਹੁਣ ਉਹ ਤਾਂ ਆ ਗਏ ਨੇ, ਮਗਰ ਜਿਹੜਾ ਹੁਣ ਤੁਸੀਂ ਦੱਸਿਆ ਕਿ 40-41 ਵੋਟਰ ਆ, ਉਹ ਚੌਧਰੀ ਸਾਹਿਬ ਦੀ ਇਸ ਸੋਚ ਦੇ ਨਾਲ ਉਹਨਾਂ ਦੇ ਵਾਲੇ ਪਾਸੇ ਝੁਕਦਾ ਕਿ ਨਹੀਂ ਝੁਕਦਾ, ਇਹ ਤਾਂ ਆ 10 ਮਈ ਨੂੰ ਪਤਾ ਲੱਗ ਹੀ ਜਾਣਾ, ਅਤੇ 13 ਤਰੀਕ ਨੂੰ ਡੱਬਾ ਖੋਲ੍ਹ ਕੇ ਸਾਰਿਆਂ ਨੂੰ ਪਤਾ ਲੱਗ ਜਾਣਾ ਵੀ ਹਾਂ ਬਈ ਕੌਣ ਕਿਹਦੇ ਨਾਲ ਤੁਰਿਆ, ਕੌਣ ਕਿਹਦੇ ਨਾਲ ਨਹੀਂ ਤੁਰਿਆ। ਪਰ ਇੱਕ ਗੱਲ ਤਾਂ ਹੈਗੀ ਹੈ ਕਿ ਵੀ ਜ਼ਿਮਨੀ ਚੋਣ ਦਾ ਰੌਲਾ ਜੇ ਘਟਿਆ, ਦਲ ਬਦਲੀਆਂ ਦਾ ਰੌਲਾ ਵਾਕਿਆ ਹੀ ਜ਼ਿਆਦਾ। ਅਤੇ ਇਸੇ ਦਲ ਬਦਲੀ ਦੇ ਵਿੱਚ ਜਿਹੜੀ ਦਲ ਬਦਲੀ ਅਡਵਾਲ ਸਾਹਿਬ ਨੇ ਕੀਤੀ ਸੀ ਬੀਜੇਪੀ ਵਾਲੇ ਪਾਸੇ ਅਕਾਲੀ ਦਲ ਤੋਂ, ਉਹਨਾਂ ਦੀ ਅਜੇ ਵੀ ਅਨਾਊਂਸਮੈਂਟ ਨਹੀਂ ਹੋਈ ਐਜ਼ ਏ ਕੈਂਡੀਡੇਟ। ਹਾਲਾਂਕਿ ਚਰਚਾ ਬੜਾ ਸੀ ਵੀ ਸ਼ਾਇਦ ਉਹ ਕੈਂਡੀਡੇਟ ਪੱਕਾ ਹੀ ਆ। ਇਹ ਗੱਲ ਥੋੜੀ ਠੀਕ ਹੈ ਸੰਧਾਲੀਆ ਸਾਹਿਬ ਕਿ ਇੰਦਰ ਇਕਬਾਲ ਸਿੰਘ ਅਟਵਾਲ ਹੋਰਾਂ ਨੂੰ ਕੀ ਕੁਰਸੀ ਉਧਰਲੇ ਪਾਸਿਓਂ, ਸੀਟ ਉਧਰਲੇ ਪਾਸਿਓਂ ਮਿਲੂ ਕਿ ਨਹੀਂ ਮਿਲੂ। ਹਾਲਾਂਕਿ ਉਹਨਾਂ ਨੇ ਕਿਹਾ ਸੀ ਕਿ ਮੇਰੇ ਨਾਲ ਕੋਈ ਗੱਲਬਾਤ ਨਹੀਂ ਹੋਈ, ਪਰ ਸਿਆਸਤ ਦੇ ਵਿੱਚ ਬਿਨਾਂ ਗੱਲਬਾਤ ਤੋਂ ਗੱਲਬਾਤ ਥੋੜੀ ਹੁੰਦੀ ਹੈ ਸੰਧਾਲੀਆ ਸਾਹਿਬ। ਤੁਹਾਡੇ ਤੋਂ ਹੀ ਮੈਂ ਸੁਣਿਆ, ਤੁਹਾਡੇ ਤੋਂ ਹੀ ਮੈਂ ਸਮਝਿਆ, ਤੁਹਾਡੇ ਤੋਂ ਹੀ ਮੈਂ ਜਾਣਿਆ ਕਿ ਸਾਰਾ ਕੁਛ। ਤੇ ਹੁਣ ਅੰਦਰ ਖਾਤੇ ਦੀ ਗੱਲ ਵੀ ਤੁਸੀਂ ਉਹ ਦੱਸਣੀ ਹੈ। ਪਰ ਇੱਕ ਗੱਲ ਤਾਂ ਸੰਧਾਲੀਆ ਸਾਹਿਬ ਹੈਗੀ ਆ, ਮੈਂ ਸੋਚ ਰਿਹਾ ਸੀ ਕਿ ਸੁਸ਼ੀਲ ਰਿੰਕੂ ਨੇ ਦਲ ਬਦਲੀ ਕੀਤੀ, ਉਹ ਬੰਦੇ ਨੂੰ ਟਿਕਟ ਮਿਲ ਗਈ। ਹੁਣ ਚੌਧਰੀ ਸੁਰਿੰਦਰ ਸਿੰਘ ਹੋਰਾਂ ਨੇ ਦਲ ਬਦਲੀ ਕੀਤੀ ਹੈ, ਨਾ ਤਾਂ ਹੁਣ ਜਲੰਧਰ ਵਾਲੀ ਟਿਕਟ ਖਾਲੀ ਹੈ ਕਿਉਂਕਿ ਰਿੰਕੂ ਸਾਹਿਬ ਨੂੰ ਮਿਲ ਗਈ, ਨਾ ਉਹਨਾਂ ਦਾ ਕਰਤਾਰਪੁਰ ਵਿਧਾਨ ਸਭਾ ਹਲਕਾ ਖਾਲੀ ਹੈ ਕਿਉਂਕਿ ਉੱਥੋਂ ਆਮ ਆਦਮੀ ਪਾਰਟੀ ਦੇ ਬਲਕਾਰ ਸਿੰਘ ਹੋਰੀ ਪਹਿਲੀ ਐਮਐਲਏ ਨੇ। ਫਿਰ ਦਲ ਬਦਲੀ ਦਾ ਕਾਰਨ ਕੀ ਰਿਹਾ? ਕਿਉਂਕਿ ਜੇ ਆਪਾਂ ਇਹ ਕਾਰਨ ਮੰਨੀਏ ਕਿ ਭਾਈ ਉਹਨਾਂ ਦੇ ਬੰਦੇ ਨਹੀਂ ਐਡਜਸਟ ਕੀਤੇ ਜਾਂ ਉਹਨਾਂ ਦਾ ਨਾਂ ਕਟਾਤਾ, ਕਿਉਂਕਿ ਪਾਰਟੀ ਦੇ ਅੰਦਰ ਹੁਣ ਤਾਂ ਨਵਜੋਤ ਸਿੰਘ ਸਿੱਧੂ ਹੋਰੀ ਵੀ ਸਰਗਰਮ ਨੇ, ਹੋਰ 20 ਬੰਦੇ ਸਰਗਰਮ ਨੇ, ਪਰ ਇਧਰਲੇ ਪਾਸੇ ਨੂੰ ਆਉਣ ਦਾ ਕਾਰਨ ਜਿਹੜਾ ਉਹ ਸਮਝੋ ਬਾਹਰ ਹੈ। ਅੰਦਰ ਖਾਤੇ ਵਿੱਚ ਵਿਚਾਲੇ ਵਾਲੀ ਗੱਲ ਕੀ ਹੈ? ਤੇ ਦੂਸਰੀ ਗੱਲ ਸਭ ਤੋਂ ਵੱਡੀ ਕਿ ਕੀ ਇਹਨਾਂ ਦੇ ਸਪੋਰਟਰ, ਕਿਉਂਕਿ ਸੁਸ਼ੀਲ ਰਿੰਕੂ ਨੇ 13 ਕੌਂਸਲਰ ਜਿਹੜੇ ਆ ਉਹ ਵੀ ਆਮ ਆਦਮੀ ਪਾਰਟੀ ਸ਼ਾਮਲ ਕਰਾਤੇ। ਹੁਣ 13 ਕੌਂਸਲਰ ਨੇ, 100-100, 200-200, 300 ਵੋਟ ਵੀ ਜੇ ਉਹਨਾਂ ਦੇ ਪਿੱਛੇ ਹੋਵੇ, 100 ਵੋਟ ਵੀ ਹੋਵੇ ਤਾਂ 1300 ਵੋਟ ਬਣਦੀ ਹੈ, 200 ਵੋਟ ਹੋਵੇ ਤਾਂ 2600 ਬਣਦੀ ਹੈ, 300 ਵੋਟ ਹੋਵੇ ਤਾਂ 4,000 ਦੇ ਕਰੀਬ ਪਹੁੰਚ ਜਾਂਦੇ ਆ। ਉਹਦੇ ਨਾਲ ਤਾਂ ਫਰਕ ਪੈਂਦਾ ਨਜ਼ਰ ਆਉਂਦਾ ਹੈ।
ਬਾਕੀ ਹੁਣ ਚੌਧਰੀ ਸਾਹਿਬ ਦੇ ਮਗਰ ਕਿੰਨੇ ਜਣੇ ਜਾਣਗੇ, ਚੌਧਰੀ ਪਰਿਵਾਰ ਦੇ ਵਿੱਚ ਆਪਸ ਦੇ ਵਿੱਚ ਇਹਦਾ ਕੀ ਫਰਕ ਪਊਗਾ? ਕਿਉਂਕਿ ਕਾਂਗਰਸ ਦੇ ਲਈ ਸੰਧਾਲੀਆ ਸਾਹਿਬ ਇੱਕ ਗੱਲ ਤਾਂ ਹੈਗੀ ਹੈ ਕਿ ਖਤਰੇ ਦੀ ਘੰਟੀ ਤਾਂ ਹੈ ਕਿ ਜਦੋਂ ਤੁਹਾਡੇ ਸੁਸ਼ੀਲ ਰਿੰਕੂ ਹੋਰੀ ਚਲੇ ਜਾਂਦੇ ਆ, ਤੁਹਾਡੇ ਚੌਧਰੀ ਸੁਰਿੰਦਰ ਸਿੰਘ ਹੋਰੀ ਚਲੇ ਜਾਂਦੇ। ਹੁਣ ਜਲੰਧਰ ਵੈਸਟ ਤੋਂ ਮੈਂ ਸੋਚ ਰਿਹਾ ਸੀ ਕਿ ਕਹਾਣੀ ਕਿੱਦਾਂ ਜਾਊ, ਕਿਉਂਕਿ ਕੇਪੀ ਪਰਿਵਾਰ ਉੱਥੋਂ ਟਿਕਟ ਮੰਗਦਾ ਸੀ, ਨਹੀਂ ਦਿੱਤੀ, ਰਿੰਕੂ ਸਾਹਿਬ ਨੂੰ ਦੇਤੀ। ਹੁਣ ਰਿੰਕੂ ਸਾਹਿਬ ਹਲਕਾ ਖਾਲੀ ਕਰ ਗਏ ਆ ਤੇ ਕੇਪੀ ਸਾਹਿਬ ਦੇ ਲਈ ਉਹ ਹਲਕਾ ਖਾਲੀ ਹੋ ਗਿਆ। ਹੁਣ ਮੈਨੂੰ ਲੱਗਦਾ ਕਿ ਉਹਨਾਂ ਦੇ ਵੀ ਇੱਧਰ ਉੱਧਰ ਜਾਣ ਦੀ ਸੰਭਾਵਨਾ ਮੁੱਕ ਜਾਣੀ ਹੈ, ਕਿਉਂਕਿ ਨਵਜੋਤ ਸਿੰਘ ਸਿੱਧੂ ਹੋਰੀ ਫਿਰ ਆ ਗਏ। ਉਹਨਾਂ ਨੇ ਦੇਖੋ ਕੰਮ ਸ਼ੁਰੂ ਕਰਤਾ। ਪਹਿਲਾਂ ਤਾਂ ਇਹ ਸੀ ਨਾ ਕਿ ਪੰਜਾਬ ਕਾਂਗਰਸ ਦੇ ਵਿੱਚ ਖੌਰੇ ਉਹਨਾਂ ਨੇ ਸਰਗਰਮ ਹੋਣਾ ਕਿ ਨਹੀਂ ਹੋਣਾ, ਉਹ ਸਿੱਧੇ ਮਹਿੰਦਰ ਸਿੰਘ ਕੇਪੀ ਹੋਰਾਂ ਦੇ ਘਰ ਆਉਂਦੇ ਆ। ਕਿਉਂਕਿ ਮਹਿੰਦਰ ਸਿੰਘ ਕੇਪੀ ਜਦੋਂ ਸਿੱਧੂ ਸਾਹਿਬ ਅੰਦਰ ਸੀ ਜੇਲ੍ਹ ਦੇ ਵਿੱਚ, ਤਾਂ ਉਹ ਸਿੱਧੂ ਸਾਹਿਬ ਦੇ ਘਰ ਜਾ ਕੇ ਆਪਣਾ ਸਮਰਥਨ ਦਿੰਦੇ ਹੁੰਦੇ ਸੀ। ਤੇ ਸਿੱਧੂ ਸਾਹਿਬ ਕਹਿੰਦੇ ਜੀ ਮੈਂ ਤਾਂ ਪੁਰਾਣੇ ਕਾਂਗਰਸੀਆਂ ਨੂੰ ਇਕੱਠਾ ਕਰੂੰਗਾ, ਪੁਰਾਣੇ ਕਾਂਗਰਸੀਆਂ ਦੀ ਵੁਕਤ ਪੈਣੀ ਚਾਹੀਦੀ ਹੈ, ਇਹ ਪਾਰਟੀ ਦੀਆਂ ਨੀਹਾਂ ਨੇ, ਇਹ ਪਾਰਟੀ ਦੀਆਂ ਜੜ੍ਹਾਂ ਨੇ। ਖਬਰਾਂ ਤੇ ਇਦਾਂ ਚੱਲੀਆਂ ਸੀ ਕਿ ਮਹਿੰਦਰ ਸਿੰਘ ਕੇਪੀ ਨੂੰ ਮਨਾਉਣ ਪੁੱਜੇ ਨਵਜੋਤ ਸਿੰਘ ਸਿੱਧੂ, ਤੇ ਉੱਥੇ ਫਿਰ ਗੱਲਾਂ ਬਾਤਾਂ ਹੋਈਆਂ। ਉਹਦੇ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਹੋਰਾਂ ਦੀ ਮੁਲਾਕਾਤ ਪ੍ਰਗਟ ਸਿੰਘ ਹੋਰਾਂ ਦੇ ਨਾਲ ਵੀ ਹੁੰਦੀ ਹੈ, ਅਵਤਾਰ ਹੈਨਰੀ ਹੋਰਾਂ ਦੇ ਨਾਲ ਹੁੰਦੀ ਹੈ, ਨਵਤੇਜ ਸਿੰਘ ਚੀਮਾ ਸੁਲਤਾਨਪੁਰ ਲੋਧੀ ਵਾਲੇ ਵੀ ਉਹਨਾਂ ਦੇ ਨਾਲ ਸੀ, ਕਈ ਹੋਰ ਲੀਡਰ ਨਾਲ ਸੀ। ਹੁਣ ਤੁਸੀਂ ਦੇਖੋ ਸੰਧਾਲੀਆ ਸਾਹਿਬ ਕਿਤੇ ਨਾ ਕਿਤੇ ਸਰਗਰਮੀਆਂ ਦੇ ਵਿੱਚ ਵਾਧਾ ਹੋ ਰਿਹਾ। ਪਹਿਲਾਂ ਖਹਿਰਾ ਸਾਹਿਬ ਨਾਲ ਮੁਲਾਕਾਤ ਹੁੰਦੀ ਹੈ, ਫਿਰ ਕੇਪੀ ਸਾਹਿਬ ਦੇ ਕੋਲੇ ਜਾਂਦੇ ਹੈ, ਫਿਰ ਹੈਨਰੀ ਸਾਹਿਬ ਦੇ ਕੋਲੇ ਜਾਂਦੀ ਹੈ। ਹੈਨਰੀ ਸਾਹਿਬ ਜੂਨੀਅਰ ਸੀਨੀਅਰ ਦੋਵੇਂ ਹੀ ਨਾਲ ਸੀ। ਫਿਰ ਪ੍ਰਗਟ ਸਿੰਘ ਹੋਰਾਂ ਦੇ ਨਾਲ ਤਾਂ ਚਲੋ ਪੁਰਾਣੀ ਯਾਰੀ ਹੈ ਉਹਨਾਂ ਦੀ, ਪ੍ਰਗਟ ਸਿੰਘ ਹੋਰੀ ਟਵੀਟ ਵੀ ਕਰਦੇ ਆ। ਸੋ ਦੇਖਦੇ ਹੈ ਕੁਝ ਨਾ ਕੁਝ ਤਾਂ ਗੁੱਛਮ ਗੁੱਛਾ ਹੋ ਰਿਹਾ ਜੀ ਕਾਂਗਰਸ 'ਚ। ਨਹੀਂ, ਗੁੱਛਮ ਗੁੱਛਾ ਨਹੀਂ, ਮੈਨੂੰ ਲੱਗਦਾ ਵੀ ਜਿਵੇਂ ਹੋਣਾ ਚਾਹੀਦਾ ਸੀ ਜਾਂ ਜਿਵੇਂ ਦੀ ਬਣਤਰ ਬਣੀ ਆ ਉਸੇ ਤਰ੍ਹਾਂ ਹੀ ਆ। ਤੁਸੀਂ ਦੇਖੋ ਆਮ ਤੌਰ ਤੇ ਆਪਾਂ ਕਿਸੇ ਵੇਲੇ ਸੋਚ ਲੈਣਾ ਵੀ ਇੱਕ ਸੱਚਾ ਬਣਿਆ ਤੇ ਉਹ ਸੱਚੇ ਦੇ ਵਿੱਚ ਕੋਈ ਵੀ ਮਿੱਟੀ ਢਾਲ ਕੇ ਪਾਈ ਜਾਵੇ ਤੇ ਉਹ ਬਿਲਕੁਲ ਉਸੇ ਤਰ੍ਹਾਂ ਦੀ ਬਣਦੀ ਹੈ ਜਿਸ ਤਰ੍ਹਾਂ ਦਾ ਸੱਚਾ ਹੁੰਦਾ। ਹੁਣ ਪਿਛਲੇ ਦਿਨਾਂ ਦੇ ਵਿੱਚ ਬੜਾ ਇਸ ਚੀਜ਼ ਦਾ ਰੌਲਾ ਸੀ ਵੀ ਕਾਂਗਰਸ ਪਾਰਟੀ ਨੂੰ ਕਿਤੇ ਨਾ ਕਿਤੇ ਧੜਿਆਂ ਨੇ ਮਾਰਤਾ। ਅਜੇ ਵੀ ਕਾਂਗਰਸ ਪਾਰਟੀ ਦੇ ਵਿੱਚ ਧੜੇਬੰਦੀ ਖਤਮ ਨਹੀਂ ਹੋ ਰਹੀ। ਹੁਣ ਸਿੱਧੂ ਸਾਹਿਬ ਜਦੋਂ ਅੰਦਰ ਸੀਗੇ, ਆਪਾਂ ਨੂੰ ਪਤਾ ਵੀ ਜਿੰਨੇ ਵੀ ਲੀਡਰ ਸਾਹਿਬਾਨ ਨੇ ਇਹਨਾਂ ਦੇ ਵਿੱਚ ਉੱਥੇ ਗੇੜੇ ਤੇ ਗੇੜਾ ਵੀ ਰੱਖਿਆ। 26 ਜਨਵਰੀ ਜਿੱਦਣ ਇਹ ਐਲਾਨ ਹੋ ਗਿਆ ਸੀ ਵੀ ਸ਼ਾਇਦ ਸਿੱਧੂ ਸਾਹਿਬ ਰਿਹਾ ਹੋ ਜਾਣ, ਬਹੁਤ ਸਾਰੇ ਲੀਡਰ ਉੱਥੇ ਪਹੁੰਚੇ ਵੀ, ਹੋਣ ਵਾਲੀ ਰਿਹਾਈ ਦੇ ਮੌਕੇ ਤੇ ਵੀ ਪਹੁੰਚੇ। ਇਲੈਕਸ਼ਨ ਜਦੋਂ ਚੱਲਦੀ ਸੀ ਉਦੋਂ ਵੀ ਸਿੱਧੂ ਸਾਹਿਬ ਦੇ ਪ੍ਰਚਾਰ ਦੇ ਲਈ ਜਾਂ ਸਿੱਧੂ ਸਾਹਿਬ ਆਪ ਪ੍ਰਚਾਰ ਦੇ ਲਈ ਇਹਨਾਂ ਲੀਡਰਾਂ ਤੱਕ ਪਹੁੰਚਦੇ ਰਹੇ। ਸੋ ਲਗਭਗ ਉਹੀ ਲੀਡਰ ਸਾਹਿਬਾਨ ਜਾਂ ਉਹੀ ਇੱਕ ਧੜਾ ਉਹ ਦੁਬਾਰਾ ਇਕੱਠਾ ਹੋ ਰਿਹਾ। ਪਰ ਇੱਕ ਗੱਲ ਹੈ ਵੀ ਹੁਣ ਸਿੱਧੂ ਸਾਹਿਬ ਨੇ ਮੈਨੂੰ ਲੱਗਦਾ ਵੀ ਅੰਦਰ ਖਾਤੇ ਬਿਆਨ ਦੇਣੇ ਵੀ ਸ਼ੁਰੂ ਕਰ ਦਿੱਤੇ, ਜਾਂ ਕਹ ਲਓ ਕਿ ਬਿਆਨਾਂ ਦੇ ਜਵਾਬ ਦੇਣੇ ਸ਼ੁਰੂ ਕਰ ਦਿੱਤੇ। ਪਿਛਲੇ ਦਿਨ ਹੀ ਰਵਨੀਤ ਬਿੱਟੂ ਸਾਹਿਬ ਨੇ ਕਿਹਾ ਸੀ ਨਾ ਵੀ ਇਹ ਸਿੱਧੂ ਸਾਹਿਬ ਨੇ ਜਾਂ ਚੰਨੀ ਸਾਹਿਬ ਨੇ ਜੀ ਇਹ ਇੱਕ ਤਰ੍ਹਾਂ ਨਾਲ ਖਤਮ ਹੀ ਕਰਤੀ ਕਹਾਣੀ, ਇਹ ਇਹਨਾਂ ਨੇ ਨੁਕਸਾਨ ਹੀ ਕੀਤਾ, ਕੋਈ ਫਾਇਦਾ ਨਹੀਂ ਹੋਇਆ ਇਹਦੇ ਵਿੱਚ, ਹੈ ਨਾ, ਉਹਦਾ ਉਹਨਾਂ ਨੂੰ ਕੋਈ ਨਹੀਂ ਮਿਲਣਾ। ਕਿਉਂਕਿ ਬੜੀ ਚਰਚਾ ਚੱਲਦੀ ਸੀ ਕਿ ਵੀ ਦਿੱਲੀ ਰਾਹੁਲ ਗਾਂਧੀ ਸਾਹਿਬ ਨੂੰ ਮਿਲ ਕੇ ਆਏ ਨੇ, ਉਹਨਾਂ ਦੀ ਭੈਣ ਜੀ ਨੂੰ ਮਿਲ ਕੇ ਆਏ ਨੇ, ਖੜਗੇ ਸਾਹਿਬ ਨੂੰ ਮਿਲੇ ਨੇ, ਤੇ ਸ਼ਾਇਦ ਕੋਈ ਕੇਂਦਰੀ ਪਾਰਟੀ ਦੇ ਵਿੱਚ ਕੋਈ ਕੇਂਦਰੀ ਅਹੁਦਾ ਮਿਲ ਜਵੇ। ਉਹਦੇ ਤੇ ਹੁਣ ਸਿੱਧੂ ਸਾਹਿਬ ਬੋਲੇ ਨੇ, ਉਹ ਕਹਿੰਦੇ ਵੀ ਦੇਖੋ ਜਿਹੜਾ ਲੀਡਰ ਹੁੰਦਾ ਨਾ ਉਹ ਕ੍ਰੈਡੀਬਿਲਿਟੀ ਦਾ ਹੁੰਦਾ, ਕਿਰਦਾਰ ਦਾ ਹੁੰਦਾ, ਅਹੁਦਿਆਂ ਦੇ ਨਾਲ ਲੀਡਰ ਨਹੀਂ ਕੋਈ ਬਣਦਾ। ਤੇ ਕ੍ਰੈਡੀਬਿਲਿਟੀ ਕਿਰਦਾਰ ਬਣਾਉਂਦਿਆਂ ਕਹਿੰਦੇ 10-20 ਸਾਲ ਲੱਗ ਜਾਂਦੇ ਨੇ, ਤੇ ਤੁਸੀਂ ਕ੍ਰੈਡੀਬਿਲਿਟੀ ਦੇ ਕਿਰਦਾਰ ਵਾਲੇ ਪਾਸੇ ਧਿਆਨ ਮਾਰੋ, ਅਹੁਦੇ ਤੇ ਆਉਂਦੇ ਜਾਂਦੇ ਰਹਿੰਦੇ ਆ। ਹੁਣ ਜਿਹੜੀ ਗੱਲ ਇਹ ਕਰਕੇ ਤੇ ਉਦੋਂ ਬਾਅਦ ਉਹਨਾਂ ਨੇ ਇਹ ਕਹਿਤਾ ਵੀ ਕਾਂਗਰਸ ਜਿਹੜੀ ਆ ਉਹਦੀ ਮੈਂ ਨੀਹਾਂ ਜਿਹੜੀਆਂ ਉਹ ਮਜ਼ਬੂਤ ਕਰਨੀਆਂ ਨੇ, ਜੇ ਨੀਂਹ ਮਜ਼ਬੂਤ ਹੋਊਗੀ ਤੇ ਫਿਰ ਪਾਰਟੀ ਵੀ ਮਜ਼ਬੂਤ ਹੋ ਜਾਊਗੀ। ਉਹਦੇ ਤੋਂ ਲੱਗਦਾ ਵੀ ਰਹਿਣਗੇ ਤੇ ਸਿੱਧੂ ਸਾਹਿਬ ਕਾਂਗਰਸ 'ਚ ਹੀ, ਤੇ ਰਹਿਣਗੇ ਵੀ ਮੈਨੂੰ ਲੱਗਦਾ ਹੁਣ ਹੌਲੀ ਹੌਲੀ ਆਪਣਾ ਧੜਾ ਇੱਕ ਵੱਖਰਾ ਬਣਾ ਕੇ। ਤੇ ਹੁਣ ਹੋ ਸਕਦਾ ਆਉਣ ਵਾਲੇ ਸਮੇਂ ਜਿੱਦਾਂ ਪਹਿਲੇ ਰਿਵਾਜ ਚੱਲਦਾ ਸੀ ਵੀ ਧੜਿਆਂ ਦੀ ਕਾਂਗਰਸ ਆ, ਉਹਦੇ 'ਚੋਂ ਜਿਹੜਾ ਧੜਾ ਥੋੜ੍ਹਾ ਜਿਹਾ ਹਾਵੀ ਹੋਊਗਾ, ਭਾਰਾ ਹੋਊਗਾ, ਉਹਦੇ ਹੱਥ ਦੇ ਵਿੱਚ ਕਮਾਨ ਆ ਜਾਊਗੀ। ਕੁੱਲ ਮਿਲਾ ਕੇ ਤਸਵੀਰ ਤੇ ਇਦਾਂ ਦੀ ਬਣਦੀ, ਬਾਕੀ ਕੁਝ ਪਤਾ ਨਹੀਂ ਕੱਲ੍ਹ ਨੂੰ ਕੀ ਹੋ ਜੇ। ਬਿਲਕੁਲ ਸੰਧਾਲੀਆ ਸਾਹਿਬ, ਦੇਖਦੇ ਹਾਂ ਹੁਣ ਜਲੰਧਰ ਲੋਕ ਸਭਾ ਹਲਕੇ ਦੀ ਉਪ ਚੋਣ ਦੇ ਲਈ ਪ੍ਰਚਾਰ ਸ਼ੁਰੂ ਹੋ ਗਿਆ। ਹਾਈ ਕਮਾਂਡ ਦੀ ਲੀਡਰਸ਼ਿਪ ਵੀ ਆਉਣ ਲੱਗ ਜਾਣੀ ਹੈ। ਉਹ ਹਾਈ ਕਮਾਂਡ ਜਦੋਂ ਆਏਗੀ ਤਾਂ ਉਹਦੇ ਸਾਹਮਣੇ ਬੈਠ ਕੇ ਵਿਵਹਾਰ ਕਿੱਦਾਂ ਦਾ ਕੀਤਾ ਜਾਂਦਾ, ਕਿਉਂਕਿ ਆਪਾਂ ਨੂੰ ਬਹੁਤ ਕੁਝ ਪਤਾ। ਚੰਨੀ ਸਾਹਿਬ ਹੋਰਾਂ ਦੀ ਅਨਾਉਂਸਮੈਂਟ ਹੋਈ ਸੀ, ਰਾਹੁਲ ਗਾਂਧੀ ਸਾਹਿਬ ਕੋਲ ਬੈਠੇ ਸੀ, ਸਿੱਧੂ ਸਾਹਿਬ ਨੂੰ ਬੋਲਣ ਦੇ ਲਈ ਹਾਕ ਮਾਰੀ ਗਈ ਸੀ, ਉਹ ਕਹਿੰਦੇ ਸੀ ਨਹੀਂ ਆਉਣਾ। ਉਹਦੇ ਤੋਂ ਬਾਅਦ ਸਿੱਧੂ ਸਾਹਿਬ ਪ੍ਰਧਾਨ ਸੀ, ਚੰਨੀ ਸਾਹਿਬ ਉਹਨਾਂ ਦੇ ਹਲਕੇ 'ਚ ਪ੍ਰਚਾਰ ਕਰਨ ਗਏ ਸੀ, ਰਾਜਾ ਵੜਿੰਗ ਸਾਹਿਬ ਨੇ ਪ੍ਰਧਾਨਗੀ ਸਾਂਭਣੀ ਸੀ, ਸਿੱਧੂ ਸਾਹਿਬ ਆ ਕੇ ਵੀ ਨਹੀਂ ਸੀ ਆਏ, ਬਾਹਰੋਂ ਮੁੜ ਗਿਆ ਸੀ ਰਾਜਾ ਵੜਿੰਗ ਹੋਰਾਂ ਨੂੰ ਮਿਲ ਕੇ। ਸੋ ਬਹੁਤ ਕੁਝ ਅਜੇ ਘਟਨਾ ਵਾਪਰਨਾ। ਪਰ ਜਲੰਧਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਨੇ ਕਾਂਗਰਸ ਪਾਰਟੀ ਦੇ ਅੰਦਰੂਨੀ ਤਾਣੇ ਬਾਣੇ ਦੀਆਂ ਬਹੁਤ ਸਾਰੀਆਂ ਤਹਿਾਂ ਜਿਹੜੀਆਂ ਨੇ ਉਹ ਖੋਲ ਦੇਣੀਆਂ। ਹੁਣ ਥੋੜੀ ਜਿਹੀ ਗੱਲ ਕਰਦੇ ਆ ਮੁੱਖ ਮੰਤਰੀ ਹੋਰਾਂ ਦੀ। ਜਦੋਂ ਚੌਧਰੀ ਸੁਰਿੰਦਰ ਸਿੰਘ ਹੋਰਾਂ ਨੂੰ ਪਾਰਟੀ ਦੇ ਵਿੱਚ ਸ਼ਾਮਲ ਕਰਾਇਆ ਉਹਨਾਂ ਨੇ ਕਰਤਾਰਪੁਰ 'ਚ ਰੈਲੀ ਕਰਕੇ, ਉੱਥੇ ਫਿਰ ਭਗਵੰਤ ਮਾਨ ਹੋਰੀ ਪੁਰਾਣੇ ਰੰਗ 'ਚ ਆ ਗਏ। ਉਹ ਕਹਿੰਦੇ ਜੀ ਦੇਖੋ ਗੱਲ ਇਹ ਹੈ ਕਿ ਬਿਜਲੀ ਕਹੀ ਜਾਂਦੇ ਜੀ ਪੰਜਾਬ 'ਚ ਬਿਜਲੀ ਨਹੀਂ ਆਉਣੀ, ਪਾਵਰਕਾਮ ਦਾ ਪੱਠਾ ਬਹਿ ਗਿਆ। ਉਹ ਕਹਿੰਦੇ ਐਡਵਾਂਸ ਪੈਸੇ ਦਿੱਤੇ ਪਾਵਰਕਾਮ ਵਾਲਿਆਂ ਨੂੰ, ਜਾ ਕੇ ਪੁੱਛ ਲਓ ਕਿ ਅਸੀਂ ਐਡਵਾਂਸ ਪਹਿਲੇ ਪੈਸੇ ਦਿੱਤੇ ਆ। ਉਹ ਕਹਿੰਦੇ ਪਿਛਲੀ ਵਾਰੀ ਤੁਸੀਂ ਪੰਜਾਬ ਦੇ ਕਿਸਾਨ ਨੂੰ ਝੋਨਾ ਲਾਇਆ, ਸਰਕਾਰ ਸਾਡੀ ਸੀ, 8 ਘੰਟੇ ਬਿਜਲੀ ਮਿਲੀ, ਇੱਕ ਵਾਰੀ ਵੀ ਬਿਜਲੀ ਦਾ ਕੱਟ ਲੱਗਾ।
ਐਤਕੀ ਵੀ ਨਹੀਂ ਲੱਗੂਗਾ। ਫਿਰ ਉਹ ਕਹਿੰਦੇ ਕੋਈ ਬਿਜਲੀ ਵਾਲੀ ਸਮੱਸਿਆ ਹੋਣੀ ਨਹੀਂ, ਬਿਜਲੀ ਨੇ ਕਹਿੰਦੇ ਝਮੱਕਾ ਵੀ ਨਹੀਂ ਮਾਰਨਾ। ਫਿਰ ਉਹਨਾਂ ਨੇ ਪੰਜਾਬ ਦੇ 1-2 ਲੀਡਰਾਂ ਦਾ ਨਾਂ ਲਿਆ। ਉਹ ਕਹਿੰਦੇ ਪੰਜਾਬ ਦੇ ਕਈ ਲੀਡਰਾਂ ਨੂੰ ਤਾਂ ਝਮੱਕਾ ਵੀ ਨਹੀਂ ਪਤਾ ਹੋਣਾ ਕੀ ਹੁੰਦਾ ਕਿ ਬਿਜਲੀ ਬਲਬ ਇੱਕ ਵਾਰੀ ਬੰਦ ਹੋਣਾ ਤੇ ਉਸੇ ਵੇਲੇ ਜਗਣਾ। ਕਹਿੰਦੇ ਝਮੱਕਾ ਵੀ ਨਹੀਂ ਪਤਾ ਹੋਣਾ ਇਹਨਾਂ ਨੇ ਤੁਹਾਡੀਆਂ ਸਮੱਸਿਆਵਾਂ ਤਾਂ ਕੀ ਹੱਲ ਕਰਨੀ ਹੈ। ਬਹੁਤ ਕੁਝ ਹੋਰ ਵੀ ਉਹਨਾਂ ਨੇ ਕਿਹਾ। ਉਹ ਕਹਿੰਦੇ ਜੀ ਸੀਟ ਵੀ ਜਿੱਤਣੀ ਹੈ, MP ਵੀ ਸਾਡਾ ਬਣਨਾ ਹੈ, ਤੁਹਾਡੇ ਸਾਹਮਣੇ ਹੀ ਹੈ, ਕਿਉਂਕਿ ਲੋਕਾਂ ਨੇ ਪ੍ਰਚਾਰ ਦੇ ਸਿਰ ਦੇ ਉੱਤੇ ਨਹੀਂ, ਲੋਕਾਂ ਨੇ ਕੰਮ ਦੇ ਸਿਰ ਦੇ ਉੱਤੇ ਵੋਟਾਂ ਪਾਉਣੀਆਂ। ਚਲੋ ਠੀਕ ਹੈ, ਮੁੱਖ ਮੰਤਰੀ ਸਾਹਿਬ ਨੇ ਕਿਹਾ ਤਾਂ ਫਿਰ ਭਾਈ ਇਦਾਂ ਹੀ ਹੋਣੀ ਹੈ। ਪਰ ਉਧਰ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਲੀਡਰ ਨੇ ਸਰਦਾਰ ਬਿਕਰਮ ਸਿੰਘ ਮਜੀਠੀਆ ਸਾਹਿਬ ਨੇ ਹੋਰ ਕਹਿਤਾ। ਉਹ ਕਹਿੰਦੇ ਜੀ ਬਹੁਤ ਮਾੜਾ ਕੰਮ ਆ ਸਰਕਾਰ ਦਾ। ਮੈਨੂੰ ਕਹਿੰਦੇ ਕਈ ਵਾਰੀ ਟੈਲੀਫੋਨ ਦੇ ਉੱਤੇ ਧਮਕੀਆਂ ਮਿਲੀਆਂ, ਮੈਂ ਕਈ ਵਾਰੀ ਪੰਜਾਬ ਪੁਲਿਸ ਤੱਕ ਅਪਰੋਚ ਕੀਤੀ ਪਰ ਕੁਝ ਵੀ ਨਹੀਂ ਉਹਨਾਂ ਨੇ ਕੀਤਾ। ਉਹ ਕਹਿੰਦੇ ਮੈਨੂੰ ਲੱਗਦਾ ਮੇਰੇ ਹਾਲ ਦੇ ਉੱਤੇ ਛੱਡ ਦਿੱਤਾ ਗਿਆ ਕਿ ਮਜੀਠੀਆ ਆਪੇ ਹੀ ਦੇਖੇ ਕੀ ਕਰਨਾ। ਹੁਣ ਕਹਿੰਦੇ ਜੇ ਮੈਨੂੰ ਧਮਕੀਆਂ ਆਉਂਦੀਆਂ, ਮੈਂ ਸ਼ਿਕਾਇਤ ਕਰਦਾ, ਮੈਂ ਸਾਬਕਾ ਮੰਤਰੀ ਹਾਂ, ਜੇ ਮੇਰੀ ਕੋਈ ਸੁਣਵਾਈ ਨਹੀਂ ਹੋ ਰਹੀ, ਮੇਰੇ ਵਾਲੀ ਸ਼ਿਕਾਇਤ ਦੇ ਉੱਤੇ ਕੋਈ ਐਕਸ਼ਨ ਨਹੀਂ ਲਿਆ ਗਿਆ ਇੰਨੇ ਦਿਨਾਂ ਦੇ ਵਿੱਚ, ਤਾਂ ਪੰਜਾਬ 'ਚ ਕਹਿੰਦੇ ਆਮ ਬੰਦੇ ਦਾ ਹਾਲ ਕੀ ਹੋਊਗਾ, ਤੁਸੀਂ ਹੁਣ ਆਪੇ ਦੱਸੋ। ਇਹ ਹੁਣ ਮਜੀਠੀਆ ਸਾਹਿਬ ਮੇਰਾ ਖਿਆਲ ਦੂਸਰੀ ਪ੍ਰੈਸ ਕਾਨਫਰੰਸ ਦੇ ਵਿੱਚ ਸਾਹਮਣੇ ਆਏ ਆ। ਇੱਕ ਤੇ ਉਹਨਾਂ ਨੇ ਜਿਹੜਾ ਇਹ ਗੱਲ ਕਹਿਤੀ ਧਮਕੀਆਂ ਵਾਲੀ, ਇੱਕ ਤਰ੍ਹਾਂ ਨਾਲ ਫਿਰ ਉਹੀ ਲਾਅ ਐਂਡ ਆਰਡਰ ਵਾਲੇ ਪਾਸੇ ਉਹਨਾਂ ਨੇ ਤਾਰ ਜੋੜਨ ਦੀ ਕੋਸ਼ਿਸ਼ ਕੀਤੀ। ਦੂਜੀ ਗੱਲ ਜਿਹੜੀ ਉਹਨਾਂ ਨੇ ਆਪਣੇ ਕੇਸ ਨਾਲ ਸੰਬੰਧਿਤ ਜ਼ਿਕਰ ਕੀਤਾ ਕਿ ਵੀ ਇੱਕ ਤਰ੍ਹਾਂ ਨਾਲ ਸਿਆਸੀ ਜਿਹੜੀ ਆ ਕਿਹੜਿਆ ਉਹ ਕੱਢੀ ਜਾ ਰਹੀ ਆ। ਉਹ ਕਹਿੰਦੇ 2 ਦਸੰਬਰ 2021 ਦੇ ਵਿੱਚ ਮੇਰੇ ਤੇ, ਕਿਉਂਕਿ ਉਦੋਂ ਕਾਂਗਰਸ ਪਾਰਟੀ ਦੀ ਸਰਕਾਰ ਸੀ, ਮੁੱਖ ਮੰਤਰੀ ਚੰਨੀ ਸਾਹਿਬ ਸੀਗੇ, ਉਦੋਂ ਕਹਿੰਦੇ ਉਹ ਪਰਚਾ ਜਿਹਾ ਬਣਾ ਕੇ ਤੋਂ ਸਾਰਾ ਕੇਸ ਸੀਗਾ 6 ਮਹੀਨਿਆਂ ਦੇ ਵਿੱਚ ਚਲਾਨ ਪੇਸ਼ ਕਰਨਾ ਹੁੰਦਾ ਵੀ ਆਹ ਲਓ ਜੀ ਆਹ ਸਾਰੇ ਦੋਸ਼ ਨੇ ਤੇ ਆਹ ਚਲਾਨ ਆ ਜੀ, ਆਹ ਚਾਰਜਸ਼ੀਟ ਆ। ਪਰ 6 ਮਹੀਨੇ ਛੱਡ ਕੇ ਕਹਿੰਦੇ ਹੁਣ 1.5 ਸਾਲ ਹੋ ਗਿਆ, ਇਹ ਤਾਂ ਕੋਈ ਚਲਾਨ ਨਹੀਂ ਹੈਗਾ। ਇਹਦਾ ਮਤਲਬ ਇਹ ਹੋ ਗਿਆ ਕਹਿੰਦੇ ਵੀ ਸਿਆਸਤ ਹੋ ਰਹੀ ਆ, ਸਿਆਸੀ ਤੌਰ ਤੇ ਆਪਸ ਦੇ ਵਿੱਚ ਕਿਹੜਾਂ ਕੱਢੀਆਂ ਜਾ ਰਹੀਆਂ। ਫਿਰ ਉਹ ਕਹਿੰਦੇ ਵੀ ਇਹ ਪਹਿਲਾਂ ਵੀ ਕੱਢੀਆਂ ਜਾਂਦੇ ਸੀ, ਹੁਣ ਵੀ ਕੱਢੀਆਂ ਜਾਣਗੀਆਂ, ਪਰ ਇਹ ਸਾਰੇ ਕੁਛ ਦੇ ਨਾਲ ਭਲਾ ਕਿਸੇ ਦਾ ਨਹੀਂ ਹੋਣ ਵਾਲਾ, ਇਸ ਤਰ੍ਹਾਂ ਨਹੀਂ ਕੀਤਾ ਜਾਣਾ ਚਾਹੀਦਾ। ਫਿਰ ਉਹ ਨਸ਼ੇ ਵਾਲੀਆਂ ਰਿਪੋਰਟਾਂ ਦੀ ਗੱਲ ਵੀ ਪੁੱਛੀ। ਉਹ ਕਹਿੰਦੇ ਵੀ ਤੁਸੀਂ ਉਹਦੇ 'ਚੋਂ ਵੀ ਨਿਕਲਦਾ ਦੇਖ ਲੈਣਾ ਵੀ ਕੀ ਆ ਸਾਰਾ ਕੁਛ। ਇਹ ਕੁੱਲ ਮਿਲਾ ਕੇ ਕਹਿੰਦੇ ਸਿਰਫ ਤੇ ਸਿਰਫ ਸਿਆਸਤ ਆ। ਹੁਣ ਜਿਸ ਹਿਸਾਬ ਨਾਲ ਦੁਬਾਰਾ ਤੋਂ ਮਜੀਠੀਆ ਸਾਹਿਬ ਸਰਗਰਮ ਹੋਏ ਆ ਤੇ ਹਰੇਕ ਚੀਜ਼ ਦਾ ਜਵਾਬ, ਖਾਸ ਕਰਕੇ ਉਹਨਾਂ ਦੇ ਨਾਲ ਸੰਬੰਧਿਤ ਜਿਹੜੇ ਕੇਸ ਨੇ ਉਹਨਾਂ ਦੇ ਵਿੱਚ ਵੀ ਉਹ ਖੁੱਲ੍ਹ ਕੇ ਬੋਲਣਾ ਸ਼ੁਰੂ ਕਰ ਦਿੱਤਾ। ਸੋ ਇਹ ਤੋਂ ਲੱਗਦਾ ਤਾਂ ਹੈ ਕਿ ਅਕਾਲੀ ਦਲ ਨੂੰ ਹੁਣ ਜਾਪਿਆ ਕਿ ਵੀ ਪਿੱਛੇ ਹਟ ਕੇ ਜਾਂ ਆਪਾਂ ਨੂੰ ਥੋੜ੍ਹਾ ਜਿਹਾ ਪਿਛਾਂਹ ਹੋ ਕੇ ਜੇ ਆਪਾਂ ਆਖੀਏ ਵੀ ਇੱਦਾਂ ਹੀ ਕੋਈ ਸਾਰਾ ਮਸਲਾ ਹੱਲ ਹੋ ਜੇ, ਇੱਦਾਂ ਨਹੀਂ ਗੱਲ ਬਣਨੀ, ਲੜਾਈ ਲੜਨੀ ਪੈਣੀ ਆ ਤੇ ਅੱਗੇ ਆ ਕੇ ਲੜਨੀ ਪੈਣੀ ਆ। ਹੁਣ ਦੇਖੋ ਜਦੋਂ ਜ਼ਿਮਨੀ ਚੋਣ ਦੇ ਲਈ ਆਪਣਾ ਉਮੀਦਵਾਰ ਦਿੰਦੀ ਹੈ ਅਕਾਲੀ ਪਾਰਟੀ, ਕਿਉਂਕਿ ਬਸਪਾ ਨੇ ਤਾਂ ਕਹਿਤਾ ਵੀ ਉਮੀਦਵਾਰ ਅਕਾਲੀਆਂ ਦਾ ਹੋਊਗਾ, ਉਹਦੇ ਤੋਂ ਬਾਅਦ ਹੋ ਸਕਦਾ ਜਦੋਂ ਰੈਲੀਆਂ ਵਾਲਾ ਦੌਰ ਚੱਲ ਪਿਆ, ਕਿਉਂਕਿ ਰੈਲੀ ਅਜੇ ਤੇ ਆਮ ਆਦਮੀ ਪਾਰਟੀ ਨੇ ਕੀਤੀ, ਬਾਕੀ ਵੀ ਕਰਨਗੇ, ਉਹਦੇ ਵਿੱਚ ਹੋ ਸਕਦਾ ਵੀ ਫਿਰ ਵੱਡੇ ਵੱਡੇ ਭਾਸ਼ਣਾਂ ਦੇ ਵਿੱਚ ਇੱਕ ਦੂਸਰੇ ਦੇ ਉੱਪਰ ਇਲਜ਼ਾਮ ਲੱਗਣ, ਇਲਜ਼ਾਮ ਤਰਾਸ਼ੀਆਂ ਹੋਣ। ਨਹੀਂ, ਸੰਭਾਵਨਾ ਪੂਰੀ ਹੈ ਜੀ। ਮਜੀਠੀਆ ਸਾਹਿਬ ਨੇ ਜੋ ਕੁਝ ਕਿਹਾ ਉਸ ਮੁੱਦੇ ਦੇ ਉੱਤੇ ਸਪਸ਼ਟੀਕਰਨ ਮੁਰਲੇ ਪਾਸਿਓਂ ਆਉਣਾ ਚਾਹੀਦਾ, ਚਾਹੇ ਉਹ ਧਮਕੀਆਂ ਵਾਲੇ ਮਸਲੇ ਤੇ ਹੈ, ਚਾਹੇ ਚਲਾਨ ਪੇਸ਼ ਕਰਨ ਵਾਲੇ ਮਸਲੇ ਤੇ ਹੈ। ਦੋਵੇਂ ਚੀਜ਼ਾਂ ਸਪਸ਼ਟ ਹੋਣੀਆਂ ਚਾਹੀਦੀਆਂ। ਦੂਸਰਾ, ਸੰਧਾਲੀਆ ਸਾਹਿਬ 2 ਵੱਖੋ ਵੱਖਰੇ ਬਿਆਨ ਨੇ। ਇੱਕ ਬਿਆਨ ਕੁਲਦੀਪ ਸਿੰਘ ਧਾਲੀਵਾਲ ਸਾਹਿਬ ਦਾ, ਖੇਤੀਬਾੜੀ ਮੰਤਰੀ ਨੇ ਪੰਜਾਬ ਸਰਕਾਰ ਦੇ ਵਿੱਚ। ਉਹ ਕਹਿੰਦੇ ਜੀ ਵਿਸਾਖੀ ਤੋਂ 1 ਦਿਨ ਪਹਿਲਾਂ ਕਿਸਾਨਾਂ ਨੂੰ ਚੈੱਕ ਮਿਲਣਗੇ ਖਰਾਬੇ ਦੇ, ਮੁਆਵਜ਼ੇ ਦੇ। ਗੜੇ ਪਏ, ਤੂਫਾਨ ਆਇਆ, ਮੀਂਹ ਪਿਆ, ਹਨੇਰੀ ਚੱਲੀ, ਕਣਕ ਡਿੱਗੀ, ਨੁਕਸਾਨ ਹੋਇਆ, ਅਸੀਂ ਕਹਿੰਦੇ ਜੀ ਪੈਸੇ ਦੇਣੇ ਆ। ਅਬੋਹਰ ਦੇ ਵਿੱਚ ਮੁੱਖ ਮੰਤਰੀ ਸਾਹਿਬ ਉਹ ਕਹਿੰਦੇ ਜੀ ਖੁਦ ਸਮਾਗਮ ਕਰਨਗੇ, ਮੁੱਖ ਮੰਤਰੀ ਸਾਹਿਬ ਜਾਣਗੇ, ਕਿਸਾਨਾਂ ਨੂੰ ਚੈੱਕ ਸੌਂਪਣਗੇ। ਉਧਰ ਕਹਿੰਦੇ ਅਬੋਹਰ 'ਚ ਮੁੱਖ ਮੰਤਰੀ ਸਾਹਿਬ ਦਾ ਸਮਾਗਮ ਹੋਊਗਾ, ਉਧਰ ਦੂਸਰੇ ਪਾਸੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਪੰਜਾਬ ਸਰਕਾਰ ਦੇ ਵੱਖ-ਵੱਖ ਮੰਤਰੀ ਜਾਣਗੇ। ਇੱਦਾਂ ਹੀ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਸਮਾਗਮ ਹੋਣੇ ਆ ਤੇ ਉੱਥੇ ਜਾ ਕੇ ਵੀ ਚੈੱਕ ਵੰਡਣ ਦੀ ਪ੍ਰਕਿਰਿਆ ਜਿਹੜੀ ਆ ਠੋਕ ਵਜਾ ਕੇ ਚੱਲੂ। ਚੰਗੀ ਗੱਲ ਹੈ ਜੇ ਵਿਸਾਖੀ ਤੋਂ 1 ਦਿਨ ਪਹਿਲਾਂ ਲੋਕਾਂ ਦੇ ਖਾਤਿਆਂ ਦੇ ਵਿੱਚ ਪੈਸੇ ਆ ਜਾਣਗੇ ਤਾਂ ਲੋਕਾਂ ਦਾ ਨੁਕਸਾਨ ਥੋੜ੍ਹਾ ਜਿਹਾ ਘਟ ਜੂ। ਤੇ ਉਹ ਕਹਿੰਦੇ ਜੀ ਅੱਜ ਤੱਕ ਕਦੇ ਪੰਜਾਬ ਦੀ ਹਿਸਟਰੀ 'ਚ ਇਦਾਂ ਹੋਇਆ ਨਹੀਂ, ਇਹ ਤਾਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਸਾਹਿਬ ਦੀ ਦੂਰ ਅੰਦੇਸ਼ੀ ਹੈ, ਇਹ ਕੁਲਦੀਪ ਸਿੰਘ ਧਾਲੀਵਾਲ ਸਾਹਿਬ ਨੇ ਕਿਹਾ। ਦੂਸਰੇ ਪਾਸੇ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਤੇ ਉਹਨਾਂ ਦੇ ਮਾਤਾ ਜੀ ਚਰਨ ਕੌਰ, ਉਹਨਾਂ ਦੋਵਾਂ ਨੇ ਖਾਸ ਤੌਰ ਤੇ ਉਹਨਾਂ ਦੇ ਪਿਤਾ ਜੀ ਨੇ ਆਖਿਆ, ਉਹ ਕਹਿੰਦੇ ਜੀ ਭਗਵੰਤ ਮਾਨ ਸਾਹਿਬ ਤਾਂ ਬੜੇ ਕਮਜ਼ੋਰ ਮੁੱਖ ਮੰਤਰੀ ਨੇ। ਉਹ ਕਹਿੰਦੇ ਇੱਕ ਪਾਸੇ ਬਠਿੰਡੇ ਦੀ ਜੇਲ੍ਹ ਦੇ ਵਿੱਚੋਂ ਵੀਡੀਓ ਆਉਂਦੀ ਹੈ, ਤੁਰੰਤ ਪਰਚਾ ਕਰ ਦਿੱਤਾ ਜਾਂਦਾ ਹੈ। ਦੂਸਰੇ ਪਾਸੇ ਲਾਰੈਂਸ ਬਿਸ਼ਨੋਈ ਦੀਆਂ ਉੱਪਰੋਂ ਥਲੀ 2 ਇੰਟਰਵਿਊਜ਼ ਆਈਆਂ ਤੇ ਬਹੁਤ ਲੰਬੀਆਂ ਇੰਟਰਵਿਊਜ਼ ਆਈਆਂ। ਉਸ ਮੁੱਦੇ ਦੇ ਉੱਤੇ ਕਹਿੰਦੇ ਜੀ ਚੁੱਪੀ ਧਾਰੀ ਹੈ। ਉਹ ਕਹਿੰਦੇ ਜੀ ਡਬਲ ਸਟੈਂਡਰਡ ਕਿਉਂ? ਫਿਰ ਉਹ ਕਹਿੰਦੇ ਜੀ ਜਿਹੜੇ ਬੰਦੇ ਸਾਜ਼ਿਸ਼ ਘਾੜੇ ਨੇ ਸਿੱਧੂ ਮੂਸੇਵਾਲੇ ਦੇ ਕਤਲ ਦੇ ਵਿੱਚ, ਜਿਨ੍ਹਾਂ ਨੇ ਮੁੱਖ ਕਰਕੇ ਨੁਕਸਾਨ ਕੀਤਾ ਹੈ, ਮੈਂ ਕਹਿੰਦੇ ਜੀ ਕਈ ਵਾਰੀ ਉਹਨਾਂ ਦੇ ਨਾਂ ਦੱਸ ਚੁੱਕਿਆ, ਕਈ ਵਾਰੀ ਪੁਲਿਸ ਪ੍ਰਸ਼ਾਸਨ ਨੂੰ ਉਹਨਾਂ ਬਾਰੇ ਆਗਾਹ ਕਰ ਚੁੱਕੇ ਹਾਂ, ਪਰ ਅਜੇ ਤੱਕ ਕਿਸੇ ਨੂੰ ਉਹਨਾਂ ਨੇ ਹੱਥ ਹੀ ਨਹੀਂ ਪਾਇਆ। ਉਹ ਕਹਿੰਦੇ ਜੀ ਇਹਦੇ ਤੋਂ ਅਸੀਂ ਕੀ ਹਿਸਾਬ ਕਿਤਾਬ ਲਾਈਏ ਕਿ ਕਿਤੇ ਕਾਤਲ ਨੂੰ ਸ਼ੈਲਟਰ ਤਾਂ ਨਹੀਂ ਦਿੱਤਾ ਜਾ ਰਿਹਾ।
ਸੋ ਜਿਸ ਤਰੀਕੇ ਦੇ ਇਹ ਇਲਜ਼ਾਮ ਲੱਗੇ ਨੇ, ਇਹ ਆਪਣੇ ਆਪ ਦੇ ਵਿੱਚ ਇਹ ਵੀ ਬਹੁਤ ਵੱਡੇ ਸਵਾਲ ਨੇ। ਹਾਂਜੀ ਦੇਖੋ, ਸਿੱਧੂ ਮੂਸੇਵਾਲੇ ਦੇ ਜੇ ਮਾਤਾ ਪਿਤਾ ਦੀ ਗੱਲ ਕਰੀਏ ਤੇ ਮੇਰਾ ਖਿਆਲ ਜਦੋਂ ਤੋਂ ਉਹ ਬੰਦਾ ਦੁਨੀਆ ਤੋਂ ਗਿਆ ਉਸ ਦਿਨ ਤੋਂ ਬਾਅਦ ਮੇਰਾ ਖਿਆਲ ਕੋਈ ਦਿਨ ਵੀ ਨਹੀਂ ਲੰਘਿਆ ਜਦੋਂ ਉਹਨਾਂ ਨੇ ਕੋਈ ਗੱਲ ਨਾ ਕੀਤੀ ਹੋਵੇ ਜਾਂ ਆਪਣੇ ਪੁੱਤ ਦੇ ਇਨਸਾਫ ਦੇ ਲਈ ਉਹਨਾਂ ਨੇ ਕੋਈ ਹੀਲਾ ਨਾ ਕੀਤਾ ਹੋਵੇ। ਹੁਣ ਹੌਲੀ ਹੌਲੀ ਜਿਸ ਹਿਸਾਬ ਨਾਲ ਉਹ ਹਰ ਰੋਜ਼ ਕਿਸੇ ਨਾ ਕਿਸੇ ਇਨਸੀਡੈਂਟ ਨੂੰ ਲੈ ਕੇ ਗੱਲ ਕਰਦੇ ਨੇ, ਸਵਾਲ ਪੁੱਛਦੇ ਨੇ, ਹੋ ਸਕਦਾ ਕਿ ਅਜੇ ਜਾਪਦਾ ਹੋਵੇ ਕਿ ਵੀ ਹਾਂਜੀ ਉਹ ਗੱਲ ਚੱਲਦੀ ਹੈ, ਕੋਈ ਗੱਲ ਨਹੀਂ, ਅਦਾਲਤਾਂ ਉਸ ਪਾਸਿਓਂ ਕੁਛ ਨਾ ਕੁਛ ਕਰਨਗੀਆਂ। ਪਰ ਹੋ ਸਕਦਾ ਕਿ ਜੇ ਮੁੱਦਾ ਇਹ ਮਸਲਾ ਇਸੇ ਤਰ੍ਹਾਂ ਲੰਘਦਾ ਗਿਆ, ਕਿਉਂਕਿ ਤੁਸੀਂ ਦੇਖੋ ਪੌਣਾ ਸਾਲ ਤੇ ਲਗਭਗ ਬੀਤ ਗਿਆ, ਇਸੇ ਤਰ੍ਹਾਂ ਇਹ ਸਾਲ ਤੁਰਿਆ ਜਾਂਦਾ ਰਿਹਾ ਤੇ ਕਿਸੇ ਵੇਲੇ ਇਹ ਹੁੰਦਾ ਕਿ ਸਿਆਸਤਦਾਨਾਂ ਜਾਂ ਪੋਲੀਟੀਕਲ ਪਾਰਟੀ ਨੂੰ ਲੱਗਦਾ ਹੁੰਦਾ ਵੀ ਯਾਰ ਮਸਲੇ ਆਉਂਦੇ ਜਾਂਦੇ ਰਹਿੰਦੇ ਨੇ, ਚੱਲਦੇ ਰਹਿੰਦੇ ਨੇ, ਅਦਾਲਤਾਂ 'ਚ ਚਲੇ ਜਾਂਦੇ ਆ, ਫਿਰ ਕਿਹੜਾ ਕੋਈ ਫਰਕ ਪੈਂਦਾ। ਪਰ ਆਮ ਤੌਰ 'ਤੇ ਪੋਲੀਟੀਕਲ ਪਾਰਟੀ ਨੂੰ ਸੇਕ ਉਦੋਂ ਲੱਗਦਾ ਹੁੰਦਾ ਜਦੋਂ ਸਾਹਮਣੇ ਕੋਈ ਨਾ ਕੋਈ ਇਲੈਕਸ਼ਨ ਹੋਵੇ। ਹੁਣ ਅਜੇ ਇਲੈਕਸ਼ਨ ਕੋਈ ਖਾਸ ਹੈ ਨਹੀਂ ਹੈ, ਗਾਂ 2024 ਵਾਲੀ ਇਲੈਕਸ਼ਨ ਜ਼ਰੂਰ ਆਉਣੀ ਆ। ਉਦੋਂ ਤੱਕ ਵੀ ਜੇ ਮਸਲਾ ਸਟਿਲ ਇਸੇ ਤਰ੍ਹਾਂ ਚੱਲਦਾ ਰਿਹਾ ਤੇ ਪਿਛਲੇ ਸਮੇਂ ਦੇ ਵਿੱਚ ਇਹ ਵੀ ਚਰਚਾ ਸੀ ਕਿ ਵੀ ਜੇ ਮਸਲਾ ਨਾ ਹੋਇਆ, ਕਿਸੇ ਪਾਸੇ ਨਾ ਤਣ ਪੱਤਣ ਲੱਗਿਆ ਤੇ ਉਹ ਇਲੈਕਸ਼ਨ ਦੇ ਵਿੱਚ ਵੀ ਜਾਣਗੇ। ਹਾਲਾਂਕਿ ਆ ਜਿਹੜੀ ਜਲੰਧਰ ਵਾਲੀ ਜ਼ਿਮਨੀ ਚੋਣ ਇਹਦੇ ਬਾਰੇ ਉਹ ਆਲਰੇਡੀ ਕਹਿ ਚੁੱਕੇ ਨੇ ਕਿ ਵੀ ਇੱਥੇ ਉਹ ਆਣ ਕੇ ਜਾਂ ਇੱਥੇ ਜਿਹੜੇ ਲੋਕ ਨੇ ਉਹਨਾਂ ਨੂੰ ਜ਼ਰੂਰ ਅਪੀਲ ਕਰਨਗੇ ਕਿ ਤੁਸੀਂ ਆਮ ਆਦਮੀ ਪਾਰਟੀ ਦੇ ਵਿਰੋਧ ਦੇ ਵਿੱਚ ਵੋਟ ਪਾਓ। ਹੁਣ ਜੇ ਤੇ ਵੋਟਾਂ ਤੱਕ ਜਾਣ ਲੱਗ ਪਿਆ ਮੁੱਦਾ, ਵੋਟਾਂ ਨੂੰ ਪ੍ਰਭਾਵਿਤ ਕਰਨ ਲੱਗ ਪਿਆ, ਇਹ ਹੋ ਸਕਦਾ ਪਏ ਤੇ ਕੋਈ ਨਾ ਕੋਈ ਕਾਰਵਾਈ ਜਿਹੜੀ ਉਹ ਛੇਤੀ ਹੋ ਜਾਵੇ। ਪਰ ਇੱਕ ਗੱਲ ਜਾਪਦੀ ਹੈ ਕਿ ਵੀ ਵਿਰੋਧੀ ਪਾਰਟੀਆਂ ਜਾਂ ਜਿੰਨੇ ਹੋਰ ਮਸਲੇ ਨੇ ਜਾਂ ਜਿਨ੍ਹਾਂ ਲੋਕਾਂ ਦੀ ਨਾਰਾਜ਼ਗੀ ਹੈ ਸਰਕਾਰ ਦੇ ਨਾਲ, ਉਹ ਆਪਣੇ ਆਪਣੇ ਮਸਲੇ ਦੇ ਉੱਪਰ ਲੋਕਾਂ ਦੇ ਵਿੱਚ ਜਾਣਾ ਚਾਹੁੰਦੇ ਆ ਵੀ ਤੁਸੀਂ ਲੋਕੋ ਸਾਡਾ ਦੱਸੋ ਜੀ ਵੀ ਕੀ ਕਸੂਰ ਆ, ਸਾਨੂੰ ਇਨਸਾਫ ਕਿਉਂ ਨਹੀਂ ਮਿਲਦਾ। ਸਰਕਾਰ ਵਾਲੇ ਪੱਖ ਤੋਂ ਦੇਖੀਏ ਤੇ ਉਹ ਕਹਿੰਦੇ ਵੀ ਅਸੀਂ ਲਗਾਤਾਰ ਕੰਮ ਕਰ ਰਹੇ ਹਾਂ, ਪਹਿਲੀਆਂ ਸਰਕਾਰਾਂ ਨੇ ਕਦੀ ਕੀਤਾ ਕੁਛ ਨਹੀਂ। ਆ ਜਿਹੜੀ ਰੈਲੀ ਸੀ ਉਹਦੇ 'ਚ ਤਾਂ ਮਾਨ ਸਾਹਿਬ ਨੇ ਇਹ ਵੀ ਕਿਹਾ, ਉਹ ਕਹਿੰਦੇ ਵੀ ਆਮ ਤੌਰ 'ਤੇ ਇਹ ਹੁੰਦਾ ਵੀ ਵਾਅਦੇ ਕੀਤੇ ਜਾਂਦੇ ਆ, ਪਾਰਟੀਆਂ ਅੱਧੇ ਪਿੱਛੇ ਪੂਰੇ ਕਰਦੀਆਂ, ਅਸੀਂ ਜਿਹੜੀਆਂ ਗਰੰਟੀਆਂ ਨਹੀਂ ਵੀ ਸੀ ਦਿੱਤੀਆਂ ਉਹ ਵੀ ਗਰੰਟੀਆਂ ਅਸੀਂ ਤੁਹਾਡੇ ਨਾਲ ਪੂਰੀਆਂ ਕਰ ਰਹੇ ਹਾਂ। ਸੋ ਅਸੀਂ ਆਪਣੇ ਕੰਮ ਦੇ ਸਿਰ ਦੇ ਉੱਪਰ ਵੋਟਾਂ ਮੰਗਣੀਆਂ। ਹੁਣ ਦੇਖੋ ਦੋਨਾਂ ਚੀਜ਼ਾਂ ਦੇ ਵਿੱਚੋਂ ਕਿਹੜੀ ਚੀਜ਼ ਦਾ ਪ੍ਰਭਾਵ ਜਿਹੜਾ ਉਹ ਜ਼ਿਆਦਾ ਕਬੂਲਦੇ ਨੇ ਲੋਕ ਤੇ ਕਿਸ ਪਾਸੇ ਵੋਟਾਂ ਜਾਂਦੀਆਂ। ਜਲੰਧਰ ਲੋਕ ਸਭਾ ਹਲਕੇ ਦਾ ਨਤੀਜਾ ਬਹੁਤ ਕੁਝ ਤੈਅ ਕਰੂ, ਕਿਉਂਕਿ ਉਹਦੇ ਤੋਂ 1 ਸਾਲ ਦੇ ਅੰਦਰ ਅੰਦਰ ਫਿਰ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਦੇ ਲਈ ਵੋਟਾਂ ਫਿਰ ਪੈਣੀਆਂ। 14ਵੀਂ ਚੰਡੀਗੜ੍ਹ ਵਾਲੀ ਸੀਟ ਹੋਣੀ ਹੈ। ਲੜਾਈ ਗਹਿ-ਗੱਚ ਹੋਊਗੀ, ਪਰ ਜਲੰਧਰ ਦੇ ਲੋਕਾਂ ਦੇ ਕੋਲੇ ਐਡਵਾਂਸ ਜਿਹੜਾ ਉਹ ਮੌਕਾ ਇਸ ਵੇਲੇ ਹੈਗਾ ਤੇ ਲੀਡਰਾਂ ਨੇ ਕਸਰ ਕੋਈ ਨਹੀਂ ਛੱਡਣੀ। ਇਹ ਪਿਛਲੇ 1 ਹਫ਼ਤੇ ਦੇ ਵਰਤਾਓ ਨੇ ਸੰਧਾਲੀਆ ਸਭ ਕਲੀਅਰ ਕਰ ਦਿੱਤਾ। ਦੂਸਰਾ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਦੇ ਖਿਲਾਫ 3 ਧਿਰਾਂ ਜਿਹੜੀਆਂ ਖਲੋਤੀਆਂ ਸੀ, ਇੱਕ ਕਾਂਗਰਸ ਪਾਰਟੀ ਵੱਲੋਂ ਰਾਹੁਲ ਗਾਂਧੀ ਸਾਹਿਬ, ਦੂਸਰੇ ਅਰਵਿੰਦ ਕੇਜਰੀਵਾਲ ਆਮ ਆਦਮੀ ਪਾਰਟੀ ਵੱਲੋਂ, ਤੀਸਰੀ ਬੀਬੀ ਮਮਤਾ ਬੈਨਰਜੀ ਤ੍ਰਿਣਮੂਲ ਕਾਂਗਰਸ ਦੀ ਜਿਹੜੀ ਪ੍ਰਧਾਨ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਬੀਬੀ ਜੀ। ਹੁਣ ਲੋਕਾਂ ਨੂੰ ਇਹ ਲੱਗਦਾ ਸੀ ਕਿ ਜੇ ਵਿਰੋਧੀ ਧਿਰਾਂ ਦੀ ਏਕਤਾ ਹੋ ਜਾਵੇ ਤਾਂ ਹੋ ਸਕਦਾ ਬੀਜੇਪੀ ਨੂੰ ਟੱਕਰ ਦੇ ਸਕਣ, ਜੇ ਖੱਖੜੀਆਂ ਕਰੇਲੇ ਰਹੇ ਤਾਂ ਔਖਾ। ਹੁਣ ਇਹਨਾਂ ਦੇ ਵਿੱਚੋਂ ਕਿਹੜਾ ਲੀਡਰ ਕਿੰਨੇ ਕੁ ਮਜ਼ਬੂਤ ਤਰੀਕੇ ਦੇ ਨਾਲ ਅੱਗੇ ਵੱਧਦਾ ਹੈ, ਕਿੰਨੀ ਕੁ ਉਹਦੇ ਕੋਲੇ ਸਿਆਸੀ ਤੌਰ ਦੇ ਉੱਤੇ ਮਜ਼ਬੂਤੀ ਆਉਂਦੀ ਹੈ, ਇਹ ਵੀ ਬਹੁਤ ਵੱਡਾ ਸਵਾਲ ਸੀ। ਹੁਣ ਪਿਛਲੇ ਦਿਨੀ ਕਾਂਗਰਸ ਪਾਰਟੀ ਵਿੱਚ ਜੋ ਕੁਝ ਘਟਿਆ ਵਾਪਰਿਆ ਆਪਾਂ ਸਾਰਿਆਂ ਨੂੰ ਪਤਾ ਹੈ। ਇਹਦੇ ਤੋਂ ਬਿਨਾਂ ਆਮ ਆਦਮੀ ਪਾਰਟੀ ਨੇ ਪਿਛਲੇ ਦਿਨੀ ਇੱਕ ਪਟੀਸ਼ਨ ਇੱਕ ਹਾਈ ਕੋਰਟ ਦੇ ਵਿੱਚ ਦਾਇਰ ਕਰਤੀ ਸੀ ਜੀ, ਸਾਡਾ ਨੈਸ਼ਨਲ ਪਾਰਟੀ ਦਾ ਦਰਜਾ ਬਣਦਾ ਰਾਸ਼ਟਰੀ ਪਾਰਟੀ ਦਾ, ਕਿਉਂਕਿ ਅਸੀਂ ਸਾਰੀਆਂ ਰਿਕੁਆਇਰਮੈਂਟਸ ਪੂਰੀਆਂ ਕਰ ਲਈਆਂ। ਪਰ ਉਹ ਕਹਿੰਦੇ ਸੀ ਜੀ ਸਾਨੂੰ ਜਾਣ-ਬੁੱਝ ਕੇ ਦੇਰੀ ਕੀਤੀ ਜਾ ਰਹੀ ਹੈ ਰਾਸ਼ਟਰੀ ਪਾਰਟੀ ਦਾ ਦਰਜਾ ਦੇਣ 'ਚ। ਪਰ ਹੁਣ ਇਲੈਕਸ਼ਨ ਕਮਿਸ਼ਨ ਨੇ ਇਧਰਲੇ ਪਾਸੇ ਕਲੀਅਰ ਕਰ ਦਿੱਤਾ। ਉਹ ਕਹਿੰਦੇ ਜੀ ਆਮ ਆਦਮੀ ਪਾਰਟੀ ਕਿਉਂਕਿ ਘੱਟੋ-ਘੱਟ 4 ਸੂਬਿਆਂ ਦੇ ਵਿੱਚ 6-6% ਦੀ ਵੋਟਾਂ ਲੈਣੀਆਂ ਹੁੰਦੀਆਂ, ਉਹ ਸ਼ਰਤ ਪੂਰੀ ਕਰ ਲਈ ਹੈ। ਦਿੱਲੀ 'ਚ ਵੀ 6% ਤੋਂ ਵੱਧ ਵੋਟਾਂ, ਪੰਜਾਬ 'ਚ ਵੀ 6% ਤੋਂ ਵੱਧ ਵੋਟਾਂ, ਗੁਜਰਾਤ ਦੇ ਵਿੱਚ ਵੀ ਤੇ ਗੋਆ 'ਚ ਵੀ। ਸੋ 4 ਸੂਬਿਆਂ ਦੇ ਵਿੱਚ ਕੁੱਲ ਪੋਲ ਵੋਟਾਂ ਦੇ ਵਿੱਚੋਂ 6% ਤੋਂ ਵੱਧ ਵੋਟਾਂ ਲੈਣ ਕਰਕੇ ਆਮ ਆਦਮੀ ਪਾਰਟੀ ਨੂੰ ਹੁਣ ਰਾਸ਼ਟਰੀ ਪਾਰਟੀ ਦਾ ਦਰਜਾ ਮਿਲ ਗਿਆ ਤੇ ਅਫੀਸ਼ੀਅਲੀ ਅਨਾਉਂਸ ਹੋ ਗਿਆ। ਪਰ ਦੂਸਰੇ ਪਾਸੇ ਕੋਈ ਸਮਾਂ ਸੀ ਜਦੋਂ ਤ੍ਰਿਣਮੂਲ ਕਾਂਗਰਸ ਦੇ ਕੋਲੇ ਦਰਜਾ ਸੀ ਮਮਤਾ ਬੈਨਰਜੀ ਦੀ ਪਾਰਟੀ ਦੇ ਕੋਲ, ਪਰ ਉਹ ਕਿਉਂਕਿ 4 ਸੂਬਿਆਂ ਦੇ ਵਿੱਚ 6-6% ਦੀ ਵੋਟਾਂ ਜਿਹੜੀਆਂ ਉਹਨੂੰ ਕਾਇਮ ਨਹੀਂ ਰੱਖ ਸਕੇ, ਇਸ ਕਰਕੇ ਮਮਤਾ ਬੈਨਰਜੀ ਦੀ ਪਾਰਟੀ ਦਾ ਰਾਸ਼ਟਰੀ ਪਾਰਟੀ ਦਾ ਦਰਜਾ ਖੁੱਸ ਗਿਆ। ਉਹ ਹੁਣ ਕੁਝ ਕੁ ਸੂਬਿਆਂ ਦੇ ਵਿੱਚ ਖੇਤਰੀ ਪਾਰਟੀ ਦੇ ਤੌਰ ਦੇ ਉੱਤੇ ਉਹਨਾਂ ਦੀ ਮਾਨਤਾ ਜਿਹੜੀ ਹੈ ਉਹ ਜਾਰੀ ਰਹੂ। ਸੋ ਬੀਬੀ ਮਮਤਾ ਬੈਨਰਜੀ ਦੀ ਥੋੜੀ ਜਿਹੀ ਡਿਮੋਸ਼ਨ ਹੋਈ ਹੈ, ਅਰਵਿੰਦ ਕੇਜਰੀਵਾਲ ਦੀ ਭੋਰਕ ਪ੍ਰਮੋਸ਼ਨ ਹੋਈ ਜਾਪਦੀ ਹੈ। ਨਹੀਂ, ਪ੍ਰਮੋਸ਼ਨ ਪੂਰੀ ਹੋਈ ਆ। ਬਕਾਇਦਾ ਟਵੀਟ ਕੀਤਾ ਕੇਜਰੀਵਾਲ ਸਾਹਿਬ ਨੇ, ਉਹ ਕਹਿੰਦੇ ਕਿ ਦੇਖੋ ਇਹ ਤੇ ਚਮਤਕਾਰ ਹੀ ਹੋ ਗਿਆ ਇੱਕ ਤਰ੍ਹਾਂ ਨਾਲ ਕਿ ਇੰਨੇ ਥੋੜੇ ਜਿਹੇ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਇੰਨਾ ਪਿਆਰ ਦਿੱਤਾ ਕਿ ਅਸੀਂ ਨੈਸ਼ਨਲ ਪਾਰਟੀ ਬਣ ਗਏ ਹਾਂ। ਹੁਣ ਨੈਸ਼ਨਲ ਪਾਰਟੀ ਬਣਨ ਤੋਂ ਬਾਅਦ ਇੱਕ ਗੱਲ ਤੇ ਪੱਕੀ ਹੋ ਗਈ ਕਿ ਆਮ ਆਦਮੀ ਪਾਰਟੀ ਵਾਲਿਆਂ ਦਾ ਚੋਣ ਨਿਸ਼ਾਨ ਪੂਰੇ ਦੇਸ਼ 'ਚ ਪੱਕਾ ਹੋ ਗਿਆ ਵੀ ਜਿੱਥੇ ਵੀ ਉਹਨਾਂ ਦਾ ਕੋਈ, ਚਾਹੇ ਉਹ ਕੋਈ MC ਦੀ ਚੋਣ ਵੀ ਕਿਤੇ ਲੜਦਾ ਹੋਊਗਾ ਜਾਂ ਕੋਈ ਹੋਰ ਵੀ ਹੋਊਗਾ, ਉੱਥੋਂ ਤੱਕ ਵੀ ਉਹ ਜਿਹੜਾ ਉਹਨਾਂ ਦਾ ਚੋਣ ਨਿਸ਼ਾਨ ਹੈ ਉਹ ਜਾਊਗਾ। ਫਿਰ ਹੁਣ ਦਿੱਲੀ ਦੇ ਵਿੱਚ ਜਗ੍ਹਾ ਵੀ ਸਰਕਾਰ ਨੂੰ ਦੇਣੀ ਪਊਗੀ, ਕਿਉਂਕਿ ਮੇਰਾ ਖਿਆਲ ਜਦੋਂ ਨੈਸ਼ਨਲ ਪਾਰਟੀ ਬਣ ਜਾਂਦੀ ਹੈ ਉਹਦਾ ਇੱਕ ਮੁੱਖ ਦਫ਼ਤਰ ਹੁੰਦਾ, ਮੁੱਖ ਦਫ਼ਤਰ ਦੇ ਲਈ ਜਗ੍ਹਾ ਵੀ ਫ੍ਰੀ ਸਰਕਾਰ ਦਿੰਦੀ ਹੈ। ਹੁਣ ਦਿੱਲੀ ਦੇ ਵਿੱਚ ਇੱਕ ਵੱਡਾ ਦਫ਼ਤਰ ਵੀ ਹੋ ਸਕਦਾ ਬਣਾਉਣ।
ਤੇ ਸਭ ਤੋਂ ਵੱਡੀ ਗੱਲ ਤੇ ਇਹ ਹੈ ਵੀ ਜਿਹੜਾ ਇਹ ਨੈਸ਼ਨਲ ਪਾਰਟੀ ਬਣਨ ਦਾ ਦਰਜਾ ਉਹ ਜਿਹੜੀਆਂ ਨੈਸ਼ਨਲ ਚੋਣਾਂ ਹੋਣੀਆਂ ਨੇ, ਯਾਨੀ ਕਿ ਲੋਕ ਸਭਾ ਦੀਆਂ ਚੋਣਾਂ ਹੋਣੀਆਂ ਨੇ, ਉਹ ਤੋਂ ਲਗਭਗ ਸਾਲ ਕੁ ਪਹਿਲਾਂ ਮਿਲ ਗਿਆ। ਹੁਣ 1 ਸਾਲ ਪੂਰੀ ਦਾ ਪੂਰਾ ਜ਼ੋਰ ਲਾ ਕੇ ਤੇ ਆਮ ਆਦਮੀ ਪਾਰਟੀ ਜਿਹੜੀ ਕਿ ਕਾਫੀ ਦੇਰ ਤੋਂ ਇਸ ਚੀਜ਼ ਦੇ ਵਿੱਚ ਸੀਗੀ ਕਿ ਅਸੀਂ ਕੇਜਰੀਵਾਲ ਸਾਹਿਬ ਨੂੰ ਪ੍ਰਧਾਨ ਮੰਤਰੀ ਬਣਾਉਣਾ, ਉਸ ਵਾਲੇ ਪਾਸੇ ਨੂੰ ਹੋ ਸਕਦਾ ਕਿ ਉਹ ਮੁਹਿੰਮ ਆਪਣੀ ਜਿਹੜੀ ਉਹ ਤੇਜ਼ ਕਰ ਦੇਣ, ਕਿਉਂਕਿ 1 ਸਾਲ ਦਾ ਸਮਾਂ ਵੀ ਬਹੁਤ ਹੁੰਦਾ। ਤੇ ਹੁਣ ਜੇ ਮੇਰੇ ਖਿਆਲ ਜਿਹੜੀਆਂ 4-5 ਪਾਰਟੀਆਂ ਦੇ ਕੋਲ ਇਹ ਨੈਸ਼ਨਲ ਲੈਵਲ ਦਾ ਦਰਜਾ ਰਹਿ ਗਿਆ, ਉਹਦੇ ਵਿੱਚੋਂ ਜੇ ਬੀਜੇਪੀ ਜਾਂ ਕਾਂਗਰਸ ਤੋਂ ਬਾਅਦ ਜੇ ਆਪਾਂ ਕਿਸੇ ਪਾਰਟੀ ਦੀ ਚਰਚਾ ਕਰੀਏ ਵੱਖ-ਵੱਖ ਸਟੇਟਾਂ ਦੇ ਵਿੱਚ ਜਾ ਕੇ, ਜੇ ਕੋਈ ਬਹੁਤਾ ਲੜਾਈ ਦੇਣ ਦੀ ਕੋਸ਼ਿਸ਼ ਕਰਦੀ ਤੇ ਉਹ ਆਮ ਆਦਮੀ ਪਾਰਟੀ ਹੈ। ਸੋ ਕੁੱਲ ਮਿਲਾ ਕੇ ਜਾਪਦਾ ਤੇ ਹੈ ਕਿ ਵੀ ਜੇ ਰਾਹੁਲ ਗਾਂਧੀ ਸਾਹਿਬ ਜਾਂ ਕਾਂਗਰਸ ਪਾਰਟੀ ਨੇ ਹੁਣ ਵੀ ਅਜੇ ਨਾ ਮੌਕਾ ਸਾਂਭਿਆ ਤੇ ਜਦੋਂ ਤੱਕ ਜਾ ਕੇ 24 ਦੀ ਗੱਲ ਬਣਨੀ ਹੈ ਉਦੋਂ ਕੋਈ ਗੱਠਜੋੜ ਬਣੇ ਬੀਜੇਪੀ ਦੇ ਅਗੇਂਸਟ ਤੇ ਆਮ ਆਦਮੀ ਪਾਰਟੀ ਵਾਲੇ ਲੱਤ ਗੱਡ ਦੇਣ ਵੀ ਬਾਕੀ ਤਾਂ ਚਲੋ ਠੀਕ ਹੈ, ਗੱਠਜੋੜ ਤੁਹਾਡੇ ਨਾਲ ਕਰਦੇ ਆ, ਲੀਡਰ ਤੁਸੀਂ ਕੇਜਰੀਵਾਲ ਨੂੰ ਮੰਨ ਲਓ। ਸੰਧਾਲੀਆ ਸਾਹਿਬ, ਬਹੁਤ ਸਾਰੇ ਜੋੜ ਤੋੜ ਹੋਣਗੇ, ਪਰ ਮੈਂ ਹੈਰਾਨ ਸੀ ਕਿ ਇੱਕ ਤਾਂ ਇੰਨੀ ਛੇਤੀ ਰਾਸ਼ਟਰੀ ਪਾਰਟੀ ਦਾ ਦਰਜਾ ਮਿਲ ਗਿਆ ਤੇ ਦੂਸਰੇ ਪਾਸੇ ਲੋਕ ਸਭਾ 'ਚ MP ਕੋਈ ਨਹੀਂ ਪਰ ਪਾਰਟੀ ਰਾਸ਼ਟਰੀ ਪਾਰਟੀ ਬਣ ਗਈ ਹੈ। ਸੋ ਬਹੁਤ ਸਾਰੇ ਜਿਹੜੇ ਨੇ ਉਹ ਅਜੀਬੋ ਗਰੀਬ ਜਿਹੇ ਜਿਹੜੇ ਉਹ ਸਮੀਕਰਨ ਬਣ ਰਹੇ ਆ। ਬਾਕੀ ਦੇਖਦੇ ਆ ਜੀ ਆਉਣ ਵਾਲੇ ਸਮੇਂ ਦੇ ਵਿੱਚ ਹਾਲਾਤ ਕਿੱਧਰ ਜਾਂਦੇ ਆ, ਪਰ ਲੋਕ ਭਾਈਚਾਰਕ ਸਾਂਝ ਆਪਣੀ ਕਾਇਮ ਰੱਖਣ, ਰਲ ਮਿਲ ਕੇ ਚੱਲਣ। ਸਮਾਂ ਹੋ ਗਿਆ ਜੀ। ਬਿਲਕੁਲ ਜੀ, ਸਮਾਂ ਹੋ ਗਿਆ ਤੇ ਤੁਸੀਂ ਸਮਾਂ ਕੱਢਿਆ। ਬਾਠ ਸਾਹਿਬ, ਤੁਹਾਡਾ ਵੀ ਬੜਾ ਧੰਨਵਾਦ ਮਹਾਰਾਜ। ਸ਼ੁਕਰੀਆ ਜੀ, ਬਹੁਤ ਮਿਹਰਬਾਨੀ। ਲਓ ਜੀ, ਫਿਰ ਇਹਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਤੁਸੀਂ ਇੱਕ ਤਾਂ ਆਪਣੀ ਫੀਡਬੈਕ ਭੇਜਦੇ ਰਹਿੰਦੇ ਹੋ ਤੇ ਇੱਕ ਤੁਸੀਂ ਅੱਗੇ ਸ਼ੇਅਰ ਵੀ ਕਰ ਦਿੰਦੇ ਹੋ, ਉਹਦੇ ਲਈ ਬੜੇ ਧੰਨਵਾਦੀ ਹਾਂ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।